ਝੂਠ ਨਾ ਬੋਲ ਪਾਂਡੇ, ਸੱਚ ਕਹੀਐ। ਹਉਮੈ ਜਾਏ, ਸ਼ਬਦ ਕਰ ਲਹੀਐ। ਝੂਠ ਨਾ ਬੋਲ ਪਾਂਡੇ, ਸੱਚ ਕਹੀਐ। ਗਣ ਗਣ ਜੋਤਕ ਕਾਂਡੀ ਕੀਨੀ, ਪੜ੍ਹੈ ਸੁਣਾਵੈ ਤਤ ਨਾ ਚੀਨੀ। ਸਭ ਸੇ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋਂ ਨਾ ਸਗਲੀ ਛਾਰ। ਝੂਠ ਨਾ ਬੋਲ ਪਾਂਡੇ, ਸੱਚ ਕਹੀਐ। ਹਉਮੈ ਜਾਏ, ਸ਼ਬਦ ਕਰ ਲਹੀਐ। ਨਾਵੇਂ ਧੋਵੈ ਪੂਜੈ ਸੈਲਾ, ਬਿਨ ਹਰ ਰਾਤੇ ਮੈਲੋ ਮੈਲਾ। ਗਰਭ ਨਿਵਾਰ ਮਿਲੈ ਪ੍ਰਭ ਸਾਰਥ, ਮੁਕਤ ਪ੍ਰਾਨ ਜਪ ਹਰ ਕਿਰਤਾਰਥ। ਵਾਚੈ ਬਾਦ ਨਾ ਵੇਦ ਵਿਚਾਰੈ, ਆਪ ਡੁਬੈ ਕਿਉ ਪਿਤਰਾਂ ਤਾਰੈ। ਝੂਠ ਨਾ ਬੋਲ ਪਾਂਡੇ, ਸੱਚ ਕਹੀਐ। ਕਟ ਕਟ ਬ੍ਰਹਮ ਚੀਨੈ ਜਨ ਕੋਏ, ਸਤਿਗੁਰ ਮਿਲੈ ਤਾਂ ਸੋਝੀ ਹੋਏ। ਗੁਰ ਸ਼ਰਨ ਨ ਆਈਐ ਬ੍ਰਹਮ ਨ ਪਾਈਐ, ਭਰਮ ਭੁਲਾਈਐ ਜਨਮ ਮਰ ਆਈਐ। ਜਮ ਦਰ ਬਾਂਧੋ ਮਰੈ ਵਿਕਾਰ, ਨਾ ਹਿਰਦੈ ਨਾਮ ਨਾ ਸ਼ਬਦ ਅਚਾਰ। ਝੂਠ ਨਾ ਬੋਲ ਪਾਂਡੇ, ਸੱਚ ਕਹੀਐ। ਇਕ ਪਾਂਧੇ ਪੰਡਿਤ ਮਿਸਰ ਕਹਾਵੈਂ, ਦੁਬਦਾ ਰਾਤੇ ਮਹਿਲ ਨਾ ਪਾਵੈਂ। ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਕੋਟ ਮਦੇ ਕੋ ਜਨ ਅਪਾਰ। ਜਿਨ ਕੈ ਹਿਰਦੈ ਏਕ ਓੰਕਾਰ, ਸਰਬ ਗੁਣੀ ਸਾਚਾ ਵਿਚਾਰ। ਗੁਰ ਕੈ ਭਾਣੈ ਕਰਮ ਕਮਾਵੈ, ਨਾਨਕ ਸਾਚੇ ਸਾਚ ਸਮਾਵੈ। ਝੂਠ ਨਾ ਬੋਲ ਪਾਂਡੇ, ਸੱਚ ਕਹੀਐ। ਹਉਮੈ ਜਾਏ, ਸ਼ਬਦ ਕਰ ਲਹੀਐ। ਝੂਠ ਨਾ ਬੋਲ ਪਾਂਡੇ, ਸੱਚ ਕਹੀਐ। ਝੂਠ ਨਾ ਬੋਲ ਪਾਂਡੇ, ਸੱਚ ਕਹੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ। ਗੁਰਬਾਣੀ ਵਿਚਾਰ ਗਰੁੱਪ ਦੇ ਸੂਝਵਾਨ ਪਤਵੰਤੇ ਸਤਵੰਤੇ ਸੱਜਣੋ, ਅੱਜ ਤੋਇ ਪ੍ਰਸਾਦ ਸਵਈਏ ਅਕਾਲ ਉਸਤਤ ਵਿੱਚੋਂ ਜਿਹੜੇ ਹੈ ਦਾਸ, ਉਹਨਾਂ ਦੀ ਵਿਚਾਰ ਦਾਸਰਾ ਆਪਣੀ ਤੁੱਛ ਬੁੱਧੀ ਅਨੁਸਾਰ ਕਰਨ ਜਾ ਰਿਹਾ। ਦੀਨਨ ਕੀ ਪ੍ਰਤਿਪਾਰ ਕਰੈ, ਨਿਤ ਸੰਤ ਉਬਾਰ ਗਨੀਮਲ ਗਾਰੈ। ਪਛ ਪਸ਼ੂ ਨਗ ਨਾਗ ਨਰਾਦਪ, ਸਰਬ ਸਮੈ ਸਭ ਕੋ ਪ੍ਰਤਿਪਾਰੈ। ਗੁਰੂ ਮਹਾਰਾਜ ਦਸ਼ਮੇਸ਼ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਉਹ ਇਹ ਸਵਈਆਂ ਦੇ ਰਚਨਹਾਰ ਹੈ। ਸਮਝਾ ਰਹੇ ਹੈ ਵੀ ਦੀਨਾਂ ਦੀ ਪ੍ਰਤੀਪਾਲਣਾ ਕਰਦਾ ਹੈ, ਗਰੀਬਾਂ ਦੀ। ਸਾਧ ਸੰਗਤ ਜੀ, ਉਹ ਜਿਹੜਾ ਦੀਨ ਸ਼ਬਦ ਹੈ, ਇਹ ਦੋ ਤਰ੍ਹਾਂ ਗੁਰਬਾਣੀ 'ਚ ਆਉਂਦਾ ਹੈ। ਜੇ ਤਾਂ ਇਹ ਆਵੇ ਫਾਰਸੀ ਦੇ ਰਾਹੀਂ, ਉਰਦੂ ਦੇ ਵਿੱਚ, ਫਿਰ ਤਾਂ ਇਹਦਾ ਮਤਲਬ ਹੁੰਦਾ ਧਰਮ। ਜੇ ਸੰਸਕ੍ਰਿਤ ਹਿੰਦੀ ਦੇ ਰਾਹੀਂ ਆਵੇ, ਫਿਰ ਇਹਦਾ ਮਤਲਬ ਹੁੰਦਾ ਹੈ ਗਰੀਬ। ਤੋ ਪ੍ਰਤੀਪਾਲਣਾ ਕਿਹਦੀ ਕਰਨੀ ਬਣਦੀ ਹੈ? ਗਰੀਬਾਂ ਦੀ। ਇੱਥੇ ਸ਼ਬਦ ਗਰੀਬਾਂ ਖਾਤਰ ਆਇਆ ਹੋਇਆ। ਦੀਨਨ ਬਹੁਵਚਨ ਹੈ। ਦੀਨਨ ਕੀ ਪ੍ਰਤਿਪਾਲ ਕਰੇ, ਦੀਨਾਂ ਨੂੰ ਵੀ ਪ੍ਰਤੀਪਾਲਦਾ ਹੈ। ਨਿਤ ਸੰਤ ਉਬਾਰ, ਸੰਤਾਂ ਨੂੰ ਉਬਾਰਦਾ ਹੈ। ਜਿਹੜੇ ਗਨੀਮਲ ਹੁੰਦੇ ਦੁਸ਼ਟ ਦੁਸ਼ਮਣ, ਉਹਨਾਂ ਨੂੰ ਗਾਲਦਾ ਹੈ। ਪਛ ਪਸ਼ੂ ਨਗ ਨਾਗ ਨਰਾਦ, ਪੰਛੀ ਪਸ਼ੂ ਪਹਾੜ ਸੱਪ ਨਰਾਂ ਦੇ ਦੇਵਤੇ ਸ੍ਰੇਸ਼ਟ ਮਨੁੱਖ, ਸਰਬ ਸਮੇਂ ਸਭ ਕੋ ਪ੍ਰਤਿਪਾਲ, ਹਰ ਸਮੇਂ ਸਾਰਿਆਂ ਦੀ ਪਾਲਣਾ ਕਰਦਾ ਹੈ। ਰੋਜ਼ੀ ਦਿੰਦਾ ਹੈ, ਭੋਜਨ ਦਿੰਦਾ ਹੈ,
सब दी प्रतिपालना करता। पोखत है जल में थल में पल में, कल के नहीं कर्म विचार। जल विच भी जीव है, उन्होंने भी पालदा है, थल पर भी है, एक पल दे विच हर एक पल विच उन्हां नूं पालन पोषण करदा है। उन्हां दे कर्मां नूं नहीं विचारदा। जे कर्मां नूं विचारन लग जाए फिर तो शायद रोजी भी ना दवे उन्होंने, जिकण आपां करदे बंदे। पर परमात्मा दी ये सिफत है, गुण इहो होर ना ही कोई। सब दे औगणां नूं देख रिहा, फिर भी उन्हां नूं रोजी दे रिहा। दीन दयाल दयानिध दोखन देखत है, पर देत ना हारे। ਇਹ ਸਾਧ ਸੰਗਤ ਜੀ ਅਨੁਪਰਾਸ ਅਲੰਕਾਰ ਹੈ, ਦੱਦਾ ਦੱਦਾ ਆ ਰਿਹਾ ਸਭ ਦੇ ਅੱਗੇ। ਦੀਨ ਦਇਆਲ ਦਇਆਨਿਧ ਦੋਖਨ ਦੇਖਤ ਹੈ, ਪਰ ਦੇਤ ਨਾ ਹਾਰ। ਉਹ ਗਰੀਬਾਂ ਦਾ ਦੇ ਉੱਪਰ ਦਇਆ ਕਰਨ ਵਾਲਾ, ਦਇਆ ਦਾ ਖਜ਼ਾਨਾ ਸਾਡੇ ਦੁੱਖਾਂ ਨੂੰ ਦੇਖ ਰਿਹਾ ਹੈ, ਸਾਡੇ ਔਗਣਾਂ ਨੂੰ ਦੇਖ ਰਿਹਾ ਹੈ, ਪਰ ਦੇਣ ਤੋਂ ਨਹੀਂ ਹਾਰਦਾ, ਹਟਦਾ। ਹਮੇਸ਼ਾ ਰੋਜ਼ੀ ਦੇਈ ਜਾਂਦਾ। ਅਸੀਂ ਕਿੰਨੇ ਵੀ ਭੈੜੇ ਹੋਈਏ ਅੰਦਰੋਂ, ਤਾਂ ਵੀ ਉਹ ਸਾਨੂੰ ਰੋਟੀ ਪਾਣੀ ਦਿੰਦਾ। ਦਾਤ ਹੈ ਦੁੱਖ ਦੋਖਨ ਕੋ, ਦਲ ਦੁਜਨ ਕੇ ਪਲ ਮੈਂ ਦਲ ਡਾਰੇ। ਦਾਤ ਹੁੰਦਾ ਹੈ ਸਾੜਨਾ, ਦੁੱਖਾਂ ਨੂੰ ਦੋਖ ਕਰਨ ਵਾਲੇ ਬੰਦਿਆਂ ਨੂੰ, ਜਿਹੜੇ ਦੁਖੀ ਹੁੰਦੇ ਉਹਨਾਂ ਨੂੰ ਸਾੜ ਦਿੰਦਾ ਹੈ। ਜਿਹੜੇ ਦੁਰਜਨ ਹੈ ਉਹਨਾਂ ਦੇ ਦਲਾਂ ਨੂੰ ਇੱਕ ਪਲ ਦੇ ਵਿੱਚ ਦਾਲ ਬਣਾ ਦਿੰਦਾ, ਮਲ ਦਿੰਦਾ, ਮਲੀਆ ਮੇਟ ਕਰ ਦਿੰਦਾ। ਆਪਣੇ ਸੰਤ ਨੂੰ ਉਵਾਰਦਾ ਹੈ। ਜਿਹੜੇ ਦੁਰਜਨ ਹੁੰਦੇ ਖੋਟੀ ਮੱਤ ਵਾਲੇ, ਉਹਨਾਂ ਨੂੰ ਡਿਸਟਰੋਏ ਕਰ ਦਿੰਦਾ। ਖੰਡ ਅਖੰਡ ਪ੍ਰਚੰਡ ਪਹਾਰਨ, ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੇ। ਜਿਹੜੇ ਬਹੁਤ ਜ਼ਿਆਦਾ ਬਲੀ ਹੁੰਦੇ, ਜਿਹੜੇ ਇਹਨੂੰ ਖੰਡਨ ਨਹੀਂ ਕਰਿਆ ਜਾ ਸਕਦਾ, ਬਹੁਤ ਪ੍ਰਚੰਡ ਹੁੰਦੇ, ਪ੍ਰਬਲ ਹੁੰਦੇ, ਉਹਨਾਂ ਨੂੰ ਵੀ ਡਿਸਟਰੋਏ ਕਰ ਦਿੰਦਾ। ਰਾਵਣ ਵਰਗੇ, ਕੈਰੋਂ ਵਰਗੇ ਸਾਰਿਆਂ ਨੂੰ ਨਾਸ਼ ਕਰ ਦਿੰਦਾ। ਪੂਰਨ ਪ੍ਰੇਮ ਕੀ ਪ੍ਰੀਤ ਸੰਭਾਲੇ। ਉਹਨੂੰ ਸਿਰਫ ਪ੍ਰੇਮ ਚੰਗਾ ਲੱਗਦਾ, ਪ੍ਰੇਮ ਸੰਭਾਲਦਾ। ਗੋਬਿੰਦ ਭਾਉ ਭਗਤ ਕਾ ਭੁੱਖਾ। ਬਾਕੀ ਉਹ ਕਿਸੇ ਨੂੰ ਨਹੀਂ ਸਮਝਦਾ। ਹੋਰ ਜਿਹੜੇ ਸੰਸਾਰ ਦੇ ਉੱਤੇ ਰੋਹਬ ਚਲਾਉਂਦੇ ਆ, ਕੁਕਰਮ ਕਰਦੇ ਆ ਔਰ ਜੀਵਾਂ ਨੂੰ ਦੁੱਖ ਦਿੰਦੇ, ਉਹਨਾਂ ਸਾਰਿਆਂ ਦਾ ਅੰਤ ਕਰਦਾ। ਸਾਰਾ ਕੁਝ ਉਹਦੇ ਹੁਕਮ 'ਚ ਹੋ ਰਿਹਾ। ਪ੍ਰੇਮ ਜਿਹੜੇ ਉਹਨੂੰ ਕਰਦੇ ਆ, ਉਹਨਾਂ ਨੂੰ ਉਹ ਸੰਭਾਲਦਾ। ਪਾਰ ਨਾ ਪਾਏ ਸਕੈ ਪਦਮਾਵਤ, ਵੇਦ ਕਤੇਬ ਅਭੇਦ ਉਚਾਰੈ। ਪਦਮਾ ਪਤੀ, ਪਦਮਕ ਹੁੰਦੀ ਹੈ ਆਪਣੀ ਮਾਇਆ, ਮਾਇਆ ਦਾ ਪਤੀ ਵਿਸ਼ਨੂੰ, ਪਦਮਾਵਤ ਵਿਸ਼ਨੂੰ ਨੂੰ ਕਹਿੰਦੇ। ਨਾ ਤਾਂ ਵਿਸ਼ਨੂੰ ਨੂੰ ਉਹਦਾ ਭੇਦ ਆਇਆ। ਸਾਧ ਸੰਗਤ ਜੀ, ਉਹ ਸਾਡਾ ਇੱਕ ਭਰਾ, ਸਾਡੇ ਉਹ ਵਿਸ਼ਨੂੰ ਦੇ 10 ਅਵਤਾਰ ਹੋਏ ਮੰਨਦੇ ਆ ਜਾਂ 24 ਅਵਤਾਰ ਹੋਏ ਮੰਨਦੇ ਆ, ਉਹਨੂੰ ਉਹ ਬੜਾ ਕਰਦੇ। ਲੇਕਿਨ ਗੁਰਮਤਿ ਵਿੱਚ ਐਸਾ ਕੁਛ ਵੀ ਨਹੀਂ ਹੈ। ਗੁਰਮਤਿ ਵਿੱਚ ਤਾਂ ਜਿਹੜਾ ਵਿਸ਼ਨੂੰ ਆ ਉਹ ਖੁਦ ਵੀ ਕਾਲ ਦੇ ਅੰਦਰ ਹੈ। ਇਹ ਫਰਮਾਇਆ ਗਿਆ। ਨਾ ਤਾਂ ਵਿਸ਼ਨੂੰ ਪਾਰ ਲੰਘਿਆ, ਨਾ ਸ਼ਿਵਾ ਲੰਘਿਆ। ਇਹਨਾਂ ਸਾਰਿਆਂ ਦਾ ਸਤਿਕਾਰ ਕਰਦੇ ਹੋਏ ਵੀ, ਕਿਉਂਕਿ ਦੂਜੇ ਫਿਰਕੇ ਦੇ ਰਹਿਬਰ ਨੇ, ਸਤਿਕਾਰ ਕਰਦੇ ਹੋਏ ਵੀ ਜੋ ਸੱਚਾਈ ਉਹ ਬਿਆਨ ਕਰੀਏ ਗੁਰਬਾਣੀ ਬਈ ਇਹ ਵੀ ਪਾਰ ਨਹੀਂ ਪਾ ਸਕੇ। ਤੇ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਪਰਮਾਤਮਾ ਇਹਨਾਂ ਦੇ ਤਿੰਨਾਂ ਨੂੰ ਦੇਖਦਾ, ਲੇਕਿਨ ਇਹਨਾਂ ਤਿੰਨਾਂ ਨੂੰ ਪਰਮਾਤਮਾ ਦਿਖਦਾ ਕੋਈ ਨਹੀਂ ਹੈ। ਅਸੀਂ ਇਹਨਾਂ ਨੂੰ ਪਰਮਾਤਮਾ ਸਮਝ ਰਹੇ ਹਾਂ। ਤਾਂ ਕੈਸੀ ਵਿਡੰਬਣਾ ਹੈ ਦੇਖੋ। ਵੇਦ ਕਤੇਬ ਅਭੇਦ ਉਚਾਰ। ਵੇਦ ਵੀ ਕਤੇਬ ਵੀ, ਜਿਹੜੀਆਂ ਪੱਛਮ ਦੀਆਂ ਪੁਸਤਕਾਂ ਹੈ, ਸਾਮੀ ਸੈਮਾਈਟਿਕ, ਉਹ ਵੀ ਇਹੀ ਕਹਿੰਦੀਆਂ ਵੀ ਉਹ ਅਭੇਦ ਹੈ। ਉਹਦੀ ਸਮਝ ਨਹੀਂ ਆਉਂਦੀ, ਉਹਦਾ ਭੇਦ ਨਹੀਂ ਕਿਸੇ ਨੇ ਪਾਇਆ। ਰੋਜੀ ਹੀ ਰਾਜ ਬਿਲੋਕਤ, ਰਾਜਕ ਰੋਖ ਰੂਹਾਨ ਕੀ ਰੋਜੀ ਨ ਟਾਰੇ। ਰੋਜੀ ਹੀ ਰਾਜ ਬਿਲੋਕਤ, ਰਾਜਕ ਉਹ ਸਾਡੇ ਜਿਹੜੇ ਰਾਜ ਹੈ, ਸੀਕ੍ਰੇਟਸ ਹੈ, ਉਹਨਾਂ ਨੂੰ ਦੇਖ ਰਿਹਾ ਅੰਦਰੋਂ ਬੈਠਾ, ਅੰਤਰਜਾਮੀ ਜੋ ਹੋਇਆ। ਰੋਜ਼ੀ ਦੇਣ ਵਾਲਾ ਰਾਜਕ ਉਹ ਸਾਡੇ ਅੰਦਰ, ਜਿਹੜੇ ਸਾਡੇ ਭੈਣ ਹੈ, ਛੁਪਾਏ ਹੋਏ ਰਾਜ ਹੈ, ਉਹਨਾਂ ਨੂੰ ਉਹ ਦੇਖ ਰਿਹਾ। ਦੁਨੀਆ ਨੂੰ ਜੇ ਨਹੀਂ ਵੀ ਦਿਖਦੇ ਜਾਂ ਘੱਟ ਦਿਖਦੇ ਆ, ਤਾਂ ਕਮ ਸੇ ਕਮ ਪਰਮਾਤਮਾ ਨੂੰ ਜ਼ਰੂਰ ਦੇਖਦੇ। ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਇਹ ਸਭ ਕੁਝ ਦੇਖਦੇ ਹੋਏ ਔਗਣਾਂ ਨੂੰ, ਫਿਰ ਵੀ ਉਹ ਜਿਹੜੀਆਂ ਆਕੀ ਰੂਹਾਂ ਹੈ, ਗੁੱਸੇ ਵਾਲੀਆਂ ਰੂਹਾਂ ਹੈ, ਉਹਨਾਂ ਦੀ ਰੋਜ਼ੀ ਨਹੀਂ ਟਾਲਦਾ। ਜਿਹੜੇ ਉਹਨੂੰ ਬੁਰਾ ਭਲਾ ਵੀ ਕਹਿੰਦੇ, ਸਾਕਤ ਵੀ ਹੈ, ਉਹਨੂੰ ਮੰਨਦੇ ਵੀ ਨਹੀਂ ਹੈ,
ਉਹਨਾਂ ਨੂੰ ਵੀ ਰੋਜ਼ੀ ਦਿੰਦਾ। ਕੀਟ ਪਤੰਗ ਕੁਰੰਗ ਭੁਜੰਗਮ, ਭੂਤ ਭਵਿੱਖ ਭਵਾਨ ਬਣਾਏ। ਕੀੜੇ ਪਤੰਗੇ, ਹਿਰਨ, ਸੱਪ, ਭੂਤ ਵਿੱਚ ਵੀ, ਹੁਣ ਵੀ ਤੇ ਭਵਿੱਖ ਵਿੱਚ ਵੀ, ਇਹਨਾਂ ਨੂੰ ਉਹ ਸਾਜਦਾ। ਦੇਵ ਅਦੇਵ ਖਪੇ ਅਹਮ ਮੇਲ, ਦੇਵਤੇ ਵੀ ਦੈਂਤ ਵੀ ਸਾਰੇ ਹਉਮੈ ਦੇ ਵਿੱਚ ਖਪਦੇ। ਨਾ ਭੇਵ ਲਖਿਓ ਭਰਮ ਸਿਉ ਪਰਮਾਏ, ਕਿਸੇ ਨੂੰ ਭੇਤ ਨਹੀਂ ਆਉਂਦਾ, ਨਾ ਦੇਵਤਿਆਂ ਨੂੰ ਨਾ ਦੈਂਤਾਂ ਨੂੰ, ਸਾਰੇ ਭਰਮ ਦੇ ਵਿੱਚ ਪਾਏ ਹੋਏ ਆ, ਤੈਂ ਡੁਐਲਟੀ ਦੇ ਵਿੱਚ ਪਾਏ ਹੋਏ ਆ, ਤੇਰਾ ਭੇਦ ਕਿਸੇ ਨੂੰ ਨਹੀਂ ਆ ਰਿਹਾ। ਵੇਦ ਪੁਰਾਨ ਕਤੇਬ ਕੁਰਾਨ, ਹਸੇਬ ਥੱਕੇ ਕਰ ਹਾਥ ਨਾ ਆਏ। ਵੇਦ ਵੀ, ਪੁਰਾਣਾ ਵੀ, ਕਿਤਾਬਾਂ ਵੀ, ਪੱਛਮ ਦੀਆਂ ਪੁਸਤਕਾਂ, ਕੁਰਾਨ ਸਭ ਹਿਸਾਬ ਲਾ ਲਾ ਕੇ ਥੱਕ ਗਏ, ਪਰ ਤੂੰ ਹੱਥ 'ਚ ਨਹੀਂ ਆਉਂਦਾ, ਕਿਸੇ ਦੇ ਪਕੜਿਆ ਨਹੀਂ ਜਾਂਦਾ। ਤੂੰ ਸਿਰਫ ਭਗਤਾਂ ਦੇ ਵੱਸ 'ਚ ਆਉਣਾ, ਹੋਰ ਕਿਸੇ ਦੇ ਨਹੀਂ ਆਉਂਦਾ, ਨਾ ਗਿਆਨੀਆਂ ਦੇ, ਨਾ ਵਿਦਵਾਨਾਂ ਦੇ, ਨਾ ਦਾਨੀਆਂ ਦੇ, ਨਾ ਕਰਮਕਾਂਡੀਆਂ ਦੇ। ਸਿਰਫ ਔਰ ਸਿਰਫ ਪ੍ਰੇਮਾ ਭਗਤੀ ਜਿਹੜੇ ਤੇਰੀ ਕਰਦੇ ਆ, ਜਿਹੜੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਤੇਰੇ ਅੱਗੇ ਵੀ ਸਭ ਕੁਛ ਤੂੰ ਹੀ ਹੈ, ਉਹਨਾਂ ਦੇ ਤੂੰ ਹੱਥ 'ਚ ਆਉਣਾ, ਉਹਨਾਂ ਦੇ ਵੱਸ 'ਚ, ਉਹਨਾਂ ਦੀ ਗੱਲ ਨੂੰ ਟਾਲ ਨਹੀਂ ਫਿਰ ਸਕਦਾ। ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾ ਪਤ ਪਾਏ। ਜਿੰਨਾ ਚਿਰ ਪੂਰਾ ਪ੍ਰੇਮ ਨਾ ਕੋਈ ਕਰੇ, ਪਰਮਾਤਮਾ ਵੱਲੋਂ ਉਹਨੂੰ ਪ੍ਰੇਮ ਨਾ ਮਿਲੇ, ਉਨਾ ਚਿਰ ਉਹ ਪਦਮਾਪਤੀ ਯਾਨੀ ਵਿਸ਼ਨੂੰ ਨੂੰ ਕਹਿੰਦੇ, ਪਰ ਇੱਥੇ ਪਰਮਾਤਮਾ ਖਾਤਰ ਵਰਤਿਆ ਗੁਰੂ ਸਾਹਿਬ ਨੇ। ਉਹ ਪਰਮਾਤਮਾ ਨੂੰ ਕਿੱਕਣ ਪਾਲੂਗਾ ਭਾਈ? ਗ੍ਰੇਸ ਦੇ ਨਾਲ, ਪੱਤ ਦੇ ਨਾਲ। ਪੱਤ ਇੱਜ਼ਤ ਵੀ ਹੁੰਦੀ ਹੈ, ਆਪਣੀ ਇੱਜ਼ਤ ਦੇ ਨਾਲ ਕਿਵੇਂ ਉਹ ਪਦਮਾਪਤ ਵਿਸ਼ਨੂੰ ਨੂੰ ਪਾਲੂਗਾ, ਯਾਨੀ ਪਰਮਾਤਮਾ ਨੂੰ ਪਾਲੂਗਾ, ਜਿੰਨਾ ਚਿਰ ਉਹ ਪੂਰਾ ਪ੍ਰੇਮ ਨਹੀਂ ਕਰਦਾ। ਸਾਚ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਬਾਤ ਦਾ ਆ ਰਹੀ ਹੈ। ਆਦ ਅਨੰਤ ਅਗਾਧ ਅਦਵੈਕ, ਉਹ ਆਦ ਤੋਂ ਹੈ, ਅਨੰਤ ਵੀ ਹੈ, ਅਗਾਧ ਵੀ ਹੈ, ਅਦਵੈਕ ਵੀ ਹੈ। ਰਾਗ ਦਵੈਕ ਸਾਧ ਸੰਗਤ ਜੀ ਦੋ ਹੁੰਦੇ ਆ। ਰਾਗ ਹੁੰਦਾ ਆਪਣੇ ਕਰੀਬੀਆਂ ਦਾ, ਆਪਣੇ ਨੇੜੇ ਦਿਆਂ ਦਾ, ਜਿਹਨੂੰ ਆਪਾਂ ਆਪਣੇ ਸਮਝਦੇ ਹੋਈਏ, ਉਹਨਾਂ ਨੂੰ ਨਜ਼ਰਅੰਦਾਜ਼ ਕਰ ਦੇਣਾ, ਉਹਨਾਂ ਦੇ ਦੁੱਖ, ਉਹਨਾਂ ਦੇ ਜਿਹੜੇ ਦੋਖ ਹੈ, ਅੰਨੇ ਵਾਹ ਉਹਨਾਂ ਨੂੰ ਚੰਗਾ ਕਹੀ ਜਾਣਾ। ਅਤੇ ਦੂਜੇ ਨੂੰ, ਚਾਹੇ ਉਹ ਚੰਗਾ ਵੀ ਹੋਵੇ, ਉਹਦੇ ਵਿੱਚ ਕੋਈ ਗੁਣ ਵੀ ਹੋਵੇ, ਉਹਨੂੰ ਮਾੜਾ ਕਹੀ ਜਾਣਾ, ਉਹਨੂੰ ਦਵੈਸ਼ ਕਹਿੰਦੇ ਆ। ਦਵੈਕ ਜਾਂ ਦਵੈਸ਼। ਦਵੈਤ ਸ਼ਬਦ ਹੋਰ ਹੈ, ਦਵੈਤ ਹੁੰਦਾ ਡੁਐਲਟੀ, ਅਦਵੈਕ ਵਨਨੈਸ, ਬਿਨਾਂ ਡੁਐਲਟੀ। ਇਹ ਸ਼ਬਦ ਹੈ ਦਵੈਸ਼ ਜਾਂ ਦਵੈਕ। ਇਹਦਾ ਮਤਲਬ ਹੁੰਦਾ ਅੰਦਰੋਂ ਅੰਦਰੀ ਖਾਰ ਖਾਣੀ, ਰਾਗ ਦਵੈਸ਼। ਸੋ ਭੂਤ ਭਵਿੱਖ ਭਵਾਨ ਆਵੈ ਹੈ। ਇਹ ਵਾਹਿਗੁਰੂ ਜੀ, ਤੂੰ ਆਦ ਅਨੰਤ ਅਗਾਧ ਵੀ ਹੈ, ਅਦਵੈਕ ਵੀ ਹੈ, ਭੂਤ ਭਵਿੱਖ ਭਵਾਨ, ਪਹਿਲਾਂ ਵੀ, ਆਉਣ ਵਾਲੇ ਸਮੇਂ 'ਚ ਵੀ, ਹੁਣ ਵੀ। ਤੂੰ ਨਿਡਰ ਹੈ, ਬੇਡਰ ਹੈ, ਤੈਨੂੰ ਕਿਸੇ ਦਾ ਡਰ ਨਹੀਂ। ਅੰਤ ਵਿਹੀਨ ਅਨਾਤਮ, ਆਪ ਅਦਾਗ ਅਦੋਖ ਅਛਿਦਰ ਅਛੈ ਹੈ। ਤੇਰਾ ਕੋਈ ਅੰਤ ਨਹੀਂ ਹੈ ਵਾਹਿਗੁਰੂ ਜੀਓ, ਤੂੰ ਅਨਾਤਮ ਹੈ, ਤੂੰ ਅਦਾਗ ਹੈ, ਤੂੰ ਅਦੋਖ ਹੈ, ਤੇਰੇ 'ਚ ਕੋਈ ਦੋਖ ਨਹੀਂ। ਅਛਿਦਰ, ਤੇਰੇ 'ਚ ਕੋਈ ਮੋਰੀ ਨਹੀਂ ਹੈ। ਛਿੱਦਰ ਕਹਿੰਦੇ ਛੇਕ ਨੂੰ, ਮੋਰੀ। ਅਛੈ ਹੈ, ਨਾਸ ਰਹਿਤ ਹੈ, ਅਵਿਨਾਸ਼ੀ। ਲੋਗਨ ਕੇ ਕਰਤਾ ਹਰਤਾ, ਜਲ ਮੈਂ ਥਲ ਮੈਂ ਭਰਤਾ। ਲੋਗਨ ਕੇ ਕਰਤਾ ਹਰਤਾ, ਜਲ ਮੈਂ ਥਲ ਮੈਂ ਭਰਤਾ। ਪ੍ਰਭ ਵੇ ਹੈ, ਪ੍ਰਭ ਵੈ ਹੈ। ਲੋਕਾਂ ਦਾ ਬਣਾਉਣ ਵਾਲਾ ਵੀ ਤੂੰ ਹੈ, ਉਹਨਾਂ ਨੂੰ ਮਾਰਨ ਵਾਲਾ ਵੀ ਤੂੰ ਹੈ, ਔਰ ਜਲ ਵਿੱਚ ਔਰ ਥਲ ਦੇ ਵਿੱਚ ਉਹਨਾਂ ਨੂੰ ਸਸਟੇਨ ਕਰਨ ਵਾਲਾ ਵੀ ਤੂੰ ਹੀ, ਭਰਨ ਵਾਲਾ, ਯਾਨੀ ਉਹਨਾਂ ਨੂੰ ਭੰਡਾਰ ਦੇਣ ਵਾਲਾ ਵੀ ਤੂੰ ਹੀ ਹੈ। ਇਹ ਵਾਹਿਗੁਰੂ ਜੀ ਸਭ ਤੇਰੀ ਉਹ ਸੱਤਾ ਹੈ। ਦੀਨ ਦਿਆਲ ਦਇਆ ਕਰ, ਸ਼੍ਰੀ ਪਦ ਸੁੰਦਰ ਸ਼੍ਰੀ ਪਦਮਾਵਤ ਇਹ ਹੈ। ਉਹ ਦੀਨ ਦਿਆਲ ਹੈ, ਦਇਆ ਦਾ ਭੰਡਾਰ ਹੈ, ਔਰ ਸੁੰਦਰ ਵੀ ਹੈ, ਬਿਊਟੀਫੁਲ ਹੈ, ਔਰ ਉਸੇ ਨੂੰ ਵਿਸ਼ਨੂੰ ਵੀ ਕਿਹਾ ਜਾਂਦਾ ਹੈ। ਪਦਮਾਵਤ ਇੱਥੇ ਪਰਮਾਤਮਾ ਖਾਤਰ ਸ਼ਬਦ ਆਇਆ ਹੋਇਆ ਸਾਧ ਸੰਗਤ ਜੀ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ।
ਨਾ ਤੈਨੂੰ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਤੈਨੂੰ ਕੋਈ ਰੋਗ ਹੈ, ਨਾ ਸੋਗ ਹੈ, ਨਾ ਤੂੰ ਭੋਗਦਾ ਹੈ, ਔਰ ਨਾ ਤੈਨੂੰ ਕੋਈ ਡਰ ਹੈ ਕਿਸੇ ਦਾ। ਸਾਰੇ ਹੀ ਗੁਣ ਤੇਰੇ, ਤੂੰ ਨਿਰਗੁਣ ਵੀ ਹੈ, ਤੂੰ ਸਰਗੁਣ ਵੀ ਹੈ। ਦੇਹ ਵਿਹੀਨ ਸਨੇਹ ਸਭੋ ਤਨ, ਨੇ ਵਿਰਕਤ ਅਗੇ ਅਛੈ। ਤੂੰ ਸਰੀਰ ਤੋਂ ਬਿਨਾਂ ਹੈ, ਤੇਰਾ ਕੋਈ ਸਰੀਰ ਨਹੀਂ ਹੈ, ਹਾਲਾਂਕਿ ਸਾਰੇ ਸਰੀਰ ਵੀ ਤੇਰੇ ਹੀ ਹੈ। ਤੇਰਾ ਇੱਕ ਵੀ ਸਰੀਰ ਨਹੀਂ, ਸਾਰੇ ਸਰੀਰ ਵੀ ਤੇਰੇ ਹੈ। ਸਨੇਹ ਸਭੈ ਤਨ, ਸਾਰੇ ਸਰੀਰਾਂ ਨੂੰ ਪਿਆਰ ਕਰਦਾ, ਪ੍ਰੇਮ ਕਰਦਾ, ਔਰ ਵਿਰਕਤ ਵੀ ਹੈ, ਡਿਟੈਚ ਰਹਿਣਾ ਹੈ। ਹਾਲਾਂਕਿ ਦੁਨੀਆ ਦੇ ਵਿੱਚ ਬੈਠਾ ਲੇਕਿਨ ਡਿਟੈਚ ਹੈ, ਤੇਰਾ ਕਿਸੇ ਦੇ ਨਾਲ ਕੋਈ ਲਗਾਓ ਨਹੀਂ। ਅੱਗੇ ਜਿਹਨੂੰ ਪਕੜਿਆ ਨਾ ਜਾ ਸਕੇ, ਅੱਛਾ ਹੈ ਜਿਹਦਾ ਨਾਸ ਨਹੀਂ ਹੈ। ਤੂੰ ਇਹ ਸਭ ਕੁਛ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੇਤ ਹੈ। जान को देत अजान को देत, जमीन को देत जमान को दे है। तूं सब नूं दन्ना, ਜਾਣਕਾਰਾਂ ਨੂੰ ਵੀ ਅਣਜਾਣਾਂ ਨੂੰ ਵੀ, ਔਰ ਜ਼ਮੀਨ ਨੂੰ ਵੀ ਅਸਮਾਨ ਨੂੰ ਵੀ। ਜ਼ਮਾਨ ਅਸਮਾਨ ਨੂੰ ਕਹਿੰਦੇ, ਸਭ ਨੂੰ ਤੂੰ ਦੰਨਾ ਭਰਦਾ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾਵਤ ਲੈ। ਪ੍ਰਾਣੀਆਂ ਤੂੰ ਕਾਹੇ ਡੋਲਣਾ, ਪ੍ਰਾਣੀਆਂ ਤੂੰ ਰੱਖੇਗਾ ਸਿਰਜਣਹਾਰ। ਤੂੰ ਕਾਹਤੇ ਡੋਲਣਾ, ਤੇਰੀ ਸੁਧ, ਤੇਰੀ ਖਬਰ ਵਾਹਿਗੁਰੂ ਜੀ ਜਿਹੜੇ ਬਹੁਤ ਸੁੰਦਰ ਹੈ ਉਹ ਰੱਖ ਰਿਹਾ। ਸਭ ਨੂੰ, ਸਭ ਦੇ ਉੱਪਰ ਉਹਦੀ ਨਜ਼ਰ ਹੈ, ਸਭ ਨੂੰ ਉਹ ਪਾਲਦਾ ਹੈ। ਤੂੰ ਕਾਹਤੇ ਚੱਕਰਾਂ 'ਚ ਪਿਆ ਹੋਇਆ, ਤੂੰ ਕਿਉਂ ਡਰਦਾ ਹੈ? ਜਦ ਸਾਡੇ ਸਿਰ ਦੇ ਉੱਤੇ ਸ੍ਰੀ ਵਾਹਿਗੁਰੂ ਜੀ ਹੈ ਤਾਂ ਸਾਨੂੰ ਡਰਨ ਦੀ ਲੋੜ ਨਹੀਂ। ਤੋ ਸਾਧ ਸੰਗਤ ਜੀ, ਇਹ ਤਾਂ ਅਸੀਂ ਅੱਜ ਦੇ 5 ਸਵਈਆਂ ਦੇ ਵਿਚਾਰ, 5 ਦੀ ਕੱਲ੍ਹ ਜਾਂ ਪਰਸੋਂ ਫਿਰ ਜਿਵੇਂ ਵੀ ਮਹਾਰਾਜ ਨੇ ਚਾਹਿਆ ਹੋ ਜਾਊ। ਅੱਜ ਆਪਾਂ ਥੋੜ੍ਹੀ ਜਿਹੀ ਵਿਚਾਰ ਗੁਰਮਤਿ ਬਨਾਮ ਗੁਰਬਾਣੀ ਦੀ ਕਰਨੀ। ਇਹ ਬਹੁਤ ਸਮਝਣ ਵਾਲਾ ਕਨਸੈਪਟ ਹੈ। ਭਾਵੇਂ ਕਿ ਜਿਹੜੇ ਬਿਗਨਰਸ ਹੈ, ਸ਼ੁਰੂਆਤੀ ਲੋਕ ਹੈ, ਸਾਥੀ ਹੈ, ਆਪਣੇ ਭਰਾਤਾ ਹੈ, ਉਹ ਇਹਨੂੰ ਸਮਝਣ 'ਚ ਉਕਾਈ ਕਰ ਰਹੇ। ਔਰ ਜਿਹੜੇ ਵਿਦਵਾਨ ਹੈ, ਸਿਰਫ ਅੱਖਰਾਂ ਨਾਲ ਜੁੜੇ ਹੋਏ ਹੈ, ਉਹ ਵੀ ਇਹਨੂੰ ਸਮਝਣ 'ਚ ਕੋਤਾਹੀ ਕਰ ਰਹੇ। ਬਹੁਤ ਜ਼ਰੂਰੀ ਹੈ ਇਹਦਾ ਗਿਆਨ ਹੋਣਾ। ਜੇ ਸਮਝ ਆ ਜਾਏ, ਆਉਣੀ ਤਾਂ ਹੀ ਹੈ ਜੇ ਗੁਰੂ ਮਹਾਰਾਜ ਸਾਡੀ ਮੈਂ ਘਟਾਊਗਾ। ਗੁਰਮਤਿ ਤੋਂ ਸਾਧ ਸੰਗਤ ਜੀ ਮੁਰਾਦ ਹੈ ਗੁਰੂਆਂ ਅਤੇ ਭਗਤਾਂ ਦਾ ਰੱਬ ਅਤੇ ਸੰਸਾਰ ਬਾਰੇ 'ਚ ਨਜ਼ਰੀਆ, ਪੁਆਇੰਟ ਆਫ ਵਿਊ। ਭਗਤਾਂ ਨੇ, ਗੁਰੂਆਂ ਨੇ ਰੱਬ ਨੂੰ, ਸੰਸਾਰ ਨੂੰ ਕਿਵੇਂ ਦੇਖਿਆ, ਇਹ ਗੁਰਮਤਿ ਹੈ। ਗੁਰਬਾਣੀ ਤੋਂ ਮਤਲਬ ਭਾਵ ਹੈ ਵੀ ਮਨੁੱਖ ਜਾਤੀ ਦੇ ਕਲਿਆਣ ਲਈ ਗੁਰਮਤਿ ਨੂੰ ਲਿਖਤ ਰੂਪ ਦਿੰਦਿਆਂ ਬਹੁਤ ਸਾਰੇ ਸਮਾਜਿਕ ਤੱਥਾਂ ਦਾ ਇਸ ਵਿੱਚ ਸ਼ਾਮਿਲ ਕਰਿਆ ਹੋਇਆ, ਤੱਥਾਂ ਨੂੰ ਸ਼ਾਮਿਲ ਕਰਿਆ ਹੋਇਆ। ਯਾਨੀ ਗੁਰਮਤਿ ਨੂੰ ਗੁਰਬਾਣੀ ਦੇ ਰੂਪ ਵਿੱਚ, ਲਿਖਤ ਰੂਪ ਵਿੱਚ ਕਰਨ ਖਾਤਰ ਇਹਦੇ 'ਚ ਬਹੁਤ ਸਾਰੇ ਸਮਾਜਿਕ ਤੱਥ ਦਿੱਤੇ ਹੋਏ ਜਿਹੜੇ ਕਿ ਗੁਰਮਤਿ ਵਿੱਚ ਹੈ ਨਹੀਂ। ਇਹ ਤੱਥ ਕਿਹੜੇ ਹੈ? ਗਿਆਨ, ਸਮਾਜਿਕ ਗਿਆਨ, ਵਿਗਿਆਨ, ਰਵਾਇਤੀ ਧਾਰਮਿਕ ਨਿਯਮ ਜਾਂ ਕਰਮ ਜਿਹੜੇ ਕਰੇ ਜਾਂਦੇ, ਮਿਥਿਹਾਸ, ਕਾਲਪਨਿਕ ਕਥਾਵਾਂ, ਮੁਹਾਵਰੇ, ਦੰਦ ਕਥਾਵਾਂ, ਅਲੰਕਾਰ, ਅਨਵੈ, ਇਹ ਸਾਰਾ ਕੁਛ ਸਮਾਜਿਕ ਤੱਥਾਂ ਵਿੱਚ ਆਉਂਦਾ ਹੈ। ਇਹ ਗੁਰਬਾਣੀ 'ਚ ਹੈਗੇ ਆ, ਗੁਰਮਤਿ ਵਿੱਚ ਹੈ ਨਹੀਂ। ਇਹਦੀ ਵਿਚਾਰ ਆਪਾਂ ਨੇ ਕਰਨੀ। ਹੁਣ ਦੇਖੋ ਸਾਧ ਸੰਗਤ ਜੀਓ, ਦੁਨਿਆਵੀ ਜਿਹੜਾ ਵਿੱਦਿਆ ਦਾ ਸਿਲੇਬਸ ਹੁੰਦਾ ਹੈ ਉਹਦੇ ਵਿੱਚ ਸਾਖੀਆਂ ਸ਼ਾਮਿਲ ਹੁੰਦੀਆਂ, ਕਿਉਂਕਿ ਬੱਚਿਆਂ ਦੀ ਸਮਝ ਛੋਟੀ ਹੁੰਦੀ ਹੈ। ਛੋਟੀਆਂ ਕਲਾਸਾਂ 'ਚ ਉਹਨਾਂ ਨੂੰ ਸਾਖੀਆਂ ਦੁਆਰਾ ਜਾਂ ਪੂਰਨੇ ਪਾ ਕੇ ਸਮਝਾਇਆ ਜਾਂਦਾ। ਬਾਅਦ ਵਿੱਚ ਫਿਰ ਉਹੀ ਬੰਦਾ ਬੜਾ ਹੋ ਕੇ PhDਆਂ ਕਰਦਾ ਹੈ, ਤਰ੍ਹਾਂ ਤਰ੍ਹਾਂ ਦੇ ਲੇਖ ਲਿਖਦਾ ਹੈ, ਕਿਤਾਬਾਂ ਲਿਖਦਾ ਹੈ, ਪਰ ਪਹਿਲਾਂ ਜ਼ਰੂਰ ਸਮਝਾਉਣਾ ਪੈਂਦਾ। ਤੋ ਗੁਰਬਾਣੀ ਦੇ ਵਿੱਚ ਇਹ ਸਾਖੀਆਂ ਹੈਗੀਆਂ ਨੇ। ਸਾਡਾ ਇਹਦਾ ਮਤਲਬ ਇਹ ਹੁੰਦਾ ਵੀ ਜਿਹੜਾ ਮੂਲ ਵਿਸ਼ਾ ਹੈ ਉਹ ਬੱਚੇ ਪਕੜ ਲੈਣ। ਹਾਇਰ ਕਲਾਸਾਂ ਦੀਆਂ ਸਾਖੀਆਂ ਵਿੱਚ ਜਾ ਕੇ ਸਾਖੀਆਂ ਦੀ ਅਣਹੋਂਦ ਹੋ ਜਾਂਦੀ ਹੈ, ਫਿਰ ਖਤਮ ਹੋ ਜਾਂਦੀਆਂ ਜਾਂ ਬਹੁਤ ਘੱਟ ਜਾਂਦੀਆਂ, ਕਿਉਂਕਿ ਫਿਰ ਸਮਝਾਉਣ ਦੀ ਲੋੜ ਐਕਣ ਨਹੀਂ ਪੈਂਦੀ, ਸਿੱਧਾ ਹੀ ਬੰਦਾ ਸਮਝ ਲੈਂਦਾ।
ਜਾਂ ਐਂ ਕਹਿ ਲਓ ਵੀ ਸੰਖੇਪ ਮਾਤਰ ਫਿਰ ਸਾਖੀ ਦੀ ਲੋੜ ਪੈਂਦੀ ਹੈ ਗੁਰਮਤਿ ਵਿੱਚ। ਇਹ ਜਿਹੜੀ ਯੁਕਤੀ ਹੈ ਇਹ ਧਾਰਮਿਕ ਗ੍ਰੰਥਾਂ 'ਚ ਮਿਲਦੀ ਹੈ ਸਾਖੀਆਂ ਵਾਲੀ। ਜਿਹੜੀ ਗੁਰਮਤਿ ਹੈ ਉਹ ਰੂਹਾਨੀਅਤ ਦਾ, ਨੂਰਾਨੀਅਤ ਦਾ ਸਿਰਮੌਰ ਪੜਾਅ ਹੈ। ਇਸ ਦੀ ਸੋਝੀ ਕਰਨ ਲਈ ਸਮਾਜਿਕ ਤੱਥਾਂ ਦੀ ਵਿਸਥਾਰ ਸਹਿਤ ਜਾਣਕਾਰੀ ਦੀ ਲੋੜ ਹੈ। ਗੁਰਬਾਣੀ ਕਿਉਂਕਿ ਗੁਰੂ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ, ਗੁਰਬਾਣੀ ਗੁਰੂ ਹੈ, ਇਹਦੇ ਵਿੱਚੋਂ ਗੁਰਮਤਿ ਪੈਦਾ ਹੋਣੀ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਗੁਰਮਤਿ ਦੇ ਵਿੱਚੋਂ ਗੁਰਬਾਣੀ ਟੋਲਣੀ ਹੈ ਜਾਂ ਗੁਰਮਤਿ ਦੇ ਰਾਹੀਂ ਗੁਰਬਾਣੀ ਦੀ ਖੋਜ ਕਰਨੀ, ਨਹੀਂ। ਗੁਰਬਾਣੀ ਪਹਿਲਾਂ ਹੈ, ਗੁਰਬਾਣੀ ਤੋਂ ਗੁਰਮਤਿ ਵੱਲ ਨੂੰ ਚੱਲਣਾ। ਇਹ ਚੀਜ਼ ਦੀ ਨਾ ਸਮਝੀ ਕਰਕੇ ਬਹੁਤ ਵਾਰੀ ਫਿਰ ਸ਼ੰਕਾ ਪੈਦਾ ਹੁੰਦਾ, ਕਿਉਂਕਿ ਗੁਰਬਾਣੀ 'ਚ ਦੋਨੋਂ ਪੱਖ ਆ ਜਾਂਦੇ। ਸਮਾਜਿਕ ਤਾਣੇ ਬਾਣੇ ਦਾ ਜ਼ਿਕਰ ਵੀ ਹੈਗਾ, ਦਲੀਲਾਂ ਤਰਕ ਵੀ ਹੈ, ਤੇ ਗੁਰਮਤਿ ਵੀ ਹੈ। ਗੁਰਮਤਿ ਵਿੱਚ ਬਿਲਕੁਲ ਤਰਕ ਨਹੀਂ ਹੁੰਦਾ, ਗੁਰਮਤਿ ਵਿੱਚ ਭਾਵਨਾ ਹੁੰਦੀ। ਗੁਰਬਾਣੀ ਵਿੱਚ ਇਹ ਤਰਕ ਦਿੱਤੇ ਹੋਏ, ਹਰ ਇੱਕ ਧਰਮ ਦੇ ਖਿਆਲ ਦੇ ਕੇ ਉਹਨਾਂ ਦਾ ਕਿਤੇ ਖੰਡਨ ਵੀ ਕਰਿਆ ਹੋਇਆ, ਕਿਤੇ ਮੰਡਨ ਕਰਿਆ ਹੋਇਆ। ਤੋ ਆਪਾਂ ਇਹਨੂੰ ਸਮਝਣ ਖਾਤਰ ਇਸ ਤਰ੍ਹਾਂ ਲੈ ਲਈਏ ਬਾਤ ਨੂੰ, ਜਿਵੇਂ ਸੱਤੇ ਬਲਵੰਡ ਦੀ ਵਾਰ ਹੈ, ਉਹਦੀਆਂ 8 ਪੌੜੀਆਂ ਹੈ। ਪਹਿਲੀਆਂ 6 ਪੌੜੀਆਂ ਵਿੱਚ ਗੁਰੂ ਅੰਗਦ ਦੇਵ ਜੀ ਔਰ ਗੁਰੂ ਅਮਰਦਾਸ ਜੀ, ਉਹਨਾਂ ਦੇ ਬਾਰੇ 'ਚ ਜ਼ਿਆਦਾ ਜ਼ਿਕਰ ਹੈ, ਔਰ ਉਹਨਾਂ ਦੀ ਘਾਲਣੇ ਦਾ ਜ਼ਿਕਰ ਹੈ। ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਗੁਰੂ ਅੰਗਦ ਦੇਵ ਜੀ ਬਾਰੇ ਜੋ ਕੁਛ ਉਹਨਾਂ ਨੇ ਕੀਤਾ ਹੈ, ਗੁਰੂ ਅੰਗਦ ਦੇਵ ਜੀ ਔਰ ਗੁਰੂ ਅਮਰਦਾਸ ਜੀ ਨੇ ਉਹਦਾ ਜ਼ਿਕਰ ਕਰਿਆ ਹੋਇਆ। ਹਾਲਾਂਕਿ ਜਿਹੜੀਆਂ ਅਗਲੀਆਂ 2 ਪੌੜੀਆਂ ਫਿਰ ਉਹਨਾਂ ਦੇ ਵਿੱਚ ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਘਾਲਣਾ ਦਾ ਕੋਈ ਜ਼ਿਕਰ ਨਹੀਂ ਹੈ। ਸਿਰਫ ਉਹਨਾਂ ਦਾ ਨੇ ਗੁਰਮਤਿ ਨੂੰ ਪ੍ਰਗਟ ਕਰਿਆ। ਗੁਰਮਤਿ ਦੇ ਵਿੱਚ ਕੇਵਲ ਜੋ ਕੁਛ ਕਰ ਰਿਹਾ ਸੋ ਤੂੰ ਕਰ ਰਿਹਾ, ਬੰਦੇ ਦੇ ਕਰਨ ਦਾ ਕੁਝ ਮਤਲਬ ਨਹੀਂ ਹੈ। ਹਾਲਾਂਕਿ ਬੰਦੇ ਦੇ ਕਰਨ ਦਾ ਪਹਿਲੀਆਂ ਅਵਸਥਾ 'ਚ ਮਤਲਬ ਹੈ, ਜਿਹੜਾ ਗੁਰਬਾਣੀ ਸਾਨੂੰ ਸਮਝਾਉਂਦੀ ਹੈ। ਚਰਨ ਸਰਣ ਗੁਰੇਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ। ਤੋ ਜਿਹੜਾ ਇੱਕ ਕਦਮ ਚੱਲਣਾ ਹੈ ਉਹ ਗੁਰਬਾਣੀ ਸਾਨੂੰ ਸਮਝਾਉਂਦੀ ਹੈ। ਮੁੱਢਲੀ ਵਿਦਿਆ ਜਿਹੜੀ ਰੂਹਾਨੀਅਤ ਦੀ, ਗੁਰਮਤਿ ਉਸ ਤੋਂ ਅੱਗੇ ਤੋਰਦੀ ਹੈ ਫਿਰ ਵੀ ਇਹ ਸਭ ਕੁਝ ਛੱਡਦੇ ਹੋਏ ਬਸ ਉਹਦੇ ਹੋ ਜਾਓ, ਭਾਵਨਾ ਲਿਆਓ, ਉਹਦੇ ਪ੍ਰਤੀ ਸਤਿਕਾਰ ਬਣਾ ਲਓ, ਪ੍ਰੇਮ ਬਣਾ ਲਓ, ਤਰਕ ਨੂੰ ਛੱਡ ਦਿਓ। ਹਾਲਾਂਕਿ ਗੁਰਬਾਣੀ ਦੇ ਵਿੱਚ ਇਹ ਤਰਕ ਦਿੱਤੇ ਹੋਏ ਸਾਰੇ। ਦੇਖੋ ਗੁਰੂ ਅਮਰਦਾਸ ਜੀ ਬਾਰੇ ਜ਼ਿਕਰ ਹੈ ਸੱਤੇ ਬਲਵੰਡ ਦੀ ਵਾਰ 'ਚ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ, 14 ਰਤਨ ਨਿਕਾਲਿਅਨ ਕੀਰਤਨ ਚਨਾ। ਇੱਥੇ ਗੁਰੂ ਅਮਰਦਾਸ ਜੀ ਨੂੰ ਵਡਿਆਈ ਦਿੱਤੀ ਹੈ, ਪਹਿਲਾਂ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਹੈ। ਜਦ ਕਿ ਜਿਹੜੀਆਂ ਪਿਛਲੀਆਂ 2 ਪੌੜੀਆਂ ਉਹਨਾਂ ਦੇ ਵਿੱਚ ਵਡਿਆਈ ਕੇਵਲ ਪਰਮਾਤਮਾ ਦੀ ਕਰੀ। ਹਾਲਾਂਕਿ ਘਾਲਣਾ ਤਾਂ ਧੰਨ ਗੁਰੂ ਰਾਮਦਾਸ ਜੀ ਨੇ ਔਰ ਗੁਰੂ ਅਰਜਨ ਦੇਵ ਜੀ ਨੇ ਵੀ ਬਹੁਤ ਕਰੀ ਹੈ, ਘਾਲੀ ਹੈ, ਪਰ ਵਡਿਆਈ ਗੁਰਮਤਿ ਨੂੰ, ਪਰਮਾਤਮਾ ਨੂੰ ਦਿੱਤੀ ਹੈ। ਗੁਰਮਤਿ ਦੇ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਕਰਿਆ ਵੀ ਉਹਨਾਂ ਨੇ ਘਾਲਣਾ ਘਾਲੀ ਹੈ। ਇਹ ਇੱਕ ਸੰਕੇਤ ਹੈ। ਗੁਰਬਾਣੀ ਪਹਿਲੀਆਂ 6 ਪੌੜੀਆਂ, ਗੁਰਬਾਣੀ 'ਚੋਂ ਪੈਦਾ ਹੋਈ ਗੁਰਮਤਿ ਅਗਲੀਆਂ 2 ਪੌੜੀਆਂ। ਇਹ ਬਹੁਤ ਬਰੀਕ ਬਾਤ ਹੈ, ਸਮਝਣ ਵਾਲੀ ਹੈ। ਜੇ ਥੋੜਾ ਜਿਹਾ ਵੀ ਧਿਆਨ ਲਗਾਵੇ ਸਿੱਖ ਤਾਂ ਸਮਝ ਵੀ ਆ ਜਾਂਦੀ ਹੈ। ਤੋ ਸਾਧ ਸੰਗਤ ਜੀਓ, ਜਿਹੜੀਆਂ 6 ਪੌੜੀਆਂ ਪਹਿਲੀਆਂ ਸੱਤੇ ਬਲਵੰਡ ਦੀਆਂ, ਹੋਰ ਵਿਚਾਰਾਂ ਵੀ ਆਉਂਗੀਆਂ ਤਾਂ ਸ਼ੁਰੂਆਤ ਹੈ ਜੇ, ਉਹਨਾਂ ਦੇ ਵਿੱਚ ਜਿਹੜਾ ਗੁਰੂ ਦੁਆਰਾ, ਸਤ ਸੰਗਤ ਦੁਆਰਾ ਜਿਹੜੀ ਗੁਰਮਤਿ ਪੈਦਾ ਹੁੰਦੀ ਹੈ ਉਹਦਾ ਜ਼ਿਕਰ ਨਹੀਂ ਹੈ। ਕੇਵਲ ਗੁਰੂ ਅੰਗਦ ਦੇਵ ਜੀ ਔਰ ਗੁਰੂ ਅਮਰਦਾਸ ਜੀ, ਉਹਨਾਂ ਦੀ ਘਾਲਣਾ ਦਾ ਜ਼ਿਕਰ ਹੈ। ਇੱਥੋਂ ਫਿਰ ਹੋ ਸਕਦਾ ਬੰਦੇ ਨੂੰ ਕੁਝ ਸੰਦੇਹ ਜਾਵੇ ਵੀ ਬੰਦੇ ਦੇ ਹੱਥ 'ਚ ਹੈ ਕੁਛ। ਅਸਲ 'ਚ ਬੰਦੇ ਦੇ ਹੱਥ 'ਚ ਕੁਝ ਵੀ ਨਹੀਂ ਹੈ। ਅਲਟੀਮੇਟਲੀ ਗੁਰਮਤਿ ਪ੍ਰਵੇਲ ਕਰਦੀ ਹੈ ਫਿਰ ਗੁਰਬਾਣੀ 'ਚੋਂ ਜਿਹੜੀ ਪੈਦਾ ਹੁੰਦੀ ਹੈ। ਇਹ 2 ਚੀਜ਼ਾਂ ਨਜ਼ਰ ਆਉਂਦੀਆਂ, ਵਿਭਿੰਨਤਾ ਨਜ਼ਰ ਆਉਂਦੀ ਹੈ। ਇਸੇ ਕਰਕੇ ਸਿੱਖ ਨੂੰ ਸਮਝ ਨਹੀਂ ਆਉਂਦੀ ਗੁਰਬਾਣੀ ਦੀ, ਵੀ ਕਿਤੇ ਕੁਛ ਕਹਿ ਦਿੰਦੀ ਹੈ, ਕਿਤੇ ਕੁਛ ਕਹਿੰਦੀ ਹੈ। ਇਸ ਤਰ੍ਹਾਂ ਸੋਚਦਾ ਬੰਦਾ। ਅਸਲ 'ਚ ਗੱਲ ਇੱਦਾਂ ਨਹੀਂ ਹੈ, ਅਵਸਥਾ ਅਲੱਗ-ਅਲੱਗ ਹੈ। ਜੇ ਪਹਿਲੀ ਕਲਾਸ ਵਾਲਾ ਬੰਦਾ 5ਵੀਂ ਜਾਂ 10ਵੀਂ ਵਾਲੇ ਦਾ ਮੁਕਾਬਲਾ ਕਰੇ, ਉਹ ਗੱਲ ਬਣਨੀ ਓ ਨਹੀਂ। ਪਹਿਲੇ ਖਿਆਲ ਹੋਰ ਹੈ, ਫਿਰ ਬਾਅਦ 'ਚ ਖਿਆਲ ਹੋਰ ਹੋ ਜਾਂਦਾ,
क्योंकि ਇਹਦੇ ਵਿੱਚ शुरुआत पहली तो ही होनी है, शुरुआत गुरबाणी तो होनी है ते पैदा होनी है गुरमत। ये दो चीज़ां ने। ਹੁਣ देखो चौथे और पंजवें ਦੇ ਵਿੱਚ ਜਿਹੜੀ ਵਾਰ है ਉਹਦੇ 'ਚ क्या लिखिया, सिखी ਅਤੇ संगति पार ब्रह्म कर नमस्कारिया। सिखा ने संगत ने गुरु रामदास जी ਨੂੰ पार ब्रह्म समझ के नमस्कारिया, यानी परमात्मा समझ के। और पंजवीं वार ਦੇ ਵਿੱਚ नहीं, पंजवें बारे 'ਚ ਇਹ लिखिया गया इन्हां दोए वारां 'ਚ बार ਦੀਆਂ पौड़ियां 'ਚ, आपे पट्टी कलम आप आप लिखण हारा हो। हालांकि लिखण वाले पंजवें पातशाह हैं, गुरबाणी के रचयिता हैं, संपादक हैं, पर सेरा किहनूं दे रहे हैं? परमात्मा नूं। आपे पट्टी कलम आप लिखण हारा हो। जिवें पहला जिहड़ा सेरा वो दिता गुरु अंगद देव जी नूं या गुरु अमरदास जी नूं, अगलियां दो जिहड़ियां लास्ट पौड़ियां उन्हां दे विच परमात्मा नूं सेरा दिता गया। ये गुरमत है। तो पहलियां जिहड़ियां दो पौड़ियां है उन्हां दे विच गुरु धन गुरु अंगद देव जी और गुरु अमरदास जी नूं रब दा रूप नहीं कहा गया, उन्हां दी घालना दा जिक्र भी उन्हां ने घालना घाल ली। उन्हां दी सफलता दे पिछे उन्हां दी अपनी कमाई दिस रही है। लेकिन जिहड़े अगे हैं फिर गुरु धन गुरु रामदास जी और गुरु अर्जन देव जी, उन्हां दी सफलता दे पिछे परमात्मा दा हथ लिखिया होया, उन्हां दा जिक्र नहीं आउंदा। सिख ने गुरबाणी राही गुरमत वल वधना। पहला पड़ाव गुरबाणी है, दूजा जिहड़ा सिरमौर पड़ाव है वो गुरमत है। ये सर्वोत्तम है। जिन्नियां भी लमेरियां बाणियां जिवें जपजी साहब है, आनंद साहब है, इन्हां सब दे पिछलियां जिहड़ियां पौड़ियां हुंदियां उन्हां दे विच गुरमत हुंदी है। पहलां गुरबाणी ने एक्सप्लेन करी है सारी गल, बाद विच गुरमत दा ख्याल आउंदा। रहाओ आउंदा गुरबाणी च 25 शब्दां दे विच 2 वारी रहाओ आउंदा है। पहला रहाओ फिर रहाओ दूजा। पहले रहाओ दे विच सवाल हुंदा है, दूजे रहाओ दे विच जवाब आउंदा है। साध संगत और 2657 शब्दां दे विच कल्ला रहाओ आउंदा। जिहड़ी दुनियावी विद्या है उहदे च पहली जमात विच दूजी जमात दा जिहड़ा सिलेबस है वो सहयोग नहीं करता कदे भी, क्योंकि दूजे वाले दा लोड़ नहीं पैंदी, पहली ना वो समझ सकदा। पर ये विडंबना है गुरमत विच, यानी सिख धर्म दे खास करके गुरबाणी च जिहड़ी रूहानी विद्या है ਉਹਦੀ ਜਿਹੜੀ ਪਹਿਲੀ ਕਲਾਸ ਹੈ ਉਹਨੂੰ ਸਮਝਣ ਖਾਤਰ ਅਗਲਾ ਪੜਾਅ ਹੈ ਜਿਹੜਾ ਗੁਰਮਤ ਦਾ, ਉਹ ਵੀ ਨਾਲ ਯੋਗਦਾਨ ਕਰ ਰਿਹਾ ਹੁੰਦਾ ਹੈ। ਗੁਰਬਾਣੀ ਨੂੰ ਸਮਝਣ ਖਾਤਰ ਗੁਰਮਤ ਦੇ ਨਾਲ ਚੱਲਦੀ ਹੈ। ਇੱਥੇ ਫਿਰ ਬੰਦੇ ਨੂੰ ਮਨ ਵਿੱਚ ਦਵੰਦ ਪੈਦਾ ਹੋ ਜਾਂਦਾ ਵੀ ਇਹ ਗੱਲ ਕੀ ਹੈ। ਜਿਹੜਾ ਦੁਨਿਆਵੀ ਵਿਦਿਆ ਹੈ ਪਹਿਲੀ ਕਲਾਸ ਵਾਲੇ ਬੱਚੇ ਨੂੰ ਕੋਈ ਦਵੰਦ ਨਹੀਂ ਆਊਗਾ, ਉਹਨੂੰ ਉਹੀ ਕੁਝ ਦਿੱਤਾ ਜਾ ਰਿਹਾ ਜੋ ਉਹ ਸਮਝ ਸਕਦਾ ਹੈ। ਦੂਜੀ ਜਾਂ ਪੰਜਵੀਂ ਕਲਾਸ ਦਾ ਸਿਲੇਬਸ ਉਹਨੂੰ ਕੋਈ ਨਹੀਂ ਸਮਝਾਇਆ ਜਾਂਦਾ। लेकिन रूहानियत दे विच गुरमत नाल दी नाल चलदी है गुरबाणी दे, तो दोहां दे विच कुछ विभिन्नता नज़र आउंदी है। फिर उहदे करके ये फिर मन दे विच ख्याल पैदा हुंदा भी ये मतलब क्या है। अगे विचार करदे हां आपां इस गल दी। होर जे आपां दूजे पड़ाਅ दी विचार नूं ना रखीए, पहले पड़ाਅ नाल गुरबाणी नाल गुरमत नूं ना रखीए, तां फिर ਜਿਹੜਾ खुद की कमाई का महत्व है वो जगह ले लूगा। जिमें गुरु अंगद देव जी और गुरु अमरदास जी ने घालना घाली है, समुंदर बरोलिया है, मर्दां वाली घाल घाली है, फिर वो खुद नूं महत्व ले लूगा। फिर जिहड़ी परमात्मा की नज़र या संगत की जिहड़ी वडियाई है वो नहीं आउणी विच। वो जे नाल गुरमत चलती रहूगी फिर समझ आऊगी भी ये एक पड़ाਅ है ते गुरमत अगला पड़ाਅ। इस करके जो कुछ भी करता है गुरमत अनुसार वो परमात्मा करता है। तो फिर गुरबाणी दे च प्रेरणा क्यों आ रही है भी आए करो, नाम जपो, संगत भी जाओ, ये प्रेरणा क्यों दिती हुई है जे सब कुछ परमात्मा ही करता। ये सवाल है जिहड़ा सिख दे हिरदे च उठदा है, हर प्राणी मात्र दे उठदा है। ये दोनों पड़ावां नूं गुरबाणी और गुरमत नूं ना समझण करके
ਆਪਾਂ ਜਿਹੜੇ ਸਿੱਖ ਵਿਦਵਾਨ ਵੀ ਹੈ, ਅਸੀਂ ਗੁਰਬਾਣੀ ਨੂੰ ਤਾਂ ਸਮਝਦੇ ਹਾਂ, ਅੱਖਰਾਂ ਨੂੰ ਸਮਝਦੇ ਹਾਂ, ਲੇਕਿਨ ਗੁਰਮਤਿ ਤੋਂ ਅਣਜਾਣ ਹੈ। ਹੁਣ ਕਿਵੇਂ ਅਣਜਾਣ ਹੈ? ਦੇਖੋ, ਗੁਰਬਾਣੀ ਸਭ ਕੁਛ ਹੈ, ਲੇਕਿਨ ਗੁਰਬਾਣੀ 'ਚ ਕਿਤੇ ਜ਼ਿਕਰ ਨਹੀਂ ਆਉਂਦਾ ਵੀ ਤੁਸੀਂ ਖੰਡੇ ਬਾਟੇ ਦੀ ਪਹੁਲ ਛਕਣੀ। ਗੁਰਮਤਿ ਵਿੱਚ ਹੈ ਇਹ ਗੁਰਮਤਿ ਨਾਲ ਦੀ ਨਾਲ ਚੱਲਣੀ ਹੈ। ਫਿਰ ਕਈ ਵਿਦਵਾਨ ਜਿਹੜੇ ਵੈਸੇ ਗੁਰੂ ਨਾਲ ਜੁੜੇ ਹੋਏ ਨਹੀਂ ਹੈ, ਕੇਸ ਵੀ ਕਰਦੇ ਹੈ, ਹੋਰ ਵੀ ਇਸ ਤਰ੍ਹਾਂ ਦੀਆਂ ਬਾਤਾਂ ਕਰਦੇ ਜਿਹੜੀਆਂ ਗੁਰਮਤਿ ਨਹੀਂ ਹੈ। ਉਹ ਪੜ੍ਹਦੇ ਗੁਰਬਾਣੀ ਨੂੰ ਹੈ ਪ੍ਰੇਮ ਨਾਲ, ਉਹਨਾਂ ਨੂੰ ਇਹ ਫਿਰ ਖਿਆਲ ਪੈਦਾ ਹੋ ਜਾਂਦਾ ਵੀ ਨਹੀਂ, ਖੰਡੇ ਬਾਟੇ ਦੀ ਪਹੁਲ ਦੀ ਕੋਈ ਲੋੜ ਨਹੀਂ, ਜਦ ਬਾਣੀ 'ਚ ਨਹੀਂ ਆਉਂਦਾ, ਗੁਰਬਾਣੀ 'ਚ ਕਿਤੇ ਨਹੀਂ ਆਉਂਦਾ। ਬਸ ਇਹ ਹੈ ਜਿਹੜਾ ਫਿਰ ਗੜਬੜ ਹੁੰਦੀ ਹੈ ਮਨ ਵਿੱਚ। ਸਾਹਿਬਜ਼ਾਦਿਆਂ ਦੀਆਂ ਬਾਬਾ ਦੀਪ ਸਿੰਘ ਜੀ, ਭਾਈ ਮਤੀ ਦਾਸ ਜੀ, ਮਨੀ ਸਿੰਘ ਜੀ, ਇਹਨਾਂ ਦੀਆਂ ਸ਼ਹੀਦੀਆਂ ਕਿਤੇ ਨਹੀਂ ਆਉਂਦੀਆਂ ਗੁਰਬਾਣੀ 'ਚ। ਗੁਰਮਤਿ ਵਿੱਚ ਹੈ, ਇਤਿਹਾਸ ਵਿੱਚ ਹੈ। ਤੋ ਗੁਰਬਾਣੀ ਨੂੰ ਸਮਝਣ ਖਾਤਰ ਗੁਰਮਤਿ ਨੂੰ ਛੱਡਿਆ ਜਾ ਹੀ ਨਹੀਂ ਸਕਦਾ ਕਦੇ। ਹਾਲਾਂਕਿ ਗੁਰਮਤਿ ਗੁਰਬਾਣੀ 'ਚੋਂ ਪੈਦਾ ਹੋਈ ਹੈ, ਲੇਕਿਨ ਉਹ ਸਮਝਣਾ, ਉਹਨੂੰ ਉਹ ਗੁਰੂ ਸਾਹਿਬਾਨਾਂ ਨੇ 239 ਸਾਲ ਆਪ ਜਿਉਂ ਕੇ ਉਸ ਤਰ੍ਹਾਂ ਸਾਨੂੰ ਦੱਸਿਆ ਕਰ। ਸਾਰੀ ਗੁਰਬਾਣੀ ਬੰਦੇ ਨੂੰ ਨੀਵਾਂ ਕਰਦੀ ਹੈ ਵੀ ਨੀਵਾਂ ਹੋ ਜਾ, ਨੀਵਾਂ ਹੋ ਜਾ, ਉਚਾਈ ਛੱਡ ਦੇ। ਲੇਕਿਨ ਗੁਰੂ ਸਾਹਿਬ ਦਾ ਜਿੰਨਾ ਵੀ ਇਤਿਹਾਸ ਹੈ, ਖਾਸ ਕਰਕੇ 6ਵੇਂ ਦਾ, 9ਵੇਂ ਦਾ ਅਤੇ 10ਵੇਂ ਦਾ, ਉਹ ਸਾਰਾ ਹੀ ਜੰਗਾਂ ਯੁੱਧਾਂ 'ਚ ਲੰਘਿਆ। ਗੁਰਬਾਣੀ ਤਾਂ ਕਿਤੇ ਨਹੀਂ ਗੱਲ ਆਉਂਦੀ ਵੀ ਸ੍ਰੀ ਸਾਹਿਬ ਉਠਾ ਲਓ। ਇੰਨਾ ਕੁ ਜ਼ਰੂਰ ਆਉਂਦਾ ਵੀ ਭੈ ਕਾਹੂ ਕੋ ਦੇ ਦੇਣਾ ਨਹਿ ਭੈ ਮਨ ਤਾਨ, ਲੇਕਿਨ ਐਕਣ ਜ਼ਿਕਰ ਨਹੀਂ ਆਉਂਦਾ 1430 ਅੰਗਾਂ 'ਚ ਵੀ ਚੱਕ ਲਓ ਸ੍ਰੀ ਸਾਹਿਬ। ਜਦ ਕਿ ਗੁਰਮਤਿ ਵਿੱਚ ਚੱਕੀ ਹੋਈ ਉਹ ਸ੍ਰੀ ਸਾਹਿਬ, ਦਸ਼ਮੇਸ਼ ਜੀ ਦੀ ਸਾਰੀ ਜ਼ਿੰਦਗੀ ਸ੍ਰੀ ਸਾਹਿਬ ਪਕੜ ਕੇ ਲੰਘੀ। ਸਾਨੂੰ ਵੀ ਹੁਕਮ ਕਰਿਆ ਵੀ ਸ੍ਰੀ ਸਾਹਿਬ ਰੱਖੋ। ਤੋ ਇਹ ਗੁਰਮਤਿ ਹੈ ਜਿਹੜੀ, ਇਹ ਗੁਰਬਾਣੀ ਦੇ ਨਾਲ ਚੱਲਣੀ ਚਾਹੀਦੀ ਹੈ, ਗੁਰਬਾਣੀ 'ਚੋਂ ਹੀ ਪੈਦਾ ਹੋਈ ਹੈ। ਪਰ ਇਹਨੂੰ ਜਿੰਨਾ ਚਿਰ ਆਪਾਂ ਸਮਝਦੇ ਨਹੀਂ, ਇਕੱਲੀ ਗੁਰਬਾਣੀ ਨਾਲ ਫਿਰ ਸਾਡਾ ਦੀ ਜਿਹੜੀ ਅੰਤਰੀਵ ਭਾਵ ਹੈ ਉਹਨਾਂ ਦੀ ਸਮਝ ਨਹੀਂ ਆਉਂਦੀ ਬੰਦੇ ਨੂੰ ਕਦੇ। ਦੇਖੋ ਸਾਧ ਸੰਗਤ ਜੀ, ਹੋਰ ਐਕਸਪਲੇਨ ਕਰੀਏ ਇਸ ਨੁਕਤੇ ਨੂੰ। ਜਿੰਨੀਆਂ ਵੀ ਵਾਰਾਂ ਹੈ ਉਹਨਾਂ ਵਿੱਚੋਂ ਕਈ ਵਾਰਾਂ ਦੇ ਨਾਲ, ਬਲਕਿ ਸਾਰੀਆਂ ਵਾਰਾਂ ਦੇ ਨਾਲ ਜਿੱਥੇ ਜਿੱਥੇ ਵੀ ਸ਼ਲੋਕ ਆਉਂਦੇ ਉਹ ਪੰਜਵੇਂ ਪਾਤਸ਼ਾਹ ਨੇ ਸ਼ਾਮਿਲ ਕਰੇ। ਪਹਿਲਾਂ ਨਹੀਂ ਸੀ ਹੁੰਦੇ ਸ਼ਲੋਕ। ਔਰ ਮਲ੍ਹਾਰ ਕੀ ਵਾਰ, ਸਾਰੰਗ ਕੀ ਵਾਰ, ਇਹਨਾਂ ਵਾਰਾਂ ਦੇ ਵਿੱਚ ਪਿੱਛੋਂ ਜਾ ਕੇ ਪੰਜਵੇਂ ਪਾਤਸ਼ਾਹ ਨੇ ਆਪਣੀ ਪੌੜੀ ਵੀ ਉਚਾਰੀ ਹੈ। ਇਹ ਗੁਰਮਤਿ ਦੀ ਗੱਲ ਹੈ, ਸਮਝਣ ਵਾਲੀ, ਬਹੁਤ ਬਰੀਕੀ ਦੀ ਗੱਲ ਹੈ। ਦੇਖੋ 26 ਪੌੜੀਆਂ ਸੀਗੀਆਂ, 27 ਪੌੜੀਆਂ ਸੀਗੀਆਂ ਮਲ੍ਹਾਰ ਦੀ ਵਾਰ ਦੀ। 27ਵੀਂ ਪੌੜੀ ਗੁਰੂ ਪੰਜਵੇਂ ਨੇ ਉੱਪਰ ਸਲੇਖ ਵੀ ਦੇ ਦਿੱਤਾ ਆਪਣਾ ਮਹੱਲਾ 5 ਕਰਕੇ। ਉਹਨਾਂ ਨੇ ਰਚੀ ਹੈ ਉਹ 27ਵੀਂ, ਜਿਹੜੀ ਪਹਿਲਾਂ ਸੀ ਉਹ 28ਵੇਂ ਨੰਬਰ 'ਪਰ ਚਲੇ ਗਈ। ਇਹ ਕਿਉਂ ਹੋਇਆ ਇਸ ਤਰ੍ਹਾਂ? ਕਿਉਂਕਿ ਜਿਹੜੀ 27 28 ਹੈ ਇਹਨਾਂ ਦੇ ਵਿੱਚ ਗੁਰਮਤਿ ਹੈ। ਗੁਰਮਤਿ ਦੇ ਖਿਆਲ ਨੂੰ ਹੋਰ ਕਲੀਅਰ ਕਰਨ ਖਾਤਰ ਪੰਜਵੇਂ ਪਾਤਸ਼ਾਹ ਨੇ ਆਪਣੀ ਪੌੜੀ ਪਾਈ ਹੈ। ਸ਼ਲੋਕ ਤਾਂ ਪਾਏ ਪੌੜੀਆਂ 'ਚ, ਕਿਤੇ ਕਿਤੇ ਆਪ ਪੌੜੀ ਵੀ ਰਚੀ ਹੈ। ਵਾਹਿਗੁਰੂ। ਉਹ ਖਿਆਲ ਨੂੰ ਹੋਰ ਸਪਸ਼ਟ ਕਰਨ ਖਾਤਰ, ਜਿਵੇਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਨਾਲ ਮਹੱਲਾ 3, ਮਹੱਲਾ 5ਵਾਂ ਕਰਕੇ ਪਾਇਆ, ਐਕਸਪਲੇਨ ਕਰਨ ਖਾਤਰ ਵੀ ਕੋਈ ਗਲਤ ਨਾ ਸਮਝ ਜਾਵੇ। ਹਾਲਾਂਕਿ ਜਿਹੜੇ ਪਹਿਲੇ ਬਾਬਾ ਫਰੀਦ ਜੀ ਹੈ ਉਹਨਾਂ ਦਾ ਵੀ ਖਿਆਲ ਬਹੁਤ ਕਲੀਅਰ ਤਾ, ਪਰ ਉਹ ਲੋਭ ਕਹਿ ਰਹੇ ਹੈ, ਉਹ ਰੱਤ ਕਹਿ ਰਹੇ ਹੈ, ਤੇ ਗੁਰੂ ਮਹਾਰਾਜ ਨੇ ਉਹਨੂੰ ਲੋਭ ਦੀ ਰੱਤ ਸਮਝਾਤਾ ਵੀ ਕਿਤੇ ਆਈ ਨਾ ਸਮਝ ਲੈ ਮੈਨੂੰ ਵੀ ਖੂਨੇ ਨਹੀਂ ਹੁੰਦਾ ਸੰਤਾਂ ਦੇ ਵਿੱਚ। ਨਹੀਂ ਭਾਈ, ਰੱਤ ਤਾਂ ਹੁੰਦੀ ਹੈ ਪਰ ਲੋਭ ਦੀ ਰੱਤ ਨਹੀਂ ਹੁੰਦੀ। ਐਸੇ ਤਰੀਕੇ ਨਾਲ ਪੌੜੀਆਂ ਗੁਰੂ ਸਾਹਿਬ ਨੇ, ਗੁਰੂ ਪੰਚਮ ਪਾਤਸ਼ਾਹ ਨੇ ਪਾਈਆਂ ਤਾਂ ਕਿ ਗੁਰਮਤਿ ਦਾ ਖਿਆਲ ਹੋਰ ਕਲੀਅਰ ਹੋ ਜਾਏ ਗੁਰਬਾਣੀ ਦੇ ਨਾਲ। ਜਿਹੜੀ ਸਾਰੰਗ ਕੀ ਵਾਰ ਹੈ ਉਹਦੇ 'ਚ 35 ਸੀ ਪਹਿਲਾਂ ਪੌੜੀਆਂ, 35ਵੀਂ ਪੌੜੀ ਪੰਜਵੇਂ ਪਾਤਸ਼ਾਹ ਨੇ ਆਪ ਰਚ ਦਿੱਤੀ ਹੈ। ਹੁਣ ਉਹ 36 ਬਣ ਗਈਆਂ ਫਿਰ ਟੋਟਲ। ਉਹ ਵੀ ਇਸੇ ਕਰਕੇ ਹੈ। ਜੇ ਧਿਆਨ ਨਾਲ ਆਪਾਂ ਦੇਖੀਏ ਤਾਂ 34ਵੀਂ ਪੌੜੀ ਦੇ ਵਿੱਚ ਗੁਰੂ ਦੀ ਮਿਹਰ ਔਰ ਬੰਦੇ ਦੇ ਭਾਗ, ਰੱਬ ਦੀ ਸਿਫਤ, ਸਤਿਗੁਰੂ ਅਤੇ ਸੰਗਤ ਦੀ ਮਹੱਤਤਾ ਦਾ ਜ਼ਿਕਰ ਹੈ 34ਵੀਂ ਵਿੱਚ। 35ਵੀਂ ਵਿੱਚ ਵੀ ਇਹੀ ਚੀਜ਼ ਗੁਰੂ ਮਹਾਰਾਜ ਨੇ ਪਾਈ ਹੈ। ਤੇ 36ਵੀਂ, ਇਹ ਤਿੰਨੇ ਫਿਰ ਗੁਰਮਤਿ ਬਣ ਜਾਂਦੀ ਹੈ। ਜਿੰਨਾ ਚਿਰ ਜੇ ਸਾਡੇ ਹੱਥ 'ਚ ਹੋਵੇ ਸਾਰਾ ਕੁਝ ਵੀ ਅਸੀਂ ਉਹ ਕਰਨਾ ਹੈ, ਗੁਰੂ ਦੀ ਮਿਹਰ ਨੂੰ, ਸਤ ਸੰਗਤ ਦੇ ਕਨਸੈਪਟ ਨੂੰ ਛੱਡ ਦਈਏ, ਬੰਦੇ ਦੇ ਭਾਗਾਂ ਦੀ ਗੱਲ ਨਾ ਕਰੀਏ, ਫਿਰ ਗੁਰਮਤਿ ਕਲੀਅਰ ਨਹੀਂ ਹੋਣੀ। ਗੁਰਮਤਿ ਦਾ ਖਿਆਲ ਨਾਲ ਦੀ ਨਾਲ ਚੱਲਣਾ ਗੁਰਬਾਣੀ ਦੇ, ਤਾਂ ਇਹ ਸਮਝ ਆਊਗੀ ਗੁਰਬਾਣੀ ਦੀ।
ਜਪਜੀ ਸਾਹਿਬ ਦੇ ਅੰਤ ਵਿੱਚ 37ਵੀਂ ਪੌੜੀ ਸੱਚਖੰਡ ਦਾ ਜ਼ਿਕਰ ਕਰਿਆ ਹੋਇਆ, ਉਹ ਗੁਰਮਤ ਹੈ। ਪਹਿਲਾਂ ਗੁਰਬਾਣੀ ਹੈ ਤੇ ਸੱਚਖੰਡ ਦਾ ਜ਼ਿਕਰ ਜਿਹੜਾ ਕਰਿਆ ਉਹ ਟੋਟਲੀ ਨਿਰੋਲ ਗੁਰਮਤ ਹੈ। ਔਰ ਉਸ ਤੋਂ ਪਹਿਲਾਂ ਵੀ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਹੀ ਹੈ। ਵੀ ਐਂ ਲੱਗਦਾ ਵੀ ਸ਼ਾਇਦ ਸਾਡੇ ਵੱਸ 'ਚ ਹੋਵੇ ਚੁੱਪ ਕਰਨਾ, ਨਹੀਂ। ਇਸ਼ਨਾਨ ਕਰਨਾ, ਤੀਰਥ ਕਰਨੇ ਵੀ ਸਾਡੇ ਵੱਸ 'ਚ ਹੋਵੇ ਨਹੀਂ ਹੈ ਸਾਧ ਸੰਗਤ ਜੀ। ਕਿਉਂਕਿ ਆਖਣ ਜੋਰ ਚੁੱਪੈ ਨਹਿ ਜੋਰ, ਇਹ ਵੀ ਜਪਜੀ ਸਾਹਿਬ 'ਚ ਬਾਅਦ 'ਚ ਫਰਮਾ ਦਿੱਤਾ ਹੋਇਆ। ਇਹ ਗੁਰਮਤ ਹੈ। ਸਾਡਾ ਬੋਲਣ ਪਰ, ਚੁੱਪ ਕਰਨ ਪਰ ਕੋਈ ਜ਼ੋਰ ਨਹੀਂ ਚੱਲ ਸਕਦਾ। ਸੰਸਾਰ ਦੇ ਵਿੱਚ ਦੋਹੇ ਰੂਪ ਚੱਲਦੇ ਆ। ਇਹ ਗੁਰਬਾਣੀ ਦਾ ਖਿਆਲ ਗੁਰਬਾਣੀ 'ਚ ਪਹਿਲਾਂ ਵੀ ਦਿੱਤਾ, ਬਾਅਦ 'ਚ ਫਿਰ ਗੁਰਮਤ ਦਿੱਤੀ ਹੋਈ ਹੈ। ਤੋ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਗੁਰਬਾਣੀ 'ਚ ਤਰਕ ਆਧਾਰਿਤ ਦਲੀਲਾਂ ਦੇਖਣ ਨੂੰ ਮਿਲਦੀਆਂ। ਉੱਥੇ ਗੁਰਮਤ ਵਿੱਚ ਕੇਵਲ ਸ਼ਰਧਾ ਭਾਵਨਾ, ਕੋਈ ਉਕਤੀ ਦਲੀਲ ਨਹੀਂ ਚੱਲਦੀ। ਗੁਰੂ ਸਾਹਿਬਾਨਾਂ ਨੇ ਗੁਰਮਤ ਦਾ ਪ੍ਰਚਾਰ ਕਰਿਆ, ਨਾ ਕਿ ਗੁਰਮਤ ਨੂੰ ਸਮਝਾਉਣ ਲਈ ਵਰਤੀਆਂ ਜਾਂਦੀਆਂ ਯੁਕਤੀਆਂ ਦਾ। ਬਹੁਤ ਸਾਰੀਆਂ ਯੁਕਤੀਆਂ ਗੁਰਬਾਣੀ 'ਚ ਹੈ। ਮਿਥਿਆਤ ਦਾ ਜ਼ਿਕਰ ਹੈ ਸਮਝਾਉਣ ਖਾਤਰ, ਉਹ ਮਿਥਿਆਤ ਦਾ ਪ੍ਰਚਾਰ ਨਹੀਂ ਕਰਿਆ ਹੈ। ਗੁਰਮਤ ਨੂੰ ਸਮਝਾਉਣ ਖਾਤਰ ਉਹ ਮਿਥਿਆਤ ਦਾ ਹਵਾਲਾ ਲਿਆ, ਸਹਾਰਾ ਲਿਆ। ਇਹ ਗੱਲ ਹੈ ਸਮਝਣ ਵਾਲੀ। ਅਸੀਂ ਹੁਣ ਭੋਲਪਣੇ 'ਚ ਮਿਥਿਆਸ ਨੂੰ ਹੀ ਸੱਚ ਮੰਨੀ ਬੈਠੇ ਹਾਂ। ਜੋਗੀਆਂ ਨਾਲ ਜਿਹੜੀਆਂ ਵਾਰਤਾਲਾਪ ਦੇ ਸਮੇਂ ਸ਼ਬਦ ਵਰਤੇ ਹੈ, ਉਹ ਮੱਕੇ ਵਿੱਚ ਨਹੀਂ ਜਾ ਕੇ ਵਰਤੇ ਹੈ। ਪੰਡਤਾਂ ਨਾਲ ਜਿਹੜੀਆਂ ਵਿਚਾਰਾਂ ਹੋਈਆਂ, ਉਹ ਮੁਸਲਮਾਨ ਭਰਾਵਾਂ ਨਾਲ ਨਹੀਂ ਉਸ ਤਰ੍ਹਾਂ ਦੇ ਸ਼ਬਦ ਵਰਤੇ। ਉਹ ਸਿਰਫ ਗੱਲ ਨੂੰ, ਕਨਸੈਪਟ ਨੂੰ ਕਲੀਅਰ ਕਰਨ ਖਾਤਰ ਆਏ ਹੋਈ ਹੈ ਗੁਰਬਾਣੀ 'ਚ ਗੱਲ। ਤੋ ਇਹ ਹੈ ਗੁਰਮਤ ਨੂੰ ਜੇ ਸਮਝਣਾ ਹੈ ਤਾਂ ਜਿਹੜੀਆਂ ਯੁਕਤੀਆਂ ਵਰਤੀਆਂ, ਮੁਹਾਵਰੇ ਵਰਤੇ ਹੈ, ਅਖਾਣਾਂ ਵਰਤੀਆਂ, ਮਿਥਿਆਤ ਦਾ ਬਹੁਤ ਸਾਰਾ ਜ਼ਿਕਰ ਆਉਂਦਾ ਗੁਰਬਾਣੀ 'ਚ, ਉਹਨਾਂ ਨੂੰ ਆਪਾਂ ਨੇ ਮੰਨ ਕੇ ਨਹੀਂ ਚੱਲਣਾ ਹੈ। ਉਹਨਾਂ ਦੇ ਰਾਹੀਂ ਗੁਰਮਤ ਕਲੀਅਰ ਕਰੀਏ, ਗੁਰਮਤ ਨੂੰ ਮੰਨਣਾ। ਗੁਰਮਤ ਦਾ ਪ੍ਰਚਾਰ ਕਰਿਆ ਗੁਰੂ ਸਾਹਿਬਾਨਾਂ ਨੇ, ਨਾ ਕਿ ਸਾਖੀਆਂ ਦਾ ਜਾਂ ਮਿਥਿਆਤ ਦਾ। ਇਹ ਗੱਲ ਵੀ ਬਹੁਤ ਜ਼ਰੂਰੀ ਹੈ। ਤਕਰੀਬਨ 70% ਸਿੱਖ ਜਾਂ 80% ਇਹੀ ਮੰਨੀ ਬੈਠੇ ਹੈ ਵੀ ਜਿਹੜੀ ਗੱਲ ਗੁਰਬਾਣੀ 'ਚ ਆਉਂਦੀ ਉਹ ਸੱਚ ਹੈ। ਨਹੀਂ ਸਾਧ ਸੰਗਤ ਜੀ, ਇਸ ਤਰ੍ਹਾਂ ਨਹੀਂ ਹੈ। ਗੁਰਬਾਣੀ ਦਾ ਭਾਵ ਸੱਚ ਹੈ। ਇਹ ਜਿਹੜੀਆਂ ਯੁਕਤੀਆਂ ਦਲੀਲਾਂ ਦਿੱਤੀਆਂ ਹੋਈਆਂ, ਮੁਹਾਵਰੇ ਦਿੱਤੇ ਹੋਏ ਹੈ, ਇਹ ਸਮਝਾਉਣ ਖਾਤਰ ਨੇ ਗੁਰਮਤ ਨੂੰ, ਗੁਰਬਾਣੀ ਨੂੰ ਕਲੀਅਰ ਕਰਨ ਖਾਤਰ। ਜਿਵੇਂ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਗਾਫਲ ਨੇ ਆਪਣੇ ਪੈਰ ਪਰ ਕੁਹਾੜਾ ਮਾਰ ਲਿਆ, ਰੱਬ ਨੂੰ ਯਾਦ ਨਹੀਂ ਕਰਿਆ, ਹੁਣ ਆ ਗਿਆ ਮੌਕਾ ਜੰਮ ਲੈਣ ਆ ਗਿਆ। ਤਾਂ ਮਤਲਬ ਇਹ ਹੈ ਵੀ ਪੈਰ ਪਰ ਕੁਹਾੜਾ ਨਹੀਂ ਕੋਈ ਮਾਰਿਆ ਉਹਨੇ, ਇਹ ਮੁਹਾਵਰਾ ਹੈ ਵੀ ਆਪਣੇ ਆਪ ਨੂੰ ਆਪ ਹੀ ਨੁਕਸਾਨ ਪਹੁੰਚਾ ਲਿਆ। ਇਸ ਤਰ੍ਹਾਂ ਦੀ ਬਾਤ ਗੁਰਬਾਣੀ 'ਚ ਬਹੁਤ ਹੈ। ਉਹ ਸਿਰਫ ਗੁਰਬਾਣੀ ਨੂੰ ਸਮਝਾਉਣ ਖਾਤਰ ਜਾਂ ਗੁਰਮਤ ਨੂੰ ਸਮਝਾਉਣ ਖਾਤਰ ਇਸ ਤਰ੍ਹਾਂ ਦੀਆਂ ਦਲੀਲਾਂ ਆਉਂਦੀਆਂ, ਨਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਪਕੜ ਕੇ ਬੈਠਣਾ। ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ਬਿਲਕੁਲ, ਲੇਕਿਨ ਇਹ ਗੱਲ ਵੀ ਸਮਝਣ ਵਾਲੀ ਹੈ ਵੀ ਅੱਖਰ ਕਿਵੇਂ ਸੱਚ ਹੈ। ਅੱਖਰਾਂ ਦਾ ਭਾਵ ਸੱਚ ਹੈ, ਅੱਖਰਾਂ ਦੇ ਬਿਹਾਈਂਡ ਕੋਈ ਭਾਵ ਹੈ, ਕੋਈ ਖਿਆਲ ਹੈ, ਉਹ ਲੈਣਾ ਪਕੜਨਾ ਆਪਾਂ ਨੂੰ। ਜੇ ਇਕੱਲੇ ਅੱਖਰਾਂ ਨੂੰ ਪਕੜ ਕੇ ਬੈਠੋਗੇ ਸਮਝ ਨਹੀਂ ਆਉਣੀ ਗੁਰਬਾਣੀ ਦੀ, ਨਾ ਗੁਰਮਤ ਦੀ। ਤੋ ਤਰਕ ਆਧਾਰਿਤ ਸਮਾਜਿਕ ਤੱਥਾਂ ਤੱਕ ਸੀਮਿਤ ਨਾ ਹੋ ਕੇ ਸਿੱਖਾਂ ਨੂੰ ਗੁਰਮਤ ਪਰ ਜ਼ੋਰ ਦੇਣਾ ਚਾਹੀਦਾ। ਤਰਕ ਹੈਗੇ ਗੁਰਬਾਣੀ 'ਚ ਬਹੁਤ ਸਾਰੇ, ਹੁਣ ਜੈਨੀਆਂ ਪਰ ਔਰ ਪੰਡਤਾਂ ਪਰ, ਮਲਾਣਿਆਂ ਪਰ, ਜੋਗੀਆਂ ਪਰ, ਸੰਨਿਆਸੀਆਂ ਪਰ, ਸਾਰਿਆਂ ਪਰ ਗੁਰਬਾਣੀ ਨੇ ਤਰਕ ਕਰਿਆ ਹੋਇਆ। ਜੇ ਆਪਾਂ ਉਹਨਾਂ ਦੇ ਨਾਲ ਉਸ ਤਰ੍ਹਾਂ ਕਰਾਂਗੇ, ਉਹ ਕਦੋਂ ਸਮਝਣਗੇ ਇਸ ਗੱਲ ਨੂੰ, ਸਗੋਂ ਬਹੁਤ ਬੁਰਾ ਮਨਾਉਂਗੇ, ਲੜਨ ਨੂੰ ਵੀ ਤਿਆਰ ਹੋ ਜਾਣਗੇ। ਇੱਕ ਜੈਨੀ ਉਜੜ ਪਾਏ ਜੇ ਆਪਾਂ ਜੈਨੀ ਨੂੰ ਕਹਾਂਗੇ। ਉਹ ਤਰਕ ਠੀਕ ਦਿੱਤਾ ਹੋਇਆ ਹੈ ਵੀ ਇਸ ਤਰ੍ਹਾਂ ਸੱਚਾਈ ਹੈ, ਪਰ ਗੁਰਮਤ ਵਿੱਚ ਉਹਨੂੰ ਸਮਝਾਉਣਾ ਉਹ ਹੋਰ ਤਰੀਕਾ ਹੈ। ਫਿਰ ਉਹੀ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਸਾਰਿਆਂ ਨੂੰ। ਜੇ ਫਿਰ ਵੀ ਨਾ ਸਮਝ ਆਵੇ, ਅੱਜ ਤਾਂ ਫਿਰ ਵੀ ਨਹੀਂ ਆਈ ਬਹੁਤਿਆਂ ਨੂੰ, ਤਵੀ ਪਰ ਕਿਉਂ ਬਿਠਾਏ ਗਏ ਪੰਜਵੇਂ ਪਾਤਸ਼ਾਹ? ਕਾਰਨ ਇਹੀ ਸੀਗਾ, ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਉਹਨਾਂ ਦੀਆਂ ਬਾਤਾਂ ਦੀ, ਉਚਾਈ ਦੀਆਂ ਬਾਤਾਂ। ਪਰ ਫਿਰ ਵੀ ਸਾਡਾ ਫਰਜ਼ ਇਹੀ ਹੈ ਵੀ ਅਸੀਂ ਗੁਰੂ ਸਾਹਿਬ ਦਾ ਅਨੁਸਰਨ ਕਰੀਏ ਔਰ ਗੁਰਮਤ ਦਾ ਪ੍ਰਚਾਰ ਕਰੀਏ। ਗੁਰਬਾਣੀ ਤੋਂ ਸੇਧ ਲੈ ਕੇ ਗੁਰਮਤ ਦਾ ਪ੍ਰਚਾਰ ਕਰੀਏ, ਨਾ ਕਿ ਗੁਰਬਾਣੀ 'ਚ ਆਈਆਂ ਹੋਈਆਂ ਜਿਹੜੀਆਂ ਸਾਖੀਆਂ ਉਹਨਾਂ ਨੂੰ ਆਧਾਰ ਬਣਾ ਲਈਏ। ਉਹਨਾਂ ਨੂੰ ਆਧਾਰ ਬਣਾ ਕੇ ਗੁਰਮਤ ਦਾ ਪ੍ਰਚਾਰ ਕਰਨਾ ਹੈ। ਕੇਵਲ ਸਾਖੀਆਂ ਨੂੰ ਬੜਾ ਨਹੀਂ ਕਰ ਦੇਣਾ ਵੀ ਸਾਖੀ ਇਸ ਤਰ੍ਹਾਂ ਹੁੰਦੀ ਹੈ। ਸਾਖੀਆਂ ਤਾਂ ਪਹਿਲਾਂ ਵੀ ਇਹ ਚੱਲ ਰਹੀਆਂ ਸੀਗੀਆਂ ਆਪਣੇ ਹਿੰਦੁਸਤਾਨੀ ਸਮਾਜ ਦੇ ਵਿੱਚ। ਤੋ ਇਹ ਚੀਜ਼ਾਂ ਹੈ ਗੁਰਮਤ ਵਿੱਚ। ਸਾਧ ਸੰਗਤ ਜੀਓ,
ਬਸ ਗੱਲ ਇੰਨੀ ਹੈ ਵੀ ਗੁਰਬਾਣੀ ਪੜ੍ਹਦਿਆਂ ਹੋਇਆਂ ਜੇ ਗੁਰਮਤ ਨੂੰ ਨਾਲ ਰੱਖਾਂਗੇ ਫੇਰ ਸਮਝ ਆ ਜਾਊਗੀ, ਨਹੀਂ ਤਾਂ ਨਹੀਂ ਆਉਣੀ। ਨਹੀਂ ਤਾਂ ਫਿਰ ਇਹੀ ਕਹਿਣਾ ਵੀ ਗੁਰਬਾਣੀ ਜੇਕਰ ਆਉਂਦਾ ਜੀ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮਰਾਏ। ਦਾਸ ਨਾਲ ਵੀ ਹੋਈ ਹੈ ਇਸ ਤਰ੍ਹਾਂ ਦੀ ਵਿਚਾਰ ਬਹਿਸ ਇੱਕ ਦੋ ਪ੍ਰਚਾਰਕਾਂ ਦੀ ਪੱਛਮ ਦੇ ਵਿੱਚ। ਉਹ ਕੇਸ ਵੀ ਕੱਢਦੇ ਕਹਿੰਦੇ ਅੰਮ੍ਰਿਤ ਛਕਣ ਦੀ ਵੀ ਕੋਈ ਲੋੜ ਨਹੀਂ, ਮੂੰਹ ਤੋਂ ਕਹਿੰਦੇ ਇਹ ਗੱਲ। ਪਰ ਇਹ ਫਿਰ ਗੁਰਮਤ ਤੋਂ ਅਣਜਾਣਪਣਾ। ਗੁਰਬਾਣੀ ਨੂੰ ਮੂਹਰੇ ਰੱਖ ਲਿਆ, ਗੁਰਬਾਣੀ ਦੀ ਵੀ ਇੱਕ ਪਾਸੜ ਵਿਆਖਿਆ ਕਰ ਦਿੱਤੀ, ਗੁਰਮਤ ਦੀ ਸਮਝ ਕੋਈ ਨਹੀਂ ਹੈ। ਜੇ ਗੁਰਮਤ ਦੀ ਸਮਝ ਹੋਵੇ ਤਾਂ ਫਿਰ ਸਮਝ ਆ ਜਾਏ ਵੀ ਜਿਹੜਾ ਭਾਵੇਂ ਲਾਂਬੇ ਕੇਸ ਕਰਨੇ ਦੀ ਗੱਲ ਹੈ ਉਹ ਜਟਾਂ ਦੀ ਗੱਲ ਹੈ, ਵੀ ਜਟਾਂ ਵੀ ਨਹੀਂ ਰੱਖਣੀਆਂ, ਰੁੰਡ ਮੁੰਡ ਵੀ ਨਹੀਂ ਹੋਣਾ, ਸਹਿਜਤਾ ਵਿੱਚ ਕੇਸ ਰੱਖਣੇ। ਕੇਸਾਂ ਦੀ ਸੰਭਾਲ ਕਰਨੀ ਹੈ, ਸ਼ਿੰਗਾਰਨਾ ਨਹੀਂ ਕੇਸਾਂ ਨੂੰ ਹੈ, ਕਲਫ ਵਗੈਰਾ ਲਗਾਉਣੀ ਜਾਂ ਨਹੀਂ ਕੋਈ ਹੋਰ ਤਰੀਕੇ ਨਾਲ, ਸਿਰਫ ਸੰਭਾਲਣਾ। ਔਰ ਦੇਹੀ ਨੂੰ ਵੀ ਪਾਲਣਾ ਹੈ, ਇਹਨੂੰ ਸ਼ਿੰਗਾਰਨਾ ਨਹੀਂ, ਕਿਉਂਕਿ ਇਹ ਨਾਸ਼ਵਾਨ ਹੈ। ਤਾਂ ਗੁਰਮਤ ਦੀ ਸਮਝ ਤੋਂ ਬਿਨਾਂ ਗੁਰਬਾਣੀ ਨਹੀਂ ਸਮਝ ਆ ਸਕਦਾ। ਦੇਖੋ ਹੁਣ ਇੱਕ ਬੰਦਾ ਗੁਰਬਾਣੀ ਨਾਲ ਜੁੜਿਆ ਹੋਇਆ ਹੈ, ਗੱਲ ਵੀ ਗੁਰਬਾਣੀ ਦੀ ਕਰਦਾ ਹੈ, ਵਿਚਾਰਕ ਹੈ, ਲੇਕਿਨ ਉਹ ਗੁਰਮਤ ਉਹਦੇ ਪੱਲੇ ਹੈ ਨਹੀਂ। ਉਹ ਗੁਰਬਾਣੀ ਨੂੰ ਬਿਲਕੁਲ ਗਲਤ ਅਰਥਾਂ 'ਚ ਪੇਸ਼ ਕਰੇਗਾ ਵੀ ਗੁਰਬਾਣੀ ਇੱਦਾਂ ਕਹਿੰਦੀ ਹੈ, ਉੱਦਾਂ ਕਹਿੰਦੀ ਉਹ ਨਹੀਂ ਹੁੰਦੀ ਗੁਰਬਾਣੀ ਕਦੇ ਵੀ। ਗੁਰਬਾਣੀ ਤਾਂ ਬਹੁਤ ਡੂੰਘਾਈ ਵਾਲੀਆਂ ਗੱਲਾਂ, ਬਿਹਾਈਂਡ ਦਾ ਲਾਈਨ ਜਾਣਾ ਪੈਂਦਾ, ਪਿੱਛੇ ਕਿਆ ਹੈ ਉਹਦਾ ਭਾਵ ਹੈ ਉਹ ਦੇਖਣਾ ਪੈਂਦਾ। ਬਿਲਕੁਲ ਉਵੇਂ ਹੀ ਜੇ ਆਪਾਂ ਹੁਣ ਸਾਖੀਆਂ ਸੁਣਾਈਏ ਬਈ ਜਿਹੜਾ ਸੂਰਜ ਹੈ ਉਹਨੂੰ ਘੋੜੇ ਜੁੜੇ ਹੋਏ 5 ਰਥਵਾਰਥੀ ਹੈ, ਜਿਹੜਾ ਉਹ ਲੰਗੜਾ ਉਹ ਉੱਪਰ ਬੈਠਾ ਅਰੁਣ ਦੇਵਤਾ, ਇਹਦੀ ਸਾਖੀ ਆਉਂਦੀ ਹੈ ਭਗਤ ਲੋਚਨ ਦੇ ਸ਼ਬਦ ਵਿੱਚ। ਵਿਸ਼ਵ ਕਾ ਦੀਪਕ ਸੁਆਮੀ, ਉਹ ਸਾਰੀ ਸਾਖੀ ਉਹਦੇ 'ਚ ਆਉਂਦੀ ਹੈ ਬਈ ਉਹ ਰਥ ਖਿੱਚੀ ਫਿਰਦਾ ਤੇ ਫਿਰ ਵੀ ਲੰਗੜਾ। ਸੂਰਜ ਦਾ ਰਥ ਖਿੱਚਿਆ ਹੋਇਆ ਫਿਰ ਵੀ ਲੰਗੜਾ, ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਉਹਨੇ ਕਿਸੇ ਭੰਬੀਰੀ ਦੀ ਟੰਗਾਂ ਦੇ ਵਿੱਚ ਸੂਲ ਮਾਰਤੀ ਸੀਗੀ, ਇਸੇ ਕਰਕੇ ਉਹ ਲੰਗੜਾ। ਇਹ ਸਾਖੀਆਂ ਮਿਥਿਹਾਸ ਹੈ, ਆਪਾਂ ਸਾਖੀਆਂ ਮਗਰ ਨਹੀਂ ਜਾਣਾ। ਸਾਖੀ ਤੋਂ ਇਹ ਗਿਆਨ ਲੈਣਾ ਹੈ ਗੁਰਮਤਿ ਅਨੁਸਾਰ ਬਈ ਕਰਮ ਛੇਤੀ ਕੱਟਦਾ ਨਹੀਂ ਭਾਈ, ਕਰਮ ਭੋਗਣਾ ਪੈਂਦਾ। ਜਿਹਾ ਬੀਜੈ ਸੋ ਲਾਉਣਾ, ਮੱਥੇ ਜੋ ਲਿਖਿਆ। ਲੇਕਿਨ ਇਹ ਗੱਲ ਵੀ ਨਾਲ ਸਮਝਾਤੀ, ਗੁਰਮਤਿ ਦੇਤੀ ਗੁਰਬਾਣੀ ਦੇ ਨਾਲ ਬਈ ਜੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਓਗੇ ਤਾਂ ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ, ਉਹ ਕਰੋੜਾਂ ਹੀ ਕਰਮਾਂ ਨੂੰ ਰਾਖ ਕਰ ਦਿੰਦਾ ਇੱਕ ਛਿਣ ਵਿੱਚ ਨਾਮ ਜਪਿਆ ਹੋਇਆ। ਇਹ ਗੁਰਮਤਿ ਹੈ। ਤੇ ਜੇ ਪਹਿਲੀ ਗੱਲ ਨੂੰ ਪਕੜ ਕੇ ਬਹਿ ਜਾਓਗੇ ਗੁਰਬਾਣੀ ਨੂੰ, ਫਿਰ ਗੁਰਬਾਣੀ ਦੀ ਸਮਝ ਨਹੀਂ ਆਉਣੀ ਸਾਨੂੰ ਵੀ ਆਪਾਂ ਬੋਲ ਕੇ ਆ ਰਹੇ ਹਾਂ ਔਰ ਕਹਿ ਕੇ ਆ ਰਹੇ ਹਾਂ, ਗੁਰੂ ਸਾਹਿਬ ਕਿਆ ਕਹਿ ਰਹੇ। ਸਾਡਾ ਆਪਣਾ ਖਿਆਲ ਗਲਤ ਹੁੰਦਾ ਹੀ ਹੈ ਅਕਸਰ। ਗੁਰਬਾਣੀ ਗਲਤ ਨਹੀਂ ਹੁੰਦੀ, ਅਸੀਂ ਸਮਝ ਸਾਡੀ ਗਲਤ ਹੁੰਦੀ ਹੈ ਸਮਝਣ ਵਿੱਚ। ਸੂਰਜ ਦੇ ਉੱਤੇ 10,000 ਡਿਗਰੀ ਤੋਂ ਵੱਧ ਟੈਂਪਰੇਚਰ ਹੈ, 10,000। ਆਪਾਂ ਆਪਣਾ ਤਕਰੀਬਨ 100 ਡਿਗਰੀ ਪਰ ਪਾਣੀ ਉਬਲਦਾ ਸੰਸਾਰ 'ਚ। ਜਿੱਦਣ ਕਿਤੇ 45-46 ਹੋ ਜਾਂਦਾ ਪੰਜਾਬ ਦੇ ਵਿੱਚ ਟੈਂਪਰੇਚਰ, ਸਹਿਕ ਕਰਦੇ ਸਰੀਰ। ਰਾਜਸਥਾਨ 'ਚ 50 ਹੋ ਜਾਂਦਾ, ਬਹੁਤ ਗਰਮੀ ਪੈਂਦੀ ਹੈ। ਤੇ ਜੇ 10,000 ਡਿਗਰੀ ਟੈਂਪਰੇਚਰ ਹੋਵੇ, ਕਿਆਸ ਕਰੋ ਵੀ ਕੋਈ ਬੰਦਾ ਰਹਿ ਸਕਦਾ ਜਿਉਂਦਾ? ਘੋੜੇ ਜਿਉਂਦੇ ਰਹਿ ਸਕਦੇ? ਇਹ ਕਲਪਨਾ ਹੈ ਮਿਥਿਆਤ ਦੀ। ਇਹ ਪੂਰਨੇ ਪਾਏ ਵੀ ਸੀ ਸਮਝਾਉਣ ਖਾਤਰ, ਜਦੋਂ ਧਾਰਮਿਕ ਸਮਝ ਛੋਟੀ ਸੀ, ਵਿਕਸਿਤ ਨਹੀਂ ਸੀ ਹੋਈ, ਉਦੋਂ ਰਿਸ਼ੀਆਂ ਮੁਨੀਆਂ ਨੇ ਇਹ ਚੀਜ਼ਾਂ ਬਣਾ ਕੇ ਸਮਝਾਇਆ ਸੀ ਬੰਦੇ ਨੂੰ। ਹੁਣ ਇਹਨਾਂ ਦੀ ਲੋੜ ਹੈ ਨਹੀਂ, ਹੁਣ ਸਗੋਂ ਇਹ ਉਲਟ ਕੰਮ ਕਰਦੀਆਂ। ਇੱਕ ਪੜ੍ਹਿਆ ਲਿਖਿਆ ਬੰਦਾ, ਸਾਇੰਸ ਪੜ੍ਹਿਆ ਵਾ, ਉਹ ਕਹੂਗਾ ਕਿਹੜੇ ਘੋੜੇ, ਕਿਹੜੇ ਇੰਨੇ ਟੈਂਪਰੇਚਰ ਪਰ ਰਥ ਖਿੱਚ ਲੂੰਗੇ ਉਹਦਾ? ਉਹ ਕੋਈ ਬੰਦਾ ਹੈ ਸੂਰਜ? ਤੋ ਸਾਧ ਸੰਗਤ ਜੀ, ਆਪ ਜੀ ਸਮਝਦਾਰ ਹੈ, ਸਮਝੋ ਇਸ ਗੱਲ ਨੂੰ ਵੀ ਸਾਖੀਆਂ ਮਿਥਿਹਾਸ ਗੁਰਬਾਣੀ 'ਚ ਬਹੁਤ ਜ਼ਿਆਦਾ ਦਿੱਤਾ ਹੋਇਆ ਸਮਝਾਉਣ ਖਾਤਰ, ਨਾ ਕਿ ਸਾਖੀਆਂ ਨੂੰ ਪ੍ਰਚਾਰਨਾ। ਆਪਾਂ ਨੇ ਗੁਰਮਤਿ ਪ੍ਰਚਾਰਨੀ ਉਹਨਾਂ ਦੇ ਵਿੱਚੋਂ। ਗੁਰਮਤਿ ਇਹੀ ਹੈ ਵੀ ਜੋ ਜਿਹਾ ਕਰੂੰਗੇ ਉਹ ਜਿਹਾ ਵਧੂੰਗੇ ਭਾਈ, ਇਹ ਪ੍ਰਚਾਰ ਨਹੀਂ। ਤੋ ਕੋਈ ਅਪਸ਼ਬਦ ਦੀ ਖਿਮਾ ਨਿਕਲ ਜਾਂਦਾ, ਕਿਉਂਕਿ ਵਿਸ਼ਾ ਬਹੁਤ ਗੰਭੀਰ ਹੈ। ਗੁਰਬਾਣੀ ਦਾ ਹਰ ਵਿਸ਼ਾ ਹੀ ਬਹੁਤ ਗੰਭੀਰ ਹੁੰਦਾ। ਦਿਓ ਅਸੀਸ, ਮਾਫ ਵੀ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੰਡਾ ਪ੍ਰਿਥਮੈ ਸਾਜ ਕੈ, ਜਿਨ ਸਭ ਸਹਿ ਸਾਰ ਉਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿੰਧ ਪਰਬਤ ਮੇਦਨੀ, ਬਿਨ ਥੰਮਾ ਗਗਨ ਰਹਾਇਆ। ਸਿਰਜੇ ਦਾਨੋ ਦੇਵਤੇ, ਤਿਨ ਅੰਦਰ ਬਾਦ ਰਚਾਇਆ।
ਤਹੀਂ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਿਰ ਕਾਇਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ। ਕਿन्हीं तेरा अंत ना पाया। ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ। ਕਿन्हीं तेरा अंत ना पाया। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੂ ਨ ਭੇਟਨ ਪਾਵੈ। और की बात कहाँ कह तो सो सो पेट ही के पट बीच बचावे। ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਬਾਕੀ ਵੀ ਸਾਰੀ ਸਾਧ ਸੰਗਤ ਜੀ ਦੇ ਚਰਨਾਂ 'ਚ ਪ੍ਰਣਾਮ, ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਾਤਸ਼ਾਹ ਜੀ ਇਹਨਾਂ ਸਵਈਆਂ ਦੇ ਵਿੱਚ ਵਿਚਾਰ ਦੇ ਰਹੇ। ਰੋਗਾਂ ਤੋਂ, ਸੋਗਾਂ ਤੋਂ, ਜਲ ਜੋਗਣੀਆਂ ਤੋਂ ਬਹੁਤ ਕਈ ਕਿਸਮਾਂ ਦੀ ਕਈ ਤਰ੍ਹਾਂ ਤੋਂ ਬਚਾਉਂਦਾ ਹੈ ਪਰਮਾਤਮਾ। ਜੇ ਆਪਾਂ ਉਹਦੇ ਹੋ ਜਾਈਏ ਜਾਂ ਉਹ ਸਾਨੂੰ ਕਰ ਲਵੇ ਤਾਂ ਨਾ ਕੋਈ ਰੋਗ ਨੇੜੇ ਆਵੇ, ਨਾ ਸੋਗ ਨੇੜੇ ਆਵੇ, ਨਾ ਕਿਸੇ ਜਲ ਜੋਗਣੀ ਦਾ ਡਰ ਰਹੇ। ਸਾਧ ਸੰਗਤ ਜੀ, ਇਹ ਜੋਗਣੀਆਂ ਕਿਆ ਹੈ? ਇਹ ਜੋਗਣੀ ਸ਼ਬਦ ਇੱਕ ਨਿਆਸ ਸ਼ਬਦ ਅੱਗੇ ਆਊਗਾ। ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਨਜ਼ਰ ਨਹੀਂ ਆਏ, ਲੇਕਿਨ ਦਸਵੇਂ ਪਾਤਸ਼ਾਹ ਦੀ ਬਾਣੀ 'ਚ ਹੈ। ਦਸਵੇਂ ਪਾਤਸ਼ਾਹ ਨੇ ਚੰਡੀ ਦੀ ਵਾਰ 'ਚ ਲਿਖਿਆ ਹੈ, ਸਭੇ ਮਿਲ ਧਾਈਆਂ ਜੋਗਣੀ ਸਭੇ ਮਿਲ ਧਾਈਆਂ ਲੋਹੂ ਭਖਣਾ। ਜਦੋਂ ਲੜਾਈ ਲੱਗੀ ਵੀ ਹੁੰਦੀ ਹੈ, ਫੱਟ ਖਾ ਕੇ ਯੋਧੇ ਗਿਰਦੇ, ਖੂਨ ਚੱਲਦਾ ਹੈ, ਲਾਲ ਹੁੰਦੀ ਹੈ ਧਰਤੀ, ਉਦੋਂ ਜੋਗਣੀਆਂ ਲਹੂ ਚੂਸਣ ਵਾਸਤੇ ਆਉਂਦੀਆਂ, ਲਹੂ ਪੀਣ ਖਾਤਰ ਯੋਧਿਆਂ ਦਾ। ਔਰ ਇਹ ਜੋਗਣੀਆਂ ਦੀਆਂ ਬਹੁਤ ਕਿਸਮਾਂ, 64 ਕਿਸਮਾਂ ਲਿਖੀਆਂ ਹੋਈਆਂ। ਮੋਟੇ ਤੌਰ ਪਰ 8 ਹੈ, ਕੁੱਲ 64 ਹੈ। ਇਹ ਜਿਹੜੀਆਂ ਜਲ ਜੋਗਣੀਆਂ, ਇਹ ਵੀ ਉਹਨਾਂ ਦੀ ਇੱਕ ਕਿਸਮ ਹੈ। ਇਹ ਜਿਹੜੇ ਲੋਕ ਸਰੀਰਕ ਸਾਧਨਾਵਾਂ ਕਰਦੇ ਆ, ਸਾਡੇ ਹਿੰਦੂ ਭਰਾ ਕਈ, ਉਹ ਇਹ ਕਰਦੇ ਆ। ਇਹ ਜਿਹੜੀਆਂ ਜਲ ਜੋਗਣੀਆਂ ਹੈ, ਇਹ ਇੱਕ ਦੇਵੀ ਤੋਂ ਹੀ ਸਾਰੀ ਉਹਦੇ ਹੀ ਰੂਪ ਹੈ। ਇਸ ਤਰ੍ਹਾਂ ਕਲਪਨਾ ਕਰੀ ਜਾਂਦੀ ਹੈ। ਔਰ ਇਹਨਾਂ ਨੂੰ ਸਿੱਧ ਕਰਕੇ, ਇਹਨਾਂ ਦੀਆਂ ਤਾਕਤਾਂ ਪ੍ਰਾਪਤ ਕਰਕੇ ਆਪਣਾ ਬਚਾਓ ਵੀ ਕਰਦੇ ਆ ਤੇ ਦੂਜੇ ਦਾ ਨੁਕਸਾਨ ਵੀ ਕਰਦੇ ਆ ਇਹ ਲੋਕ। ਐਸਾ ਸੋਚਿਆ ਜਾਂਦਾ। ਵੈਸੇ ਗੁਰਬਾਣੀ ਜਿਨ੍ਹਾਂ ਦੀ ਕੋਈ ਮਾਨਤਾ ਨਹੀਂ ਹੈ। ਸਤਰ ਅਨੇਕ ਚਲਾਵਤ ਪਾਂਵ ਤਉ ਤਨ ਏਕ ਨ ਲਾਗਨ ਪਾਵੇ। ਦੁਸ਼ਮਣ ਅਨੇਕਾਂ ਹੀ ਘਾਵ ਦਿੰਦੇ ਆ, ਯਾਨੀ ਤੀਰ ਵਗੈਰਾ, ਕਿਰਪਾਨਾਂ ਵਗੈਰਾ ਚਲਾ ਕੇ ਸਾਨੂੰ ਘਾਇਲ ਕਰਦੇ ਆ, ਪਰ ਸਾਡੇ ਤਨ ਨੂੰ ਇੱਕ ਨਹੀਂ ਲੱਗਦਾ ਜੇ ਉਹਦੀ ਸ਼ਰਨ ਹੋਵੇ। ਜਿਹਦੇ ਉੱਤੇ ਹੁਮਾਯੂੰ ਪੰਛੀ ਦਾ ਪਰਛਾਵਾਂ ਹੋਵੇ, ਉਹ ਬਹੁਤ ਬੜਾ ਰਾਜਾ ਹੁੰਦਾ ਹੈ, ਉਹਦਾ ਕੋਈ ਕੁਛ ਵਿਗਾੜ ਨਹੀਂ ਸਕਦਾ। ਇਹ ਵੀ ਗੱਲ ਦਸ਼ਮੇਸ਼ ਜੀ ਨੇ ਲਿਖੀ ਹੈ, ਕਹਾਵਤ ਹੈ ਇੱਕ। ਜਿਹਦੇ ਉੱਤੇ ਉਹ ਜਿਹਦਾ ਰਾਖਾ ਬਣ ਜੇ, ਜਿੰਨੇ ਮਰਜ਼ੀ ਸ਼ਿਕਾਰੀ ਉਹਦੇ ਮਗਰ ਪਏ ਹੋਣ, ਉਹਦਾ ਕੁਛ ਨਹੀਂ ਵਿਗੜਦਾ, ਇੱਕ ਰੋਮ ਨਹੀਂ ਛੇਦ ਹੁੰਦਾ ਉਹਦਾ। ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੂ ਨ ਭੇਟਨ ਪਾਵੇ। ਉਹ ਆਪਣਾ ਹੱਥ ਦੇ ਕੇ ਰੱਖਿਆ ਕਰਦਾ ਹੈ। ਜਿੰਨੇ ਵੀ ਪਾਪਾਂ ਦੇ ਸਮੂਹ ਹੈ, ਉਹ ਨੇੜੇ ਨਹੀਂ ਆਉਂਦੇ। ਬੰਦਾ ਪਾਪੀ ਨਹੀਂ ਬਣਦਾ, ਪਾਪ ਕਰਨ ਬਾਰੇ ਸੋਚਦਾ ਹੀ ਨਹੀਂ ਹੈ, ਚੰਗਾ ਹੀ ਕਰਮ ਕਰਦਾ। ਔਰ ਕੀ ਬਾਤ ਕਹਾਂ ਕਹਿ ਤੋ ਸੌ। ਮੈਂ ਹੋਰ ਦੀ ਗੱਲ ਤੈਨੂੰ ਕਿਆ ਕਹਾਂ। ਉਹ ਤਾਂ ਪੇਟ ਦੇ ਵਿੱਚ ਵੀ ਤੇਰੀ ਰੱਖਿਆ ਕਰਦਾ,
ਉਹ ਝਿੱਲੀ, ਉਹ ਮੈਂਬਰੇਨ ਜਿਹੜੀ ਬੱਚੇ ਦੇ ਆਲੇ ਦੁਆਲੇ ਹੁੰਦੀ ਹੈ ਵੋਮ ਦੇ ਵਿੱਚ, ਕੁੱਖ ਦੇ ਵਿੱਚ, ਉਹਦੇ ਵਿੱਚ ਵੀ ਤੇਰੀ ਰੱਖਿਆ ਕਰਦਾ। ਜਿੱਥੇ ਬਹੁਤ ਭਾਰੀ ਯਾਨੀ ਟੈਂਪਰੇਚਰ ਹੁੰਦਾ ਅੰਦਰ ਵੱਧ, ਉੱਥੇ ਵੀ ਤੇਰੀ ਰੱਖਿਆ ਕਰਦਾ। ਜਛ ਭੁਜੰਗ ਸੋ ਦਾਨਵ ਦੇਵ, ਅਭੇਵ ਤੁਮੈ ਸਭ ਹੀ ਕਰ ਧਿਆਵੈ। ਜਛ ਵੀ, ਸੱਪ ਵੀ, ਦਾਨਵ ਵੀ, ਦੇਵ ਵੀ। ਭੁਜੰਗ ਤੋਂ ਜ਼ਿਆਦਾ ਮੁਰਾਦ ਸ਼ੇਸ਼ਨਾਗ ਤੋਂ ਹੈ। ਜਛ ਵੀ ਇੱਕ ਜਾਤੀ ਹੁੰਦੀ ਹੈ, ਔਰ ਦਾਨਵ ਔਰ ਦੇਵ, ਦੇਵਤੇ ਔਰ ਰਾਕਸ਼, ਇਹ ਸਾਰੇ ਤੈਨੂੰ ਅਭੇਵ ਕਰਕੇ ਜਾਣਦੇ, ਧਿਆਉਨੇ ਵੀ ਤੇਰਾ ਭੇਦ ਨਹੀਂ ਪਾਇਆ ਜਾ ਸਕਦਾ, ਫਿਰ ਵੀ ਤੈਨੂੰ ਧਿਆਉਨੇ ਆ। ਤੋ ਸਾਧ ਸੰਗਤ ਜੀਓ, ਇਹ ਗੱਲ ਗੁਰਬਾਣੀ ਵਿੱਚ ਵੀ ਬਹੁਤ ਵਾਰ ਆਉਂਦੀ ਹੈ ਵੀ ਤੂੰ ਅਭੇਵ ਹੈ, ਤੇਰਾ ਭੇਦ ਨਹੀਂ ਕੋਈ ਵੀ ਲੱਗ ਸਕਦਾ। ਭੂਮ ਆਕਾਸ਼ ਪਤਾਲ ਰਸਾਤਲ, ਜਛ ਭੁਜੰਗ ਸਭੈ ਸਿਰ ਨਿਆਵੈ। ਜ਼ਮੀਨ ਅਸਮਾਨ ਪਤਾਲ, ਜਛ ਵੀ, ਭੁਜੰਗ ਵੀ, ਸੱਪ ਵੀ, ਸਾਰੇ ਤੈਨੂੰ ਸਿਰ ਨਵਾਉਂਦੇ। ਪਾਏ ਸਕੈ ਨਹੀਂ ਪਾਰ ਪ੍ਰਵਾਹੂ ਕੋ, ਤੇਰੀ ਸੱਤਾ ਨੂੰ ਕੋਈ ਪਾ ਨਹੀਂ ਸਕਦਾ, ਤੇਰੀ ਪ੍ਰਭਤਾ ਨੂੰ ਕੋਈ ਪਾ ਨਹੀਂ ਸਕਦਾ। ਨੇਤ ਹੀ ਨੇਤੈ ਵੇਦ ਬਤਾਵੇ, ਵੇਦ ਵੀ ਇੰਨਾ ਕਹਿ ਕੇ ਹੀ ਸਾਰਦੇ ਆ ਵੀ ਤੂੰ ਨੇਤ ਨੇਤ ਹੈ, ਤੂੰ ਆ ਵੀ ਨਹੀਂ ਹੈ, ਤੂੰ ਉਹ ਵੀ ਨਹੀਂ ਹੈ। ਤੇਰੀ ਡੈਫੀਨੇਸ਼ਨ ਕੋਈ ਨਹੀਂ ਦਿੱਤੀ ਵੇਦਾਂ ਨੇ, ਤੇਰੀਆਂ ਨੈਗੇਟਿਵ ਕੁਆਲਿਟੀਜ਼ ਨੂੰ ਬਿਆਨ ਕਰਿਆ ਵੀ ਤੂੰ ਆ ਵੀ ਨਹੀਂ ਹੈ, ਤੂੰ ਆ ਵੀ ਨਹੀਂ ਹੈ। ਨੇਤ ਨੇਤ ਉਸੇ ਨੂੰ ਕਹਿੰਦੇ, ਨੇਤ ਨੇਤ ਕਥੰਤ ਵੇਦਾ, ਗੁਰਬਾਣੀ 'ਚ ਵੀ ਜ਼ਿਕਰ ਆਉਂਦਾ ਇਹਦਾ। ਨਾਰਦ ਨੇ ਖੋਜ ਥੱਕੇ ਸਭ ਹੀ ਖੁਜੀਆ, ਸੁਰ ਹਾਰ ਪਰੇ ਹਰ ਹਾਥ ਨਾ ਆਵੇ। ਖੋਜੀ, ਖੁਜੀਆ ਖੋਜੀ ਨੂੰ ਕਹਿੰਦੇ, ਸੁਰ ਦੇਵਤੇ ਹੁੰਦੇ। ਸਭ ਖੋਜ ਕੇ ਥੱਕ ਕੇ ਤੈਨੂੰ ਅਖੀਰ ਨੂੰ ਹਾਰ ਜਾਂਦੇ ਆ, ਤੂੰ ਹੱਥ ਨਹੀਂ ਆਉਂਦਾ, ਤੂੰ ਕਿਸੇ ਦੇ ਵੱਸ 'ਚ ਨਹੀਂ ਹੈ। ਗੁਰਬਾਣੀ 'ਚ ਜ਼ਿਕਰ ਆਉਂਦਾ ਵੀ ਸਿਰਫ ਤੈਨੂੰ ਭਗਤ ਆਪਣੇ ਵੱਸ 'ਚ ਕਰ ਸਕਦਾ, ਉਹ ਵੀ ਜਿਹੜਾ ਸੱਚਾ ਭਗਤ ਹੈ, ਜਿਹੜਾ ਸਰੈਂਡਰ ਆਫ ਮਾਈਂਡ ਦੇ ਔਰ ਬੁੱਧੀ ਦੇ ਨਾਲ ਚੱਲਦਾ, ਜਿਹੜਾ ਤੈਨੂੰ ਸਮਰਪਿਤ ਹੋ ਗਿਆ। ਭਗਤੀ ਬਹੁਤ ਕਿਸਮ ਦੀ ਹੈ, 9 ਪ੍ਰਕਾਰ ਦੀ ਵੇਦਾਂ ਨੇ ਲਿਖੀ ਹੈ, ਔਰ ਬਹੁਤ ਸਾਰੇ ਦੇਵਤਿਆਂ ਦੇ ਭਗਤ ਹੈ, ਦੇਵੀਆਂ ਦੇ ਭਗਤ ਹੈ, ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਗੁਰਮਤਿ ਨੇ। ਸਿਰਫ ਉਹ ਭਗਤ ਜਿਹੜੇ ਤੇਰੇ ਬਣ ਜਾਂਦੇ, ਜਿਹੜੇ ਪ੍ਰੇਮਾ ਭਗਤੀ ਕਰਦੇ, ਉਹਨਾਂ ਦੇ ਤੂੰ ਬਚ ਹੈ। ਬਾਕੀ ਨਾ ਕਿਸੇ ਦਾਨੀ ਦੇ ਹੈ, ਨਾ ਕਿਸੇ ਰਾਜੇ ਮਹਾਰਾਜੇ ਦੇ ਹੈ, ਨਾ ਹੀ ਕਿਸੇ ਕਰਮ ਧਰਮ ਕਰਨ ਵਾਲੇ ਦੇ ਹੈ, ਤੇ ਨਾ ਹੀ ਕਿਸੇ ਹੋਰ ਤਰ੍ਹਾਂ ਤੋਂ ਕਰਮ ਕਰਨ ਦੇ ਨਾਲ ਤੂੰ ਬਚ ਆਉਣਾ। ਦਾਨੀਆਂ ਦੇ ਤਾਂ ਤੂੰ ਬਿਲਕੁਲ ਹੀ ਨਹੀਂ ਆਉਂਦਾ, ਦਾਨੀ ਤਾਂ ਸਗੋਂ ਹੰਕਾਰੀ ਹੋ ਜਾਂਦਾ। ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ, ਸੇ ਸਭੂ ਮਿਲ ਗਾਇਓ। ਨਾਰਦ ਵਰਗੇ ਚਲਾਕ ਲੋਕ, ਰੁਮਨਾ ਰਿਖੀ ਵਰਗੇ, ਸਾਰੇ ਤੈਨੂੰ ਮਿਲ ਕੇ ਗਾਉਂਦੇ ਧਿਆਉਂਦੇ। ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ। ਵੇਦ ਵੀ ਕਤੇਬ ਵੀ, ਸਾਮੀ ਪੁਸਤਕਾਂ ਜਿਹੜੀਆਂ ਕਤੇਬਾਂ ਕਹਿੰਦੇ ਉਹਨਾਂ ਨੂੰ, ਕੁਰਾਨ ਅੰਜੀਲ ਵਗੈਰਾ, ਉਹਨਾਂ ਨੇ ਵੀ ਤੇਰਾ ਭੇਦ ਨਹੀਂ ਪਾਇਆ। ਸਭ ਹਾਰ ਪਰੇ ਹਰ ਹਾਥ ਨਾ ਆਇਓ। ਪਰਮਾਤਮਾ ਹੱਥ 'ਚ ਨਹੀਂ ਪਾਉਂਦਾ, ਪਕੜਿਆ ਨਹੀਂ ਜਾਂਦਾ। ਅਦਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹੋਂ ਸਤਿਗੁਰ ਕੈ ਬਲਿਹਾਰੀ ਆ। ਉਹ ਕੇਵਲ ਸ਼ਬਦ ਨਾਲ ਵੱਸ 'ਚ ਆਉਂਦਾ, ਪਕੜਿਆ ਜਾਂਦਾ। ਵੇਦਾਂ ਕਤੇਬਾਂ ਨੂੰ ਤੇਰਾ ਕੋਈ ਭੇਦ ਨਹੀਂ ਆਇਆ, ਸਭ ਹਾਰ ਗਏ। ਪਾਏ ਸਕੈ ਨਹੀਂ ਪਾਰ ਤੇ ਉਮਾਪਤ, ਪਾਏ ਸਕੈ ਨਹੀਂ ਪਾਰ ਉਮਾਪਤ, ਰਿੱਧ ਸਨਾਥ ਸਨੰਤਨ ਧਿਆਇਓ। ਉਮਾ ਦਾ ਪਤੀ ਯਾਨੀ ਸ਼ਿਵ ਜੀ, ਉਹ ਵੀ ਤੈਨੂੰ ਨਹੀਂ ਪਾ ਸਕਿਆ। ਅਸੀਂ ਲੋਕ ਮੂਰਖਤਾ ਵਿੱਚ ਸ਼ਿਵ ਜੀ ਨੂੰ ਪਰਮਾਤਮਾ ਕਹੀ ਜਾਂਦੇ। ਸਿੱਧ ਸਨਾਥ ਸਨੰਤਨ ਧਿਆਇਓ। ਸਿੱਧ ਲੋਕ, ਸਨਾਥ ਨਾਥ ਲੋਕ ਹੈ ਜਿਹੜੇ, ਔਰ ਸਨੰਤਨ ਸਨਕ ਸਨੰਤ ਬ੍ਰਹਮਾ ਦੇ ਲੜਕੇ ਆ ਜਿਹੜੇ ਚਾਰੇ, ਉਹ ਵੀ ਤੈਨੂੰ ਧਿਆਉਂਦੇ। ਧਿਆਉਂਦੇ ਸਭ ਤੈਨੂੰ ਹੈ, ਪਰ ਤੂੰ ਕਿਸੇ ਦੇ ਹੱਥ 'ਚ ਨਹੀਂ ਆਇਆ। ਸਾਧ ਸੰਗਤ ਜੀਓ, ਸਿੱਧ ਸਮਾਧੀਆਂ ਲਾ ਕੇ ਹਾਰ ਗਏ, ਇਹ ਤਾਂ ਗੱਲ ਗੁਰਬਾਣੀ 'ਚ ਬਹੁਤ ਜਗ੍ਹਾ ਆਉਂਦੀ ਹੈ।
परमात्मा हथ च नहीं आउंदा। खास करके ਜਿਹੜੀਆਂ ਸਰੀਰਕ ਸਾਧਨਾਵਾਂ ਹੈ, ਸਰੀਰ ਨੂੰ ਤਪਾਉਣ ਦੀਆਂ ਜਾਂ ਸਰੀਰ ਨੂੰ ਯਾਤਨਾਵਾਂ ਦੇਣ ਦੀਆਂ, ਉਹਨਾਂ ਦੇ ਨਾਲ ਤਾਂ ਉਹ ਬਿਲਕੁਲ ਹੀ ਨਹੀਂ ਹੱਥ ਆਉਂਦਾ। ਉਹ ਤਾਂ ਮਨ ਦੀ ਸਾਧਨਾ ਜਿਹੜਾ ਕਰਦਾ, ਮਨ ਨੂੰ ਸਾਧਦਾ ਹੈ, ਨੀਵਾਂ ਹੁੰਦਾ ਹੈ, ਹੰਕਾਰ ਟੁੱਟਦਾ, ਜਿਹਦਾ ਉਹ ਤੋੜਦਾ ਹੈ, ਉਹੀ ਉਹਨੂੰ ਸਮਝ ਸਕਦਾ। ਦੂਜੇ ਨੂੰ ਤਾਂ ਉਹਦੀ ਸਮਝ ਹੀ ਨਹੀਂ ਆਉਂਦੀ ਕਿਸੇ ਦੀ। ਧਿਆਨ ਤਰੋ ਤੇ ਕੋ ਮਨ ਮੈਂ, ਜੇ ਕੋ ਅਮਿਤੋਜ ਸਵੈ ਜਗ ਛਾਇਓ। ਭਾਈ ਉਹਦਾ ਧਿਆਨ ਧਰੋ ਮਨ ਵਿੱਚ, ਜਿਹਦੀ ਗਲੋਰੀ, ਜਿਹਦਾ ਪ੍ਰਤਾਪ ਸਾਰੇ ਜੱਗ ਪਰ ਛਾਇਆ ਹੋਇਆ। ਮਨ ਤੋਂ ਕਰੋ ਉਹਨੂੰ ਜੋ ਵੀ ਕਰਨਾ ਹੈ। ਸਰੀਰ ਕਰਕੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸਰੀਰ ਯਾਤਨਾਵਾਂ ਦੇਣ ਦੇ ਨਾਲ ਸਰੀਰ ਨੂੰ ਪਰਮਾਤਮਾ ਨਹੀਂ ਮਿਲਦਾ। ਇਹਦਾ ਬਦਲਿਆ ਵਾ ਰੂਪ ਗੁਰਬਾਣੀ 'ਚ ਕੋਰਸਪੋਂਡਿੰਗ ਇਹ ਹੈ ਵੀ ਸੰਗਤ ਦੀ ਸੇਵਾ ਕਰ, ਹੱਥਾਂ ਪੈਰਾਂ ਨਾਲ ਸੇਵਾ ਕਰ ਲਓ, ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਚਲੇ ਜਾਓ, ਅਤੇ ਹੋਰ ਸੰਗਤ ਨੂੰ ਕਿਸੇ ਵੀ ਰੂਪ 'ਚ ਸੇਵਾ ਕਰ ਲਓ। ਤੱਪੜ ਝਾੜ ਦਿਓ, ਲੰਗਰ ਬਣਾ ਦਿਓ, ਵਰਤਾ ਦਿਓ, ਇਹ ਪ੍ਰਵਾਨ ਹੈ। ਲੇਕਿਨ ਸਰੀਰ ਨੂੰ ਕਸ਼ਟ ਦੇਣਾ ਹੋਰ ਸਾਧਨਾ ਕਰਨ ਦੇ ਤੌਰ 'ਤੇ ਉਹ ਬਿਲਕੁਲ ਪ੍ਰਵਾਨ ਨਹੀਂ। ਵੇਦ ਪੁਰਾਨ ਕਤੇਬ ਕੁਰਾਨ, ਅਭੇਦ ਨਿਰਪਾਨ ਸਭੈ ਪਚਹਾਰ। ਵੇਦ ਪੁਰਾਣ ਕਤੇਬਾਂ ਕੁਰਾਨ ਸਭ ਤੈਨੂੰ ਅਭੇਦ ਕਹਿੰਦੇ, ਤੇਰਾ ਭੇਦ ਨਹੀਂ ਪਾਇਆ ਜਾਂਦਾ। ਰਾਜੇ ਵੀ ਸਭ ਪਚ ਕੇ ਹਾਰ ਗਏ, ਤੇਰਾ ਭੇਦ ਨਹੀਂ ਆਉਂਦਾ ਕਿਸੇ ਨੂੰ। ਭੇਦ ਨਾ ਪਾਏ ਸਕਿਓ ਅਨਭੇਦ ਕੋ, ਖੇਦਤ ਹੈ ਅਨਛੇਦ ਪੁਕਾਰੇ। ਤੇਰਾ ਭੇਦ ਕੋਈ ਨਹੀਂ ਪਾ ਸਕਿਆ ਕਿਉਂਕਿ ਤੂੰ ਅਨਭੇਦ ਹੈ। ਫਿਰ ਉਹਨਾਂ ਨੂੰ ਬਹੁਤ ਖੇਦ ਹੁੰਦਾ, ਅਫਸੋਸ ਹੁੰਦਾ ਹੈ, ਦੁਖੀ ਹੁੰਦੇ ਹੈ। ਤੈਨੂੰ ਫਿਰ ਅਨਛੇਦ ਕਹਿ ਕੇ ਹੀ ਉਹ ਆਪਣੀ ਸ਼ਾਂਤੀ ਕਰ ਲੈਂਦਾ ਵੀ ਤੂੰ ਤਾਂ ਭੇਦਿਆ ਹੀ ਨਹੀਂ ਜਾ ਸਕਦਾ, ਅਨਛੇਦ ਹੈ, ਤੂੰ ਅਖੰਡ ਹੈ। ਰਾਗ ਨਾ ਰੂਪ ਨਾ ਰੇਖ ਨਾ ਰੰਗ, ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ। ਤੇਰਾ ਕੋਈ ਰੂਪ ਨਹੀਂ, ਰੰਗ ਨਹੀਂ, ਤੇਰਾ ਕੋਈ ਰੇਖ ਨਹੀਂ, ਤੇਰਾ ਕੋਈ ਸਾਕ ਨਹੀਂ, ਤੈਨੂੰ ਕੋਈ ਸੋਗ ਵੀ ਨਹੀਂ ਹੈ, ਤੇਰਾ ਕੋਈ ਸੰਗ ਵੀ ਨਹੀਂ, ਸੰਗੀ ਵੀ ਨਹੀਂ ਹੈ, ਤੂੰ ਇਕੱਲਾ ਹੀ ਇਕੱਲਾ ਹੈ। ਤੇਰਾ ਕੋਈ ਵਜ਼ੀਰ ਵੀ ਨਹੀਂ ਹੈ, ਬੇਵਜ਼ੀਰ ਹੈ। ਇਹ ਤੇਰੇ ਸਭ ਗੁਣ ਹੈ, ਅਸਲ ਵਿੱਚ ਤੂੰ ਨਿਰਗੁਣ ਹੈ। ਆਦ ਅਨਾਦ ਅਗਾਧ ਅਭੇਖ ਅਦਵੈਕ ਜਪਿਓ, ਤਿਨ ਹੀ ਕੁਲ ਤਾਰੇ। ਜਿਹਨੇ ਉਸ ਅਨਾਦੀ ਆਦਿ ਅਗਾਧ ਨੂੰ, ਅਭੇਖ ਨੂੰ, ਅਦਵੈਕ ਨੂੰ, ਰਾਗ ਦਵੈਸ਼ ਤੋਂ ਰਹਿਤ ਨੂੰ ਜਪਿਆ ਹੈ, ਉਹਨਾਂ ਦੀਆਂ ਕੁਲਾਂ ਤਰੀਆਂ, ਹੋਰ ਨਹੀਂ ਕੋਈ ਵੀ ਤਰ ਸਕਦਾ। ਤੀਰਥ ਕੋਟ ਕੀਏ ਇਸ਼ਨਾਨ, ਦੀਏ ਬਹੁਦਾਨ ਮਹਾਂਬ੍ਰਿਤ ਧਾਰੇ। ਬੜੇ ਤੀਰਥ ਕਰੇ ਕਰੋੜਾਂ ਹੀ, ਬੜਾ ਦਾਨ ਕਰਿਆ, ਬੜੇ ਵਰਤ ਰੱਖੇ, ਕਿਆ ਪ੍ਰਾਪਤੀ ਹੋਈ? ਕੁਛ ਵੀ ਨਹੀਂ। ਦੇਸ ਫਿਰਿਓ ਕਰ ਭੇਸ ਤਪੋ ਧਨ, ਕੇਸ ਧਰੇ ਨਾ ਮਿਲੇ ਹਰ ਪਿਆਰੇ। ਸਾਰੇ ਦੇਸ਼ਾਂ ਦਾ ਰਟਨ ਵੀ ਕਰ ਲਿਆ, ਭੇਖ ਬਣਾ ਲਿਆ, ਤਪ ਵੀ ਕਰਿਆ, ਔਰ ਲੰਬੀਆਂ ਜਟਾਂ ਵੀ ਰੱਖ ਲੀਆਂ, ਕੇਸ ਧਰਨਾ, ਪਰ ਤੂੰ ਪਿਆਰੇ ਮਿਲਿਆ ਨਹੀਂ ਹੈ ਕਿਸੇ ਨੂੰ। ਕੇਸ ਧਰਨਾ ਸਾਧ ਸੰਗਤ ਜੀ ਵੀ ਸਮਝਣ ਜੈਸੀ ਬਾਤ ਹੈ। ਜਿਹੜੇ ਨੈਚੁਰਲ ਕੇਸ ਹੈ ਉਹ ਧਰੇ ਹੋਏ ਨਹੀਂ ਹੈ, ਉਹ ਪਰਮਾਤਮਾ ਨੇ ਸਰੀਰ ਦੇ ਨਾਲ ਹੀ ਲਗਾਏ ਹੋਏ ਨੇ। ਕੇਸ ਧਰਨਾ ਇੱਕ ਖਾਸ ਕਿਸਮ ਦਾ ਐਕਸ਼ਨ ਹੈ, ਜਿਹਦੇ ਵਿੱਚ ਜਟਾਂ ਬਣਾ ਕੇ ਜੂੜਾ ਭਾਰੀ ਕਰਕੇ ਰੱਖਿਆ ਜਾਂਦਾ ਹੈ। ਉਹਨਾਂ ਲੋਕਾਂ ਦੀ ਇਹ ਗਲਤ ਫਹਿਮੀ ਹੈ ਵੀ ਇਸ ਤਰ੍ਹਾਂ ਕਰਨ ਦੇ ਨਾਲ ਪਰਮਾਤਮਾ ਪ੍ਰਾਪਤ ਹੋ ਜਾਊਗਾ। ਬਰੋਟੇ ਦਾ ਜਿਹੜਾ ਦੁੱਧ ਹੁੰਦਾ ਹੈ, ਬੋਹੜ ਦਾ, ਉਹ ਸਿਰ ਦੇ ਵਾਲਾਂ ਨੂੰ ਲਗਾ ਕੇ ਉਹਨੂੰ ਉਹ ਮੈਟ ਕਰਦੇ ਆ, ਯਾਨੀ ਮੀਡੀਆਂ ਜਿਹੀਆਂ ਬਣਾਉਂਦੇ ਆ, ਜਟਾਂ ਬਣਾ ਲੈਂਦੇ, ਨਾ ਉਹ ਵਾਹੁੰਦੇ ਆ ਨਾ ਉਹਨੂੰ ਸਾਫ਼ ਕਰਦੇ ਆ ਕੇਸਾਂ ਨੂੰ। ਉਹ ਹੈ ਕੇਸ ਧਰਨਾ। ਕੇਸ ਤਾਂ ਵੈਸੇ ਹੀ ਲੱਗੇ ਹੋਏ ਸਰੀਰ ਦੇ ਨਾਲ, ਉਹ ਧਰੇ ਹੋਏ ਨਹੀਂ ਹੈ। ਧਰਨਾ ਹੋਰ ਚੀਜ਼ ਹੈ। ਜਿਹੜਾ ਸਹਿਜਤਾ ਦੇ ਵਿੱਚ ਕੇਸ ਰੱਖਣੇ ਆ ਉਹ ਤਾਂ ਪ੍ਰਵਾਨ ਹੈ, ਉਹ ਤਾਂ ਗੁਰੂ ਸਾਹਿਬ ਨੇ ਹੁਕਮ ਕਰਿਆ ਸਿੱਖ ਨੂੰ। ਲੇਕਿਨ ਭੇਖ ਬਣਾ ਕੇ ਜਟਾਂ ਤਾਂ ਰੱਖਣੀਆਂ ਜਾਂ ਰੁੰਡ ਮੁੰਡ ਹੋਣਾ, ਉਹਨਾਂ ਦੀ ਮਨਾਹੀ ਕਰੀ। ਸਾਧ ਸੰਗਤ ਜੀਓ, ਆਸਨ ਕੋਟ ਕਰੇ ਅਸ਼ਟਾਂਗ ਧਰੇ। ਆਸਨ ਕੋਟ ਕਰੇ ਅਸ਼ਟਾਂਗ ਧਰੇ,
बहुत न्यास करे करे मुख तारे। ਕਰੋੜਾਂ ਹੀ ਆਸਣ ਕਰਦਾ ਹੋਵੇ ਸਿੱਧਾਂ ਦੇ, ਸਰੀਰ ਦੀ ਸਾਧਨਾ ਕਰਦਾ ਹੋਵੇ, ਅਸ਼ਟਾਂਗ ਕਰਦਾ ਹੋਵੇ, ਅੱਠ ਅੰਗਾਂ ਵਾਲੇ ਸਿੱਧਾਂ ਦੇ ਜਿਹੜੇ ਪ੍ਰਮੁੱਖ ਹੈ ਆਸਣ। ਬਹੁਤ ਨਿਆਸ ਕਰੇ ਮੁਖ ਕਾਰੇ, ਮੂੰਹ ਵੀ ਕਾਲਾ ਕਰਦਾ ਹੋਵੇ ਔਰ ਨਿਆਸ ਵੀ ਬਹੁਤ ਕਰਦਾ ਹੋਵੇ। ਇਹ ਨਿਆਸ ਸ਼ਬਦ ਗੁਰਬਾਣੀ 'ਚ ਸਾਧ ਸੰਗਤ ਜੀ ਕਿਧਰੇ ਨਜ਼ਰ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਜੀ 'ਚ ਦਸ਼ਮੇਸ਼ ਜੀ ਨੇ ਵਰਤਿਆ। ਤੋ ਨਿਆਸ ਕਿਹਨੂੰ ਕਹਿੰਦੇ, ਥੋੜ੍ਹੀ ਜਿਹੀ ਵਿਚਾਰ ਆਪਾਂ ਇਹਦੀ ਵੀ ਲੈ ਲਈਏ। ਨਿਆਸ ਵੀ ਸਰੀਰਕ ਪ੍ਰਕਿਰਿਆ ਹੈ। ਜਿਹੜੀਆਂ ਆਪਣੀਆਂ ਉਂਗਲੀਆਂ ਹੈ, ਇਹਨਾਂ ਲੋਕਾਂ ਦਾ ਖਿਆਲ ਹੈ ਵੀ ਇਹਨਾਂ ਪੰਜਾਂ ਦੇ ਵਿੱਚ ਪੰਜ ਤੱਤਾਂ ਦੀ ਊਰਜਾ ਹੁੰਦੀ ਹੈ। ਜਿਵੇਂ ਅੰਗੂਠਾ ਹੈ ਹੱਥ ਦਾ, ਅੰਗੂਠੇ ਦੇ ਵਿੱਚ ਆਕਾਸ਼ ਦੀ ਊਰਜਾ ਹੈ। ਚੀਚੀ ਹੈ ਜਿਹੜੀ ਛੋਟੀ ਉਂਗਲੀ, ਉਹਦੇ ਵਿੱਚ ਧਰਤੀ ਦੀ ਊਰਜਾ ਹੈ। ਜਿਹੜੀ ਗਵਲੀ ਬੜੀ ਉਂਗਲੀ ਹੈ ਉਹ ਅਗਨੀ ਦਾ ਪ੍ਰਤੀਕ ਹੈ। ਅਤੇ ਜਿਹੜੀ ਰਿੰਗ ਪਾਉਣ ਵਾਲੀ ਉਂਗਲੀ ਹੈ, ਅਨਾਮਕਾ ਕਹਿੰਦੇ ਜਿਹਨੂੰ, ਉਹ ਪਾਣੀ ਦਾ ਪ੍ਰਤੀਕ ਹੈ। ਔਰ ਜਿਹੜੀ ਅੰਗੂਠੇ ਦੇ ਨਾਲ ਵਾਲੀ ਉਂਗਲੀ ਹੈ ਉਹ ਹਵਾ ਦਾ, ਏਅਰ ਦਾ ਪ੍ਰਤੀਕ ਹੈ ਵੀ ਇਹਦੇ 'ਚ ਏਅਰ ਦੀ ਊਰਜਾ ਹੁੰਦੀ ਹੈ। ਬ੍ਰਹਿਮੰਡੀ ਊਰਜਾ ਨੂੰ ਉਹ ਇਹਨਾਂ ਉਂਗਲੀਆਂ ਦੇ ਰਾਹੀਂ ਆਪਣੇ ਵਿੱਚ ਲਿਆਉਣਾ ਚਾਹੁੰਦੇ ਆ। ਉਹ ਤਰ੍ਹਾਂ ਤਰ੍ਹਾਂ ਦਾ ਇਹਨਾਂ ਦਾ ਫਿਰ ਐਕਸ਼ਨ ਹੈ। ਥੋੜ੍ਹੀ ਜਿਹੀ ਵਿਚਾਰ ਲੈ ਲਈਏ, ਚੱਲੀਏ, ਕਿਉਂਕਿ ਸ਼ਬਦ ਆਇਆ ਹੈ, ਗੁਰੂ ਜੀ ਨੇ ਵਰਤਿਆ। ਵੈਸੇ ਸਿੱਖ ਦੇ ਕਰਨ ਖਾਤਰ ਨਹੀਂ ਹੈ ਇਹ ਕਰਮ ਕੋਈ ਵੀ, ਕਿਉਂਕਿ ਸਰੀਰਕ ਸਾਧਨਾ ਦਾ ਕੋਈ ਮਤਲਬ ਹੀ ਨਹੀਂ ਬਣਦਾ। ਸਾਡੇ ਵਾਸਤੇ ਤਾਂ ਹੱਥ ਜੋੜਨੇ ਪਰਮਾਤਮਾ ਨੂੰ, ਬਸ ਇਹੀ ਨਿਆਸ ਹੈ, ਹੋਰ ਕੁਛ ਨਹੀਂ ਹੈ। ਤੋ ਨਿਆਸ ਵਿੱਚ ਕਿਆ ਕਰਦੇ ਹੈ ਲੋਕ, ਜਿਹੜੇ ਕਰਦੇ ਹਨ ਅੰਗੂਠੇ ਨੂੰ ਔਰ ਅੰਗੂਠੇ ਦੇ ਨਾਲ ਵਾਲੀ ਉਂਗਲੀ ਨੂੰ ਮਿਲਾ ਲੈਂਦੇ, ਬਾਕੀ ਉਂਗਲੀਆਂ ਖੁੱਲੀਆਂ ਛੱਡਦੇ, ਚੌਂਕੜਾ ਮਾਰ ਕੇ ਬੈਠ ਜਾਂਦੇ। ਉਹ ਇਹ ਸਮਝਦੇ ਆ ਵੀ ਇਹ ਜਿਹੜੀ ਅੰਗੂਠੇ ਦੀ ਆਕਾਸ਼ ਦੀ ਊਰਜਾ ਔਰ ਉਂਗਲੀ ਦੇ ਵਿੱਚ ਜਿਹੜੀ ਏਅਰ ਦੀ ਊਰਜਾ ਵੀ ਅਸੀਂ ਇਹਨੂੰ ਸਰੀਰ ਦੇ 'ਚ ਲਿਆਉਣਾ। ਆਪ ਜੀ ਨੇ ਦੇਖਿਆ ਹੋਊਗਾ ਮਹਾਭਾਰਤ ਵਿੱਚ ਅਰਜਨ ਦਿਵਯ ਅਸਤਰਾਂ ਦੀ ਖੋਜ ਵਿੱਚ ਇੱਕ ਦਰਖਤ ਦੇ ਹੇਠ ਬੈਠਾ ਇਸ ਤਰ੍ਹਾਂ ਦਿਖਾਇਆ ਗਿਆ ਵੀ ਮੈਂ ਦਿਵਯ ਅਸਤਰਾਂ ਨੂੰ ਖੋਜਣਾ ਹੈ, ਭਾਲਣਾ ਹੈ, ਮਿਲਦੇ ਆ ਉਹ ਇਸ ਤਰ੍ਹਾਂ। ਉਹਨਾਂ ਦਾ ਖਿਆਲ ਹੈ, ਗੁਰਮਤ ਦਾ ਖਿਆਲ ਨਹੀਂ ਹੈ। ਉਹ ਫਿਰ ਉਹਨੂੰ ਪ੍ਰਾਪਤੀ ਦਿਖਾਉਂਦੇ ਉੱਥੇ ਹੋਈ। ਇਹ ਇੱਕ ਨਿਆਸ ਹੈ। ਕਈ ਕਿਸਮਾਂ ਨਿਆਸ ਦੀਆਂ। ਇੱਕ ਨਿਆਸ ਹੁੰਦਾ ਦੋਹੇ ਹੱਥਾਂ ਦੀਆਂ ਸਾਰੀਆਂ ਪੰਜ ਉਂਗਲੀਆਂ ਬੰਦ ਕਰਕੇ ਉਹਨਾਂ ਨੂੰ ਮਿਲਾ ਕੇ ਸਿਰ ਦੇ ਉੱਪਰ ਨੂੰ ਘੁਮਾਉਣਾ, ਇਹ ਵੀ ਇੱਕ ਨਿਆਸ ਹੈ। ਇੱਕ ਨਿਆਸ ਇਹ ਹੈ ਬਈ ਸਿਰ ਦੀ ਟੌਪ ਤੋਂ ਥੋੜ੍ਹਾ ਜਿਹਾ ਪਿੱਛੇ ਗਿੱਚੀ ਵੱਲ ਨੂੰ, ਜਿੱਥੇ ਬੋਦੀ ਰੱਖੀ ਜਾਂਦੀ ਝੋਟੀ, ਅੱਜ ਕੱਲ੍ਹ ਤਾਂ ਕੋਈ ਰੱਖਦਾ ਨਹੀਂ, ਪੁਰਾਣੇ ਲੋਕ ਰੱਖਦੇ ਸੀ, ਉੱਥੇ ਵੱਡੀ ਉਂਗਲੀ ਨੂੰ ਉਹਦੇ ਉੱਤੇ ਫਿਕਸ ਕਰਨਾ, ਇਹ ਵੀ ਇੱਕ ਨਿਆਸ ਹੈ। ਇਹ ਸਾਰਾ ਹੀ ਤਾਂ ਜਿਹੜਾ ਵੀ ਨਿਆਸ ਹੈ, ਜਿੰਨਾ ਵੀ, ਇਹ ਉਂਗਲੀਆਂ ਦਾ ਹੀ ਖੇਲ ਹੈ। ਆ ਕੇ ਇਹਦੇ ਨਾਲ ਊਰਜਾ ਸੰਚਾਲਿਤ ਹੁੰਦੀ ਹੈ ਸਾਡੇ ਅੰਦਰ। ਜਿਹੜੇ ਬੁਰੇ ਪ੍ਰਭਾਵ ਹੈ ਉਹਨਾਂ ਨੂੰ ਇਹ ਰੋਕਦੀਆਂ ਊਰਜਾ, ਜਿਹੜੇ ਚੰਗੇ ਪ੍ਰਭਾਵ ਹੈ ਉਹਨਾਂ ਨੂੰ ਅੰਦਰ ਲਿਆਉਂਦੀਆਂ। ਲੇਕਿਨ ਗੁਰਮਤ ਦਾ ਖਿਆਲ ਬਿਲਕੁਲ ਨਹੀਂ ਹੈ। ਇਸ ਗੱਲ ਦਾ ਧਿਆਨ ਕਰੇ। ਗੁਰੂ ਸਾਹਿਬ ਸਗੋਂ ਫਰਮਾਉਂਦੇ ਵੀ ਬਹੁਤ ਸਾਰੇ ਨਿਆਸ ਵੀ ਕਰੇ, ਮੂੰਹ ਕਾਲਾ ਵੀ ਕਰਿਆ। ਕਈ ਕਾਲਾ ਕਰਦੇ ਆਪਣੇ ਮੂੰਹ ਨੂੰ ਵੀ ਸ਼ਾਇਦ ਇੱਕ ਨੇ ਰੱਬ ਮਿਲ ਜੂ। ਕਈ ਕਰੋੜਾਂ ਹੀ ਆਸਣ ਕਰਦੇ ਆ, ਸਿੱਧ ਆਸਣ, ਅਸ਼ਟਾਂਗ ਕਰਦੇ ਆ, ਪਰ ਸਾਰੇ ਹਾਰ ਜਾਂਦੇ। ਅਖੀਰ ਨੂੰ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ। ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਉਹ ਦੀਨ ਦਿਆਲ ਪ੍ਰਭੂ ਅਕਾਲ ਰੂਪ ਵਾਹਿਗੁਰੂ, ਉਹਨੂੰ ਭਜਣੇ ਤੋਂ ਬਿਨਾਂ ਅਖੀਰ ਨੂੰ ਸਭ ਧਰਮਰਾਜ ਦੇ ਦੁਆਰੇ ਪਹੁੰਚਦੇ ਸਜ਼ਾ ਲਾਉਣ ਖਾਤਰ। ਗੁਰਮਤ ਦਾ ਸੰਦੇਸ਼ਾ ਇਹੀ ਹੈ, ਉਪਦੇਸ਼ ਵੀ ਇਹੀ ਹੈ ਵੀ ਇੱਕ ਵਾਹਿਗੁਰੂ ਦੇ ਨਾਲ ਜੁੜ ਜਾਓ। ਕਾਹਤੇ ਸਰੀਰ ਨੂੰ ਯਾਤਨਾਵਾਂ ਦੇਣੀਆਂ, ਕਾਹਤੇ ਇੱਕ ਟੰਗ ਦੇ ਭਾਰ ਖੜਨਾ ਹੈ, ਕਿਉਂ ਠੰਡਾ ਜਲ ਧਾਰਾ ਕਰਨਾ ਹੈ, ਕਿਉਂ ਧੂਣੀਆਂ ਤਪਾਉਣੀਆਂ, ਕਿਉਂ ਬਾਂਦਰਾਂ ਦੀ ਤਰ੍ਹਾਂ ਨੰਗੇ ਫਿਰਨਾ ਹੈ ਜੰਗਲ 'ਚ। ਇਹ ਸਾਰੇ ਕਰਮਾਂ ਨੂੰ ਕੋਈ ਮਾਨਤਾ ਨਹੀਂ ਗੁਰਮਤਿ ਨੇ ਦਿੱਤੀ ਹੋਈ। ਸਾਰੀ ਗੁਰਬਾਣੀ ਵਿੱਚ ਵੀ ਇਹੀ ਚੀਜ਼ ਹੈ, ਵਾਰ-ਵਾਰ ਆਉਂਦੀ ਹੈ। ਫਿਰ ਵੀ ਪਤਾ ਨਹੀਂ ਕਿਉਂ ਸਾਡਾ ਸਿੱਖ ਜਗਤ ਵਿੱਚ ਵੀ ਕਾਫੀ ਸਾਰਾ ਐਸਾ ਹਿੱਸਾ ਹੈ ਜਿਹੜਾ ਇਸ ਤਰ੍ਹਾਂ ਕਰਨ ਲੱਗਿਆ ਹੋਇਆ ਹੈ। ਕਮ ਸੇ ਕਮ ਇਹਨਾਂ ਚੀਜ਼ਾਂ ਨੂੰ ਮਾਨਤਾ ਦਿੰਦੇ ਆ। ਉਹਦਾ ਕਾਰਨ ਇਹ ਹੈ ਵੀ ਗੁਰਬਾਣੀ ਦੀ ਸਮਝ ਦੀ ਅਣਹੋਂਦ ਹੈ, ਸਮਗਰਤਾ ਦੀ ਅਣਹੋਂਦ ਹੈ। ਤੋ ਸਾਧ ਸੰਗਤ ਜੀਓ,
ਇਹ ਜਿਹੜੀ ਨਿਆਸ ਹੈ ਜਿਹੜਾ ਕਰਨਾ, ਇਹ ਨਿਆਸ ਦਾ 1% ਵੀ ਫਾਇਦਾ ਗੁਰਮਤਿ ਅਨੁਸਾਰ ਨਹੀਂ, ਜਦ ਕਿ ਉਹ ਭਰਾ ਸਮਝਦੇ ਵੀ ਇਸ ਤਰ੍ਹਾਂ ਹੁੰਦਾ ਹੈ। ਕਿਸੇ ਨੂੰ ਹੁੰਦਾ ਨਹੀਂ ਹੁੰਦਾ ਇਹਦਾ ਰੱਬ ਜਾਣੇ, ਹੋ ਹੀ ਨਹੀਂ ਸਕਦਾ ਜਦ ਗੁਰਬਾਣੀ ਨਹੀਂ ਮੰਨਦੀ। ਗੁਰਬਾਣੀ ਤਾਂ ਸਿਰਫ ਇੰਨਾ ਫਰਮਾਉਂਦੀ ਹੈ ਵੀ ਆਪਣੀ ਮੈਂ ਨੂੰ ਕਾਬੂ ਕਰੋ, ਇਹਨੂੰ ਘਟਾਓ ਔਰ ਅਕਾਲ ਪੁਰਖ ਦਾ ਧਿਆਨ ਕਰੋ। ਔਰ ਉਹਨਾਂ ਦਾ ਇਹ ਵੀ ਖਿਆਲ ਹੈ ਵੀ ਜਿਹੜੀ ਇਹ ਨਿਆਸ ਕਰਦੇ ਉਹ, ਇਹ ਨਿਆਸ ਸਾਧਨਾ ਦਾ ਪਹਿਲਾ ਪੜਾਅ ਹੈ। ਜਦ ਕਿਸੇ ਹੋਰ ਬੜੇ ਦੇਵੀ ਦੇਵਤੇ ਨੂੰ ਧਿਆਉਣਾ ਹੁੰਦਾ ਉਸ ਤੋਂ ਪਹਿਲਾਂ ਉਹ ਨਿਆਸ ਕਰਦੇ, ਪ੍ਰੈਕਟਿਸ ਕਰਦੇ ਨੇ। ਤਾਂ ਇਹ ਜਿਹੜੀ ਵਿਚਾਰ ਹੈ ਨਿਆਸ ਦੀ ਅੱਜ ਨਵੀਂ ਆਈ ਹੈ, ਕਿਉਂਕਿ ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ ਜੀ ਵੀ ਤੱਕ ਕਿਤੇ ਨਜ਼ਰ ਨਹੀਂ ਆਈ, ਇਹ ਸ਼ਬਦ ਨਜ਼ਰ ਨਹੀਂ ਆਉਂਦਾ। ਜੋਗਣੀਆਂ ਦਾ ਵੀ ਅਤੇ ਨਿਆਸ ਦਾ ਵੀ, ਦੋਨੋਂ ਨਵੇਂ ਸ਼ਬਦ ਨੇ ਗੁਰੂ ਸਾਹਿਬ ਨੇ ਵਰਤੇ ਹੈ ਦਸ਼ਮੇਸ਼ ਜੀ ਨੇ। ਜੋਗਣੀਆਂ ਦਾ ਜਿਹੜਾ ਖਿਆਲ ਹੈ ਵੀ ਉਹਨਾਂ ਕੋਲ ਸ਼ਕਤੀਆਂ ਹੁੰਦੀਆਂ, ਉਹਨਾਂ ਨੂੰ ਧਿਆ ਕੇ ਬੰਦੇ ਕੋਲ ਸ਼ਕਤੀ ਆ ਜਾਂਦੀ, ਊਰਜਾ ਪੈਦਾ ਹੋ ਜਾਂਦੀ ਹੈ, ਜਾਂ ਦੂਜੇ ਦਾ ਨੁਕਸਾਨ ਕਰਨ ਵਾਲੀ ਸ਼ਕਤੀ ਆ ਜਾਂਦੀ ਹੈ। ਗੁਰਮਤਿ ਦਾ ਐਸਾ ਖਿਆਲ ਨਹੀਂ। ਆਪ ਜੀ ਨੇ ਵੀ ਦੇਖਿਆ ਹੋਣਾ ਹੈ, ਕਈ ਮੜੀਆਂ ਦੇ ਵਿੱਚ ਜਾ ਕੇ ਮੁੰਡ ਮਾਲਾ, ਮਨੁੱਖ ਦੀ ਖੋਪਰੀ ਦੀ ਮਾਲਾ ਬਣਾ ਕੇ ਗਲੇ 'ਚ ਪਾ ਕੇ ਉੱਥੇ ਪੂਜਾ ਅਰਚਾ ਕਰਦੇ, ਸਾਧਨਾ ਕਰਦੇ, ਦੇਵੀਆਂ ਨੂੰ ਧਿਆਉਂਦੇ, ਜੋਗਣੀਆਂ ਨੂੰ ਧਿਆਉਂਦੇ। ਲੋਕ ਡਰਦੇ ਉਹਨਾਂ ਤੋਂ ਬਈ ਇਹਨਾਂ ਕੋਲ ਪਤਾ ਨਹੀਂ ਕਿਆ ਸ਼ਕਤੀ ਹੈ। ਇਹ ਹੋ ਸਕਦਾ ਵੀ ਥੋੜ੍ਹੀ ਬਹੁਤੀ ਸਿੱਧੀ ਆ ਜੇ, ਜਿਹੜੀਆਂ ਮਾਰੂ ਸ਼ਕਤੀਆਂ ਐਸੀ ਕੁਛ ਉਤਪੰਨ ਹੋ ਜੇ, ਲੇਕਿਨ ਉਹ ਅਵਰਾ ਸਾਧ ਹੈ, ਉਹ ਪਰਮਾਤਮਾ ਦਾ ਸਵਾਦ ਨਹੀਂ ਹੈ। ਪਰਮਾਤਮਾ ਦੇ ਨਾਮ ਦਾ ਜਿਹੜਾ ਰਸ ਹੈ ਉਹ ਤਾਂ ਕੇਵਲ ਉਹਨੂੰ ਧਿਆ ਕੇ ਹੀ ਆ ਸਕਦਾ। ਸ਼ਕਤੀਆਂ ਜਿੰਨੀਆਂ ਵੀ ਹੈ, ਛੋਟੀਆਂ ਬੜੀਆਂ, ਸਭ ਉਹਦੇ ਹੁਕਮ ਵਿੱਚ ਹੈ। ਨਾਮ ਵਾਲੇ ਦੇ ਨੇੜੇ ਕੋਈ ਸ਼ਕਤੀ ਨਹੀਂ ਆ ਸਕਦੀ। ਕੋਈ ਤੰਤਰਕ, ਕੋਈ ਯੋਗੀ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਵਿਗਾੜਨ ਨੂੰ, ਨਾਮ ਵਾਲੇ ਮਹਾਂਪੁਰਸ਼ ਦਾ ਨਹੀਂ ਵਿਗਾੜ ਸਕਦਾ, ਉਹ ਆਪ ਹਾਰ ਜੂਗਾ। ਇਸ ਕਰਕੇ ਅਸੀਂ ਉੱਧਰ ਤੁਰਨਾ ਹੀ ਨਹੀਂ ਹੈ। ਦੇਖੋ ਚੰਡੀ ਦੀ ਵਾਰ 'ਚ ਆਪਾਂ ਨੇ ਪੜ੍ਹਿਆ ਪਹਿਲਾਂ ਸ਼ਬਦ ਬਈ ਕਿਨੀ ਤੇਰਾ ਅੰਤ ਨਾ ਪਾਇਆ, ਉੱਪਰ ਸਭ ਦੇ ਨਾਂ ਗਿਣੇ, ਬ੍ਰਹਮਾ ਵਿਸ਼ਨ ਮਹੇਸ਼, ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਖੰਡਾ ਪ੍ਰਿਥਮੇ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ। ਪਹਿਲਾਂ ਤਾਂ ਖੰਡਾ ਸਾਜਿਆ, ਫਿਰ ਸਾਰਾ ਸੰਸਾਰ ਬਣਾਇਆ, ਫਿਰ ਦੇਵੀ ਦੇਵਤੇ ਔਰ ਦਾਨੋ ਦੇਵਤੇ ਬਣਾਏ, ਯਾਨੀ ਰਾਕਸ਼ ਵੀ ਬਣਾ ਤੇ ਨਾਲ ਦੀ ਨਾਲ ਦੋਹਾਂ ਦੇ ਅੰਦਰ ਬਾਦ ਵੀ ਤਹੀਂ ਪਾਇਆ, ਝਗੜਾ ਆਪਸ ਵਿੱਚ ਲੜਨ ਦਾ। ਕਿਉਂਕਿ ਜੇ ਦੋਨੋਂ ਲੜਨਗੇ ਨੈਗੇਟਿਵ ਪੋਜ਼ੀਟਿਵ ਤਾਂ ਹੀ ਸੰਸਾਰ ਚੱਲ ਸਕਦਾ। ਜੇ ਇੱਕ ਜੇ ਹੋ ਜਾਣ ਸਾਰੇ ਫਿਰ ਤਾਂ ਸੰਸਾਰ ਚੱਲ ਨਹੀਂ ਸਕਦਾ। ਸਿੰਧ ਪਰਬਤ ਮੇਦਨੀ, ਸਮੁੰਦਰ ਪਹਾੜ ਧਰਤੀ, ਬਿਨਾਂ ਥੰਮਾਂ ਤੇ ਗਗਨ ਵੀ ਰਹਾਇਆ ਹੋਇਆ, ਤੇ ਕੋਈ ਥੰਮੀ ਨਹੀਂ ਹੈ ਆਕਾਸ਼ ਦੇ ਹੇਠ, ਗਗਨ ਦੇ ਹੇਠ। ਫਿਰ ਤੈਂ ਦੁਰਗਾ ਨੂੰ ਸਾਜ ਕੇ ਦੈਂਤਾਂ ਦਾ ਨਾਸ਼ ਵੀ ਕਰਿਆ। ਦੈਂਤਾਂ ਨੇ ਇੰਦਰ ਦਾ ਰਾਜ ਖੋਲ੍ਹਿਆ ਸੀ। ਚੰਡੀ ਦੀ ਵਾਰ ਜ਼ਿਕਰ ਹੈ ਬਹੁਤ ਡਿਟੇਲ 'ਚ। ਸਾਧ ਸੰਗਤ ਜੀ, ਚੰਡੀ ਦੀ ਵਾਰ ਮਾਰਕੰਡੇ ਪੁਰਾਣ ਦਾ ਉਲੱਥਾ ਹੈ। ਗੁਰੂ ਸਾਹਿਬ ਨੇ ਇਹ ਮਾਨਤਾ ਨਹੀਂ ਦਿੱਤੀ ਵੀ ਇਹ ਇਸ ਤਰ੍ਹਾਂ ਹੈ, ਇਹਦਾ ਸਿਰਫ ਹਵਾਲਾ ਦਿੱਤਾ। ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ, ਸਿਰਫ ਭਾਸ ਬਣਾਇਆ, ਯਾਨੀ ਟੀਕਾ ਕਰਿਆ। ਉਹ ਇਸ ਕਰਕੇ ਵੀ ਜੇ ਇੱਕ ਦੇਵੀ, ਇੱਕ ਔਰਤ ਇੰਨੇ ਸਾਰੇ ਦੈਂਤਾਂ ਨੂੰ, ਜਿਹਦੀਆਂ ਨਾਸਾਂ ਵੀ ਉਖਲੀ ਵਰਗੀਆਂ ਔਰ ਬਹੁਤ ਭਾਰੀ ਰੋਹਬ ਹੈ ਉਹਨਾਂ ਦਾ, ਉਹਨਾਂ ਨੂੰ ਹਰਾ ਸਕਦੀ ਹੈ, ਉਹਨਾਂ ਦੇ ਸਾਰੇ ਸੂਰਮਿਆਂ ਨੂੰ ਮਾਰ ਸਕਦੀ ਹੈ। ਚੰਡ ਮੁੰਡ, ਸੁੰਭ ਨਸੁੰਭ ਦੋਹੇ ਰਾਜੇ ਨੂੰ ਮਾਰ ਸਕਦੀ ਹੈ। ਰਕਤ ਬੀਜ, ਰਣਵਤ ਬੀਜ, ਜਿਹਦੀਆਂ ਬੂੰਦਾਂ ਜਿੱਥੇ ਵੀ ਗਿਰਦੀਆਂ ਸੀ ਉਨੇ ਹੀ ਰਾਕਸ਼ ਪੈਦਾ ਹੁੰਦੇ ਸੀ। ਇਹ ਕਲਪਨਾਵਾਂ ਹੈ ਸਾਰੀਆਂ, ਉਹ ਗੁਰੂ ਸਾਹਿਬ ਨੇ ਉਸੇ ਤਰ੍ਹਾਂ ਤਰਜਮਾ ਕਰਿਆ। ਉਹਨਾਂ ਦੀ ਆਪਣੀ ਮਾਨਤਾ ਨਹੀਂ ਹੈ। ਉਹਨਾਂ ਨੇ ਇਹ ਨਹੀਂ ਕਿਹਾ ਵੀ ਮੇਰੀ ਬਾਣੀ ਹੈ, ਸਿਰਫ ਉਹਨੂੰ ਕੜਾਕੇ ਮੜਾਕੇਦਾਰ ਸ਼ਬਦਾਂ ਦੇ ਵਿੱਚ ਪੇਸ਼ ਕਰਿਆ। ਬੜਾ ਆਨੰਦ ਆਉਂਦਾ ਪੜ੍ਹ ਕੇ। ਇਹੋ ਜਿਹੀ ਵੀਰ ਰਸੀ ਬਾਣੀ ਰੌਂਗਟੇ ਖੜੇ ਕਰ ਦਿੰਦੀ। ਜਿੰਨੇ ਵੀ ਦੈਂਤ ਭਾਰੀ ਭਾਰੀ ਹੋਏ ਉਹਦੇ 'ਚ ਸਭ ਦਾ ਜ਼ਿਕਰ ਆਉਂਦਾ। ਇੱਕ ਲੋਚਨ ਧੂਮ ਦਾ ਜ਼ਿਕਰ ਆਉਂਦਾ। ਲੋਚਨ ਅੱਖਾਂ ਨੂੰ ਕਹਿੰਦੇ, ਵੈਸੇ ਲੋਚਨ ਧੂਮ ਉਹਦਾ ਨਾਂ ਸੀਗਾ। ਬੜੀਆਂ ਡਰਾਉਣੀਆਂ ਅੱਖਾਂ ਸੀ ਉਹਦੀਆਂ।
ਉਹ ਵੀ ਮਾਰਿਆ ਦੇਵੀ ਨੇ, ਦੁਰਗਾ ਨੇ। ਬਰਿਆਮੀ ਵੀ ਲਿਖਿਆ ਦੁਰਗਾ ਨੂੰ, ਭਵਾਨੀ ਵੀ ਲਿਖਿਆ। ਤੋ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਿਰ ਕਾਇਆ। ਤੈਥੋਂ ਹੀ ਸੱਤਾ ਲੈ ਕੇ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ ਦੇ ਸਿਰੇ ਨੂੰ। ਤੈਥੋਂ ਹੀ ਬਲ ਕ੍ਰਿਸ਼ਨ ਲੈ, ਤੈਥੋਂ ਹੀ ਸ੍ਰੀ ਕ੍ਰਿਸ਼ਨ ਜੀ ਨੇ ਬਲ ਲੈ ਕੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਗਿਰਾਇਆ। ਔਰ ਕੇਸੀ ਨਾਂ ਦਾ ਇੱਕ ਦੈਂਤ ਵੀ ਸੀਗਾ, ਉਹ ਵੀ ਮਾਰਿਆ। ਬਲ ਤੇਰਾ ਸੀਗਾ। ਸੰਸਾਰ ਬਲ ਦਿੰਦਾ ਹੈ ਵਿਅਕਤੀ ਵਿਸ਼ੇਸ਼ ਨੂੰ, ਗੁਰਬਾਣੀ ਬਲ ਦਿੰਦੀ ਹੈ ਪਰਮਾਤਮਾ ਨੂੰ। ਯਾਨੀ ਇਹ ਫਰਮਾਉਂਦੀ ਹੈ ਵੀ ਬਲ ਪਰਮਾਤਮਾ ਦਾ ਸਾਰਿਆਂ ਪਾਸਿਆਂ, ਬੰਦੇ ਦੀ ਕੋਈ ਪਾਇਆ ਨਹੀਂ ਹੈ। ਜਿਹੜੀ ਗੱਲ ਸੱਤੇ ਬਲਵੰਡ ਨੇ ਸਮਝਾਈ ਹੈ ਆਪਣੀ ਵਾਰ ਵਿੱਚ, ਪਹਿਲਾਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਕਰੀ ਹੈ ਵੀ ਤੈਂ ਬਹੁਤ ਮਰਦਾਂ ਵਾਲੀ ਘਾਲਣਾ ਘਾਲੀ ਹੈ ਸਤਿਗੁਰੂ ਜੀਓ। ਤੇ ਗੁਰੂ ਅਮਰਦਾਸ ਜੀ ਨੂੰ ਵੀ ਇਹੀ ਫਰਮਾਇਆ ਵੀ ਤੈਂ ਸਮੁੰਦਰ ਰਿੜਕਿਆ, ਮਨ ਰੂਪੀ ਸਮੁੰਦਰ ਨੂੰ ਰਿੜਕਿਆ ਸ਼ਬਦ ਦੇ ਨਾਲ। 14 ਰਤਨ ਕੱਢੇ ਆ ਜਿਹੜੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ। ਲੇਕਿਨ ਅੱਗੇ ਚੱਲ ਕੇ ਉਸੇ ਸੱਤੇ ਬਲਵੰਡ ਨੇ ਫਿਰ ਚੌਥੇ ਔਰ ਪੰਜਵੇਂ ਪਾਤਸ਼ਾਹ ਦੀ ਸਿਫਤ ਕਰਦਿਆਂ ਸਾਰਾ ਹੀ ਸਿਹਰਾ ਪਰਮਾਤਮਾ ਨੂੰ ਦੇ ਦਿੱਤਾ। ਉਹ ਗੁਰਮਤਿ ਹੈ। ਬਿਲਕੁਲ ਇਸੇ ਤਰੀਕੇ ਨਾਲ ਅਸੀਂ ਲੋਕ ਸ੍ਰੀ ਕ੍ਰਿਸ਼ਨ ਜੀ ਔਰ ਸ੍ਰੀ ਰਾਮ ਚੰਦਰ ਜੀ ਨੂੰ ਸਿਹਰਾ ਦਿੰਦੇ ਹਾਂ। ਸੰਸਾਰ ਦਾ ਇਹ ਬਿਰਦ ਹੈ। ਲੇਕਿਨ ਗੁਰਬਾਣੀ ਫਰਮਾਉਂਦੀ ਹੈ ਵੀ ਤੇਥੋਂ ਬਲ ਲਿਆ ਉਹਨਾਂ ਨੇ ਸਭ ਨੇ। ਇਹ ਵਾਹਿਗੁਰੂ ਜੀ ਉਹ ਤੇਰਾ ਬਲ ਚੱਲਿਆ, ਤੇਰੇ ਬਲ ਕਰਕੇ ਹੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ, ਕੇਸੀ ਨੂੰ ਮਾਰਿਆ। ਤੇਥੋਂ ਹੀ ਬਲ ਲੈ ਕੇ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ। ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿਨੀ ਤਨ ਤਾਇਆ। ਬੜੇ ਬੜੇ ਮੁਨੀਆਂ ਦੇਵਤਿਆਂ ਨੇ ਕਈ ਕਈ ਯੁੱਗ ਬੈਠ ਕੇ ਚਰਨਜੀਵੀ ਬਣ ਕੇ ਆਪਣੇ ਸਰੀਰ ਨੂੰ ਤਪਾਇਆ। ਤੇਰੀ ਸਾਧਨਾ ਕਰੀਏ, ਔਸਟੈਰਿਟੀ ਮੈਜਰ ਲਈ। ਲੇਕਿਨ ਅਖੀਰ ਦੇ ਵਿੱਚ ਗੁਰੂ ਸਾਹਿਬ ਦਾ ਫਰਮਾਨ ਦੇਖੋ, ਕਿਨੀ ਤੇਰਾ ਅੰਤ ਨਾ ਪਾਇਆ। ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਉਸ ਬੇਅੰਤ ਦਾ ਅੰਤ ਕੋਈ ਨਹੀਂ ਪਾ ਸਕਦਾ। ਕੇਵਲ ਉਹਦੇ ਵਿੱਚ ਜਾ ਸਕਦਾ ਹੈ, ਸਮਾ ਸਕਦਾ ਹੈ ਸੰਤ। ਉਹ ਵੀ ਜਿਹੜਾ ਚੌਥੇ ਪਦ ਵਾਲਾ ਹੁੰਦਾ, ਜਿਹਦੇ ਹਉਮੈ ਤੋੜ ਦਿੰਦਾ ਗੁਰੂ, ਉਹ ਜਾ ਸਕਦਾ, ਉਹਦੇ ਵਿੱਚ ਸਮਾ ਸਕਦਾ। ਅੰਤ ਉਹ ਵੀ ਨਹੀਂ ਪਾਉਂਦਾ। ਉੱਥੇ ਹੱਥ ਖੜੇ ਆ ਸਭ ਦੇ। ਫਿਰ ਸਾਰੇ ਪਾਤਸ਼ਾਹ ਹੀ ਫਰਮਾਉਂਦੇ ਵੀ ਤੇਰੇ ਵਰਗਾ ਕੋਈ ਹੈ ਹੀ ਨਹੀਂ, ਹੋਰ ਤੇਰਾ ਕੌਣ ਕਿਆ ਦੱਸੇ ਕੋਈ। ਤੇਰੇ ਵਰਗੇ ਹੈ ਗੁਰੂ ਦੇ ਰੂਪ ਹੈ, ਜਿਹੜੇ ਸੰਤ ਰੂਪ ਹੈ, ਪਰ ਤੂੰ ਤਾਂ ਨਿਆਰਾ ਹੀ ਹੈ, ਇਕੱਲਾ ਹੀ ਹੈ। ਤੈਂ ਆਪਣਾ ਕੋਈ ਸ਼ਰੀਕ ਬਣਾਇਆ ਹੀ ਨਹੀਂ, ਨਾ ਹੀ ਤੈਂ ਆਪਣਾ ਕੋਈ ਵਜ਼ੀਰ ਬਣਾਇਆ। ਇਹ ਗੱਲਾਂ ਸਮਝਣ ਵਾਲੀਆਂ ਸਾਧ ਸੰਗਤ। ਉਹ ਬੇਵਜ਼ੀਰ ਹੈ, ਉਹਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈ। ਉਹ ਘੜੀ ਦੇ ਵਿੱਚ ਵਿਕਰਾਲ ਰੂਪ ਧਾਰਨ ਕਰ ਲੈਂਦਾ, ਚੰਡੀ ਦੇ ਰੂਪ 'ਚ। ਘੜੀ ਦੇ ਵਿੱਚ ਗਿਆਨ ਕਰਨ ਲੱਗ ਪੈਂਦਾ, ਗਿਆਨ ਗੋਸ਼ਟ, ਯਾਨੀ ਸ਼ਾਂਤੀ ਦਾ ਦੂਤ ਬਣ ਜਾਂਦਾ। ਕਦੇ ਉਹ ਲੜਾਈ ਦੇ ਮੈਦਾਨ ਦੇ ਵਿੱਚ ਖੰਡਾ ਖੜਕਾਉਂਦਾ। ਸਭ ਰੂਪ ਉਸੇ ਦੇ, ਸੱਤਾ ਉਸੇ ਦੀ ਚੱਲ ਰਹੀ ਹੈ। ਇਹ ਨੁਕਤਾ ਹੈ ਗੁਰਬਾਣੀ ਨੇ ਜਿਹੜਾ ਬਾਕੀਆਂ ਨਾਲੋਂ ਵੱਖਰੇਵੇਂ 'ਚ ਰੱਖਿਆ। ਅਸੀਂ ਲੋਕ ਵਿਅਕਤੀ ਵਿਸ਼ੇਸ਼ਾਂ ਨੂੰ ਵਡਿਆਈ ਦਿੰਦੇ। ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਵਡਿਆਈ ਆਪ ਨੇ ਉੱਪਰ ਨਹੀਂ ਲਈ ਹੈ। ਉਹ ਤਾਂ ਇਹੀ ਕਹਿੰਦੇ ਵੀ ਜੋ ਕੁਝ ਵੀ ਹੈ, ਵਾਟ ਆਈ ਐਮ, ਸਭ ਤੇਰੇ ਕਰਕੇ। ਇਟ ਇਜ਼ ਬਿਕੋਜ਼ ਆਫ ਯੂ। ਇਹ ਵਾਹਿਗੁਰੂ ਸਭ ਤੂੰ ਹੀ ਹੈ। ਜੇ ਮੈਨੂੰ ਕੋਈ ਸੱਤਾ ਦਿੱਤੀ ਹੈ ਤਾਂ ਸਭ ਤੇਰੀ ਹੈ। ਜੇ ਮੇਰੇ 'ਚ ਕੋਈ ਗੁਣ ਪਾਇਆ, ਸਭ ਗੁਣ ਤੇਰੇ, ਮੈਂ ਨਹੀਂ ਕੋਈ, ਮੇਰਾ ਕੋਈ ਗੁਣ ਨਹੀਂ ਹੈ। ਔਰ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਹੈ। ਜੋਗੀ ਧਿਆਨ ਲਾ ਕੇ ਬੈਠ ਕੇ ਹਾਰ ਗਏ, ਜਤੀ ਜਤ ਰੱਖ ਕੇ ਹਾਰ ਗਏ, ਸੰਨਿਆਸੀ ਸੰਨਿਆਸ ਕਰਕੇ ਥੱਕ ਗਏ, ਜੰਗਮ ਤੀਰਥ ਯਾਤਰਾ ਕਰਕੇ ਹਾਰ ਗਏ। ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਤੇ ਇੱਕ ਗੱਲ ਹੋਰ ਸਾਧ ਸੰਗਤ ਜੀ ਵਿਚਾਰਨ ਵਾਲੀ ਹੈ। ਇਹ ਸਵਾਲ ਕੱਲ ਕਿਸੇ ਨੇ ਕਰਿਆ ਸੀਗਾ, ਕੱਲ ਵਿਚਾਰ ਹੋਈ ਸੀ ਕਿਸੇ ਗਰੁੱਪ ਦੇ ਮੈਂਬਰ ਨਾਲ, ਬਈ ਕਿਆ ਕੇਸ ਰੱਖਣ ਨਾਲ ਰੱਬ ਮਿਲ ਸਕਦਾ? ਹੁਜਤ ਕਰੀ ਸੀ ਵੈਸੇ ਉਸ ਬੰਦੇ ਨੇ। ਦੇਖੋ ਗੁਰਬਾਣੀ ਤਾਂ ਕਿਤੇ ਨਹੀਂ ਲਿਖਿਆ ਵੀ ਕੇਸ ਰੱਖਣ ਨਾਲ ਰੱਬ ਮਿਲ ਜੂਗਾ। ਜੇ ਐਂ ਰੱਬ ਮਿਲਦਾ ਹੋਇਆ ਤਾਂ ਸਾਰੇ ਸਿੱਖਾਂ ਨੂੰ ਮਿਲਿਆ ਵਾ ਹੁੰਦਾ, ਜਾਂ ਜਿਹੜੇ ਰਿਸ਼ੀ ਮੁਨੀ ਰੱਖਦੇ ਉਹਨਾਂ ਨੂੰ ਵੀ ਮਿਲਿਆ ਵਾ ਹੁੰਦਾ ਰੱਬ। ਇਸ ਤਰ੍ਹਾਂ ਦੀ ਬਾਤ ਨਹੀਂ ਗੁਰਬਾਣੀ ਨੇ ਪਾਈ ਹੋਈ।
ਕੇਸ ਰੱਖਣੇ ਤਾਂ ਸਾਡਾ ਇੱਕ ਫਰਜ਼ ਹੈ, ਪਰਮਾਤਮਾ ਨੇ ਲਾਏ ਹੈ। ਮਾਂ ਦੇ ਪੇਟ ਵਿੱਚ ਵੀ ਸਿਰ 'ਤੇ ਵਾਲ ਹੁੰਦੇ ਬੱਚੇ ਦੇ, ਇਹਨਾਂ ਨੂੰ ਕੱਟਣਾ ਜਾਂ ਕਿਸੇ ਤਰ੍ਹਾਂ ਭੱਦਣ ਕਰਨਾ ਐਨੀ ਹਾਓ, ਇਹਨਾਂ ਦਾ ਨਿਰਾਦਰ ਨਹੀਂ ਕਰਨਾ ਆਪਾਂ, ਸਹਿਜ ਵਿੱਚ ਰਹਿਣਾ। ਇਹ ਪਰਮਾਤਮਾ ਨੂੰ ਪਾਉਣ ਵਾਲੀ ਇੱਕ ਕਦਮ ਹੈ, ਨਾ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਊਗੀ। ਕੇਸ ਤਾਂ ਬਹੁਤ ਲੋਕਾਂ ਨੇ ਰੱਖੇ ਹੋਏ, ਸਿੱਖ ਸਾਰੇ ਹੀ ਰੱਖਦੇ ਲਗਭਗ, ਫਿਰ ਕਿਆ ਪਰਮਾਤਮਾ ਸਭ ਨੂੰ ਮਿਲਿਆ ਹੋਇਆ? ਨੋ, ਫਲੈਟ ਨੋ। ਉਧਰ ਨੂੰ ਚੱਲਣ ਦਾ ਇੱਕ ਯਤਨ ਮਾਤਰ ਹੈ, ਔਰ ਗੁਰੂ ਦਾ ਹੁਕਮ ਹੈ। ਇਸ ਕਰਕੇ ਅਸੀਂ ਸਹਿਜਤਾ ਦੇ ਵਿੱਚ ਰਹਿਣਾ। ਕੇਸਾਂ ਨੂੰ ਵੀ ਸ਼ਿੰਗਾਰਨਾ ਨਹੀਂ ਹੈ, ਇਨ ਐਨੀ ਵੇ, ਸਿਰਫ ਇਹਨਾਂ ਨੂੰ ਪਾਲਣਾ ਹੈ, ਸਾਫ਼ ਰੱਖਣਾ ਹੈ, ਕੰਘਾ ਕਰਨਾ ਵਿੱਚ, ਨਾ ਕਿ ਇਹਨਾਂ ਨੂੰ ਕੋਈ ਕਲਫ ਲਗਾਉਣੀ ਜਾਂ ਕੁਛ ਹੋਰ ਕਈ ਤਰੀਕਿਆਂ ਨਾਲ ਕਰਦੇ ਲੋਕ। ਅੱਜ ਕੱਲ੍ਹ ਰਾਗੀਆਂ ਦਾ ਵੀ ਦੇਖਿਆ ਜਾਂਦਾ, ਦਾੜੀਆਂ ਵੀ ਇੱਕ ਖਾਸ ਕਿਸਮ ਵਿੱਚ ਉਹ ਸਵਾਰ ਕੇ ਕਰਦੇ ਆ, ਗੋਲ ਗੋਲ ਜਿਹੀਆਂ ਬਣਾਉਂਦੇ ਹੇਠ ਤੋਂ, ਉਹ ਵੀ ਬਿਲਕੁਲ ਪ੍ਰਵਾਨ ਨਹੀਂ ਹੈ ਗੁਰਮਤਿ ਵਿੱਚ। ਤੋ ਕੇਸ ਰੱਖਣੇ ਸਿੱਖ ਧਰਮ ਦੇ ਵਿੱਚ ਮੁੱਢਲਾ ਕਰਮ ਹੈ। ਕੇਸਗੜ੍ਹ ਸਾਹਿਬ ਗੁਰਦੁਆਰੇ ਤਖਤ ਦਾ ਨਾਂ ਹੀ ਰੱਖਿਆ ਹੋਇਆ ਗੁਰੂ ਸਾਹਿਬ ਨੇ। ਮਹਾਨਤਾ ਹੈ ਕੇਸਾਂ ਦੀ ਬਹੁਤ। ਜਿਹੜਾ ਕੇਸ ਕਟਵਾ ਦਿੰਦਾ ਹੈ ਉਹ ਪਤਿਤ ਹੋ ਜਾਂਦਾ, ਉਹ ਸਿੱਖੀ ਤੋਂ ਖਾਰਜ ਮੰਨਿਆ ਜਾਂਦਾ। ਦੁਬਾਰਾ ਉਹਨੂੰ ਸ਼ਾਮਲ ਕਰਨ ਖਾਤਰ ਖੰਡੇ ਬਾਟੇ ਦੀ ਪਹੁਲ ਲੈਣੀ ਪੈਂਦੀ ਹੈ। ਕੇਸਾਂ ਦੀ ਮਹਾਨਤਾ ਹੈ, ਲੇਕਿਨ ਕੋਈ ਬੰਦਾ ਇਹ ਕਹੇ ਵੀ ਕੇਸ ਮੈਂ ਰੱਖ ਲਏ ਮੈਨੂੰ ਰੱਬ ਮਿਲ ਗਿਆ, ਇਹ ਤਾਂ ਫਿਰ ਐਵੇਂ ਖਾਮ ਖਿਆਲੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਕਦੇ ਵੀ। ਰੱਬ ਤਾਂ ਉਹਦੀ ਨਾਮ ਜਪ ਕੇ ਜਦੋਂ ਉਹ ਸਾਡੀ ਮੈਂ ਤੋੜੂਗਾ ਉਦੋਂ ਪ੍ਰਾਪਤ ਹੋਣਾ, ਉਸ 'ਤੇ ਉਹਦਾ ਤਾਂ ਹੈ ਹੀ ਨਹੀਂ ਕੋਈ ਤਰੀਕਾ। ਉਹ ਸਰੀਰ ਕੇਸ ਰੱਖਣਾ ਵੀ ਤਾਂ ਸਰੀਰ ਦੇ ਨਾਲ ਤਾਲੁਕ ਰੱਖਦਾ। ਜੇ ਐਕਣਾ ਸੌਖਾ ਹੋਵੇ ਫਿਰ ਤਾਂ ਸਾਰੀ ਦੁਨੀਆ ਰੱਖ ਕੇ ਰੱਬ ਨੂੰ ਮਿਲ ਜਾਵੇ ਇੱਕਦਮ। ਐਕਣ ਨਹੀਂ ਮਿਲਦਾ ਰੱਬ ਕਿਸੇ ਨੂੰ। ਅਤੇ ਜਿਹੜੇ ਖਾਸ ਕਰਕੇ ਕੇਸ ਧਰਦੇ ਆ, ਜੱਟਾਂ ਬਣਾਉਂਦੇ ਆ, ਉਹਨਾਂ ਦਾ ਤਾਂ ਬਿਲਕੁਲ ਗਲਤ ਕੰਮ ਹੈ। ਉਹ ਤਾਂ ਸਹਿਜਤਾ ਤੋਂ ਉਲਟ ਕਰਮ ਹੈ, ਔਰ ਉਹ ਸਫਾਈ ਦੇ ਨਿਯਮਾਂ ਦੀ ਵੀ ਉਲੰਘਣਾ ਹੈ। ਜਿਹੜੇ ਕਦੇ ਵਾਹੇ ਨਹੀਂ ਹੋਣੇ ਕੇਸ, ਤਾਂ ਉਹਨਾਂ ਦੇ ਵਿੱਚ ਜੂਆਂ ਤਾਂ ਲਾਜ਼ਮੀ ਪੈਣਗੀਆਂ। ਜਿੱਥੇ ਰੋਜ਼ ਕੰਘਾ ਹੋਊਗਾ, ਇਸ਼ਨਾਨ ਹੋਊਗਾ ਕੇਸਾਂ ਦਾ, ਉਹਦੇ ਸਫਾਈ ਰਹੂਗੀ। ਔਰ ਸਾਧ ਸੰਗਤ ਜੀ, ਇੱਕ ਹੁਜਤ ਹੋਰ ਆਉਂਦੀ ਹੁੰਦੀ ਹੈ ਲੋਕਾਂ ਵੱਲੋਂ। ਉਹ ਇਹ ਕਹਿੰਦੇ ਹੁੰਦੇ ਵੀ ਤੁਸੀਂ ਕਹਿੰਦੇ ਵੀ ਕੇਸ ਨਾ ਕੱਟੋ, ਵੀ ਸਿੱਖ ਧਰਮ ਕਹਿੰਦਾ ਹੈ ਵੀ ਨਹੁੰ ਵੀ ਤਾਂ ਆਪਾਂ ਰੋਜ਼ ਕੱਟਦੇ ਹਾਂ ਜਾਂ ਦੂਏ ਚੌਥੇ ਕੱਟਦੇ ਹਾਂ। ਦੇਖੋ ਇਹ ਹੁਜਤ ਹੈ। ਜਿਹੜੇ ਨਹੁੰ ਹੈ ਪੱਕੇ ਨੂੰ ਕੱਟਦੇ ਆ, ਕੱਚੇ ਨੂੰ ਮਾਰ ਕੇ ਦੇਖੋ ਬਲੇਡ ਕਿੰਨੀ ਤਕਲੀਫ ਹੁੰਦੀ ਹੈ। ਕੱਟਦਾ ਕੋਈ ਕੱਚੇ ਨਹੁੰ ਨੂੰ? ਪੱਕੇ ਹੋਏ ਨੂੰ ਕੱਟਦੇ। ਬਿਲਕੁਲ ਇਸੇ ਤਰ੍ਹਾਂ ਜਦ ਕੰਘਾ ਫੇਰਦੇ ਆ ਕੇਸਾਂ 'ਚ, ਤਾਂ ਜਿਹੜੇ ਪੱਕੇ ਹੋਏ ਕੇਸ ਹੈ ਜਾਂ ਪੁਰਾਣੇ ਬਿਰਧ ਹੋ ਜਾਂਦੇ, ਚਿੱਟਾ ਰੰਗ ਹੋ ਜਾਂਦਾ ਜਿਨ੍ਹਾਂ ਦਾ, ਉਹ ਜਿਹੜੇ ਆਪਣੇ ਆਪ ਤੋਂ ਟੁੱਟ ਜਾਂਦੇ ਉਹ ਕੰਘੇ 'ਚ ਬਾਹਰ ਆ ਜਾਂਦੇ। ਉਹ ਤਾਂ ਆਪਾਂ ਕੱਢਦੇ ਹੀ ਹਾਂ ਰੋਜ਼ੇ ਦੂਏ ਚੌਥੇ, ਜਦ ਵੀ ਕਿਸੇ ਦਾ ਕੋਈ ਕੇਸ ਕੰਘੇ 'ਚ ਫਸ ਜਾਂਦਾ ਉਹ ਆ ਜਾਂਦਾ ਬਾਹਰ। ਤੋ ਇਹ ਹੁਜਤ ਕਰਨ ਹੈ ਜਿਹੜਾ ਕਹਿੰਦੇ ਵੀ ਨਹੁੰ ਕੱਟਦੇ ਹਾਂ ਆਪਾਂ, ਤਾਂ ਕੇਸ ਕੱਟਣ 'ਚ ਕਿਆ ਹਰਜ ਹੈ। ਇਹੋ ਜਿਹੀਆਂ ਗੱਲਾਂ ਬੜੀਆਂ ਚੱਲਦੀਆਂ। ਸਿੱਖ ਧਰਮ ਦੇ ਉੱਤੇ ਚਾਰ ਚਫੇਰੇ ਤੋਂ ਹਮਲਾ ਹੁੰਦਾ। ਉਹਦਾ ਇੱਕ ਕਾਰਨ ਹੈ ਬੜਾ, ਕਿਉਂਕਿ ਸਿੱਖ ਧਰਮ ਤੋਂ ਪਹਿਲਾਂ ਬਹੁਤ ਸਾਰੇ ਧਰਮ ਸੀਗੇ, ਖਾਸ ਕਰਕੇ ਸਨਾਤਨ ਧਰਮ, ਕ੍ਰਿਸਚੈਨਿਟੀ ਔਰ ਇਸਲਾਮ ਧਰਮ। ਉਹਨਾਂ ਸਾਰਿਆਂ ਨੂੰ ਤਕਲੀਫ ਹੋਈ ਜਿਹੜੇ ਨਵੇਂ ਨਿਯਮ ਬਣਾਏ ਗੁਰੂ ਸਾਹਿਬ ਨੇ। ਤਕਲੀਫ ਕੁਦਰਤੀ ਗੱਲ ਹੈ, ਜਿਹੜੇ ਪਹਿਲਾਂ ਮੈਜੋਰਟੀ ਵਿੱਚ ਆ ਉਹਨਾਂ ਨੂੰ ਹੋਣੀ ਹੋਣੀ। ਉਸੇ ਕਰਕੇ ਤਾਂ ਗੁਰੂ ਸਾਹਿਬ ਨੂੰ ਯਾਤਨਾਵਾਂ ਦਿੱਤੀਆਂ ਗਈਆਂ ਵੀ ਤੁਸੀਂ ਨਵੇਕਲਾ ਕਿਉਂ ਸੋਚਦੇ ਜਦ ਬਾਕੀ ਦੁਨੀਆ ਇੱਕਣ ਸੋਚਦੀ ਹੈ। ਪਰ ਹੁਣ ਗੁਰੂ ਸਾਹਿਬ ਤਾਂ ਪਰਮਾਤਮਾ ਦਾ ਸੁਨੇਹਾ ਲੈ ਕੇ ਆਏ ਸੀਗੇ, ਔਰ ਉਹ ਰੂਪੇ ਰੱਬ ਦਾ ਸੀਗੇ। ਇਸੇ ਕਰਕੇ ਉਹਨਾਂ ਨੇ ਫਾਂਸੀਆਂ ਪਰ ਵੀ ਚੜ੍ਹੇ, ਤਵੀਆਂ ਪਰ ਵੀ ਬੈਠੇ, ਗਰਦਨਾਂ ਵੀ ਕਟਵਾਈਆਂ, ਹਾਥੀਆਂ ਦੇ ਪੈਰਾਂ ਹੇਠ ਵੀ ਸਿੰਘ ਆਏ, ਹਾਥੀਆਂ ਨਾਲ ਪਾੜੇ ਵੀ ਗਏ। ਤੋ ਇਹ ਸਾਰਾ ਕੁਛ ਇਸੇ ਕਰਕੇ ਹੋਇਆ ਵੀ ਦੂਜੇ ਜਿਹੜੇ ਲੋਕ ਹੈ ਮੈਜੋਰਟੀ ਹੈ, ਉਹ ਕਹਿੰਦੇ ਵੀ ਇਹ ਨਵੇਂ ਉੱਠ ਕੇ ਕੱਲ੍ਹ ਦੇ ਵੀ ਇਹ ਸਾਤੋਂ ਅੱਗੇ ਕਿਵੇਂ ਲੰਘ ਸਕਦੇ। ਆਹ ਇੱਕ ਵਿਡੰਬਣਾ ਹੈ ਸੋਚ ਦੀ। ਉਹ ਸੋਚਦੇ ਆ ਵੀ ਕੇਸ ਕਿਉਂ ਰੱਖਦੇ ਇਹ ਲੋਕ, ਹਾਲਾਂਕਿ ਉਹਨਾਂ ਵਿੱਚ ਵੀ ਰਿਸ਼ੀ ਮੁਨੀ ਸਭ ਨੇ ਰੱਖੇ ਹੋਏ ਹੁੰਦੇ ਸੀ ਕੇਸ। ਅੱਜ ਤੋਂ 200 ਸਾਲ ਪਹਿਲਾਂ ਕੋਈ ਬੰਦਾ ਐਸਾ ਨਹੀਂ ਸੀ ਮਿਲਦਾ ਜਿਹਦੇ ਕੇਸ ਨਾ ਹੋਵੇ। ਪੰਡਿਤ ਖਾਸ ਕਰਕੇ ਕੇਸ ਰੱਖਦੇ ਸੀਗੇ, ਔਰ ਪੰਡਿਤ ਨੇ ਜਿਹਨੇ ਕੋਈ ਬਹੁਤ ਜ਼ਿਆਦਾ ਹੀਨਸ ਕ੍ਰਾਈਮ ਕਰਿਆ ਵਾ ਹੁੰਦਾ ਸੀਗਾ, ਬੁਰਾ ਕਰਮ, ਉਹਦੇ ਕੇਸ ਕੱਟ ਦਿੱਤੇ ਜਾਂਦੇ ਸੀਗੇ, ਸਜ਼ਾ ਹੁੰਦੀ ਸੀ ਪੰਡਿਤ ਨੂੰ। ਹੁਣ ਤਾਂ ਕਹਾਣੀਆਂ ਹੀ ਹੋਰ ਹੋ ਗਈਆਂ, ਹੁਣ ਤਾਂ ਕੋਈ ਰੱਖਦਾ ਹੀ ਨਹੀਂ, ਸਾਰੇ ਪੰਡਿਤ ਰੁੰਡ ਮੁੰਡੇ ਫਿਰਦੇ, ਇਲਜ਼ਾਮਤਾਂ ਹੀ ਕਰਾਈ ਫਿਰਦੇ। ਵਾਲਮੀਕ ਜੀ ਨੂੰ ਦੇਖ ਲਓ, ਗੁੱਟਾ ਸਿਰ ਦੇ ਉੱਤੇ। ਕ੍ਰਿਸ਼ਨ ਜੀ ਨੂੰ ਦੇਖ ਲਓ, ਨੌਵੇਂ ਕ੍ਰਿਸ਼ਨ ਜੀ ਦਾ ਤਾਂ ਕੇਸਵ ਹੈ, ਕੇਸਾਂ ਵਾਲਾ। ਸ਼੍ਰੀ ਰਾਮ ਚੰਦਰ ਜੀ ਦਾ ਵੀ ਗੁੱਟਾ ਦੇਖ ਲਓ, ਆਪਾਂ ਨੇ ਰਾਮਲੀਲਾ ਦੇਖੀ ਹੈ, ਉਹਨਾਂ ਨੇ ਸਿਰ ਦੇ ਉੱਤੇ ਕੇਸਾਂ ਦਾ ਜੂੜਾ ਕਰਿਆ ਵਾ ਹੁੰਦਾ। ਪੁਰਾਣੇ ਸਭ ਲੋਕ ਰੱਖਦੇ ਸੀ।
ਮੁਹੰਮਦ ਸਾਹਿਬ ਇਸਲਾਮ ਦੇ ਬਾਨੀ, ਉਹ ਦਸਤਾਰਾਂ ਦਾ, ਪਗੜੀਆਂ ਦਾ ਵਪਾਰ ਕਰਦੇ ਸੀਗੇ। ਚਿੱਟੀ ਪਗੜੀ ਆਪ ਵੀ ਬੰਨ੍ਹਦੇ ਸੀ ਉਹ। ਹਰਿਆਣੇ ਦੇ ਵਿੱਚ ਬਹੁਤ ਸਾਰੇ ਜਾਟ ਭਰਾ ਹੈ, ਉਹ ਹੁਣ ਵੀ ਪਗੜੀ ਬੰਨ੍ਹਦੇ, ਭਾਵੇਂ ਉਹ ਕੇਸ ਨਹੀਂ ਰੱਖਦੇ, ਲੇਕਿਨ ਪਗੜੀ ਹੁਣ ਵੀ ਬੰਨ੍ਹਦੇ ਹੋ। ਤੋ ਪੁਰਾਣੇ ਜਿਹੜੇ ਦਸਤੂਰ ਸੀਗੇ ਉਹ ਵਧੀਆ ਸੀਗੇ। ਸਿੱਖ ਧਰਮ ਨੇ ਉਹੀ ਜ਼ਿਆਦਾਤਰ ਅਪਣਾਏ ਹੈ, ਬਾਕੀ ਛੱਡ ਗਏ। ਬਾਕੀ ਦੇ ਹੁਣ ਮਾਡਰਨਿਟੀ 'ਚ ਆ ਗਏ। ਇਹ ਸਮਝਦੇ ਆ ਵੀ ਸ਼ਾਇਦ ਕੇਸਾਂ ਨੂੰ ਕੱਟ ਕੇ ਤਰ੍ਹਾਂ ਤਰ੍ਹਾਂ ਦੀਆਂ ਹਜਾਮਤਾਂ ਜਿਹੀਆਂ ਕਰਾ ਕੇ ਅੱਜ ਕੱਲ੍ਹ ਸਿੱਖ ਮੁੰਡੇ ਵੀ ਸਿਰ ਦੇ ਉੱਪਰ ਕਿਸ਼ਤੀਆਂ ਬਣਾਉਂਦੇ, ਕਿ ਖਾਸ ਕਿਸਮ ਦੀਆਂ ਕਟਾਈਆਂ ਕਰਦੇ ਸਿਰ ਦੀਆਂ। ਉਹ ਕਹਿੰਦੇ ਅਸੀਂ ਬੜੇ ਸੋਹਣੇ ਲੱਗਦੇ। ਹਾਲਾਂਕਿ ਕਹਿਣ ਵਿੱਚ ਕੋਈ ਇਹਦੇ ਵਿੱਚ ਕੋਈ ਉਕਾਈ ਵੀ ਨਹੀਂ ਲੱਗਦੀ ਬਈ ਬਹੁਤ ਭੈੜਾ ਲੱਗਦਾ ਇਹੋ ਜਿਹਾ ਬੰਦਾ ਜਿਹੜਾ ਸਿਰ ਦੇ ਉੱਪਰ ਕਿਸ਼ਤੀਆਂ ਜਿਹੀਆਂ ਬਣਾਈ ਫਿਰਦਾ ਹੁੰਦਾ। ਸਿੱਖ, ਖਾਸ ਕਰਕੇ ਸਿੱਖ, ਜਿਹਨੂੰ ਟਾਇਨਬੀ ਨੇ ਵੀ, ਲਾਰਡ ਟਾਇਨਬੀ ਨੇ, ਇਤਿਹਾਸਕਾਰ ਹੋਇਆ UN ਵੱਲੋਂ ਮਾਨਤਾ ਪ੍ਰਾਪਤ, ਉਹਨੇ ਵੀ ਇਹ ਗੱਲ ਲਿਖੀ ਹੈ ਵੀ ਸਭ ਤੋਂ ਭੈੜਾ ਉਹ ਮਨੁੱਖ ਹੈ ਜਿਹੜਾ ਕੇਸ, ਸਿੱਖ ਹੈ ਜਿਹੜਾ ਕੇਸ ਕਤਲ ਕਰਦਾ। ਔਰ ਸਭ ਤੋਂ ਦੁਨੀਆ ਦਾ ਸੋਹਣਾ ਮਨੁੱਖ ਵੀ ਉਹਨੇ ਇਹੋ ਹੀ ਕਿਹਾ ਜਿਹੜਾ ਕੇਸਾਧਾਰੀ ਸਿੱਖ ਹੈ, ਜਿਹਨੇ ਦਾੜੀ ਕਦੇ ਟ੍ਰਿਮ ਨਹੀਂ ਕਰੀ ਵੀ ਹੁੰਦੀ, ਫਲੋਇੰਗ ਬੀਅਰਡ ਹੁੰਦੀ ਹੈ। ਉਹ ਸੁੰਦਰ ਮਨੁੱਖ ਹੈ ਸਾਰੀ ਦੁਨੀਆ 'ਚ। ਅਤੇ ਕੋਝਾ ਮਨੁੱਖ ਵੀ ਉਹੀ ਹੈ ਦੁਨੀਆ 'ਚ ਜਿਹੜਾ ਸਿੱਖ ਦਾੜੀ ਟ੍ਰਿਮ ਕਰਦਾ। ਇਹ ਐਵੇਂ ਤਾਂ ਗੱਲਾਂ ਹੈ ਨਹੀਂ, ਇਹਨਾਂ ਦੇ ਪਿੱਛੇ ਬਹੁਤ ਬੜਾ ਫਲਸਫਾ ਹੈ। ਲਾਰਡ ਟਾਇਨਬੀ ਸਾਰੇ ਧਰਮਾਂ ਦਾ ਅਧਿਐਨ ਕਰਨ ਖਾਤਰ ਉਹਨੂੰ ਕਿਹਾ ਗਿਆ ਸੀ, ਉਹਨੇ ਕੀਤਾ ਔਰ ਉਸ ਤੋਂ ਬਾਅਦ ਬੁੱਕ ਲਿਖੀ ਹੈ। ਉਹ ਬੁੱਕ ਦੇ ਆਧਾਰ 'ਤੇ ਕਿਸੇ ਲੇਡੀ ਨੇ ਉਹਨਾਂ ਨੂੰ ਸਵਾਲ ਪੁੱਛਿਆ ਸੀ। ਫਿਰ ਇੱਕ ਸਵਾਲ ਇਹ ਕਰਿਆ ਸੀਗਾ ਵੀ ਸਭ ਤੋਂ ਪਵਿੱਤਰ ਗ੍ਰੰਥ ਕਿਹੜਾ ਜ਼ਿਆਦਾ ਹੈ, ਮਹਾਨ ਗ੍ਰੰਥ। ਫਿਰ ਟਾਇਨਬੀ ਦਾ ਜਵਾਬ ਇਹ ਹੈ ਵੀ ਐਵਰੀ ਰਿਲੀਜੀਅਸ ਬੁੱਕ ਕੰਟੇਨਸ ਟਰੂਥ। ਹਰ ਇੱਕ ਧਾਰਮਿਕ ਜਿੰਨੀਆਂ ਵੀ ਕਿਤਾਬ ਹੈ ਉਹਦੇ ਵਿੱਚ ਸੱਚ ਹੈ, ਚਾਹੇ ਕੁਰਾਨ ਸ਼ਰੀਫ ਹੋਵੇ, ਚਾਹੇ ਗੀਤਾ ਜੀ ਹੋਵੇ, ਚਾਹੇ ਬਾਈਬਲ ਹੋਵੇ। ਪਰ ਉਹਨੇ ਨਾਲ ਇੱਕ ਗੱਲ ਹੋਰ ਕਹੀ ਹੈ ਜਿਹੜੀ ਕਿ ਮਹੱਤਵਪੂਰਨ ਹੈ, ਐਵਰੀ ਰਿਲੀਜੀਅਸ ਬੁੱਕ ਕੰਟੇਨਸ ਟਰੂਥ ਬਟ ਗੁਰੂ ਗ੍ਰੰਥ ਕੰਟੇਨਸ ਫੁੱਲਨੈਸ ਆਫ ਟਰੂਥ। ਆ ਜਿਹੜਾ ਫੁੱਲਨੈਸ ਸ਼ਬਦ ਹੈ ਇਹਦਾ ਮਤਲਬ ਹੈ ਇਹਦੇ 'ਚ ਬਿਲਕੁਲ ਵੀ ਹੋਰ ਅਸੱਤ ਨਹੀਂ ਹੈ, ਸੱਚ ਦਾ ਸਮੁੱਚਾਪਣ ਹੈ। ਇਟ ਕੰਟੇਨਸ ਫੁੱਲਨੈਸ ਆਫ ਟਰੂਥ। ਔਰ ਹੈ ਵੀ ਸਹੀ। ਜਦ ਆਪਾਂ ਪੜ੍ਹਦੇ ਹਾਂ, ਸਿੱਖ ਹੋਣ ਦੇ ਨਾਤੇ ਨਹੀਂ ਕਹਿ ਰਹੇ ਆਪਾਂ, ਸੱਚਾਈ ਦੇ ਤੌਰ 'ਤੇ ਕਹਿ ਰਹੇ। ਸਾਰਾ ਮੱਖਣ ਕੱਢ ਕੇ ਰਿੜਕ ਕੇ ਰੱਖਿਆ ਪਿਆ, ਜਿਹੜਾ ਮਰਜ਼ੀ ਗਟਕਾਰੇ ਲਾ ਲਓ, ਛਕ ਲਓ। ਬਾਕੀ ਧਾਰਮਿਕ ਗ੍ਰੰਥਾਂ 'ਚ ਵੀ ਸੱਚ ਹੈਗਾ, ਲੇਕਿਨ ਉਹ ਵਿੱਚ ਛੁਪਾਇਆ ਹੋਇਆ, ਆਲੇ ਦੁਆਲੇ ਤਾਣਾ ਬਾਣਾ ਹੈ। ਜਿਵੇਂ ਪੜੇਥਣ ਲੱਗਿਆ ਵਾ ਹੁੰਦਾ ਰੋਟੀ ਨੂੰ, ਦੁੱਧ ਹੈ ਉਹ ਵੀ, ਜਿੰਨੇ ਵੀ ਧਾਰਮਿਕ ਗ੍ਰੰਥ ਹੈ ਸਭ ਦੁੱਧ ਹੈ, ਲੇਕਿਨ ਜਿਹੜੀ ਬਾਣੀ ਹੈ ਇਹ ਮੱਖਣੀ ਹੈ, ਤੱਤ ਕੱਢਿਆ ਪਿਆ ਵਿੱਚੋਂ। ਤੋ ਸਾਧ ਸੰਗਤ ਜੀ ਆਪਣੀ ਤੁੱਛ ਬੁੱਧੀ ਅਨੁਸਾਰ ਵਿਚਾਰਾਂ ਕਰੀਆਂ, ਕਈ ਨੂੰ ਚੰਗੀਆਂ ਲੱਗਦੀਆਂ, ਕਈ ਨੂੰ ਨਹੀਂ ਵੀ ਲੱਗ ਸਕਦੀਆਂ। ਸਿੱਖਾਂ ਵਿੱਚ ਵੀ ਐਸਾ ਤਬਕਾ ਹੈਗਾ ਜਿਹੜਾ ਹੋਰ ਤਰ੍ਹਾਂ ਸੋਚਦਾ, ਤਾਂ ਉਹਨਾਂ ਤੋਂ ਤਾਂ ਮਾਫੀਓ ਮੰਗੀ ਜਾ ਸਕਦੀ। ਕਿਸੇ ਵੀ ਅਪਸ਼ਬਦ ਦੀ ਖਿਮਾ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣਦੇ ਹੋਏ ਹਕੀਕੀ ਤੌਰ 'ਤੇ, ਇਹ ਨਹੀਂ ਵੀ ਕਹਿਣ ਮਾਤਰੇ। ਤੋ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।